ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਫੋਕਸ ਦੇ ਵਿੱਚ। ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਬਲਕਾਰ ਸਿੰਘ। ਪੰਜਾਬ ਮੇਲ USA TV ਚੈਨਲ ਦੇ ਪਿਆਰੇ ਦਰਸ਼ਕੋ, ਮੈਂ ਹਾਂ ਬਲਕਾਰ ਸਿੰਘ, ਸੀਨੀਅਰ ਜਰਨਲਿਸਟ, ਅਤੇ ਅਸੀਂ ਤੁਹਾਡੇ ਨਾਲ ਉਹ ਗੱਲਾਂ ਕਰਾਂਗੇ ਜਿਹੜੀਆਂ ਹੁਣੇ ਅਮਰੀਕਾ ਔਰ ਇਹਦੇ ਗੁਆਂਢੀ ਹੋਰ ਦੇਸ਼ਾਂ ਪ੍ਰਦੇਸ਼ਾਂ ਵਿੱਚ ਅਤੇ ਨਾਲ ਲੱਗਦੇ ਪੰਜਾਬ ਵਿੱਚ ਜਿਹੜੀਆਂ ਗੱਲਾਂ ਵਾਪਰੀਆਂ ਨੇ ਉਹ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਅਤੇ ਮੇਰੇ ਨਾਲ ਖੰਨਾ ਜੀ ਨੇ। ਖੰਨਾ ਜੀ, ਤੁਸੀਂ ਦੱਸੋ ਕਿ ਅੱਜ ਕਿਹੜਾ ਵਿਸ਼ਾ ਜਿਹੜਾ ਅਸੀਂ ਆਪਣੇ ਦਰਸ਼ਕਾਂ ਦੀ ਨਜ਼ਰ ਕਰ ਰਹੇ ਹਾਂ? ਅੱਜ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਅਮਰੀਕਾ ਹੀ ਜਾਵਾਂਗੇ। ਭਾਰਤੀ ਅਮਰੀਕੀ ਭਾਈਚਾਰੇ ਨੇ ਜਿਹੜਾ ਉੱਥੇ ਮਨਾਇਆ ਹੈ ਵੀਰ ਬਾਲ ਦਿਵਸ, ਚਾਰੋਂ ਸਾਹਿਬਜ਼ਾਦਿਆਂ ਨੂੰ ਸਮਰਪਿਤ, ਕਿਉਂਕਿ ਭਾਰਤ ਸਰਕਾਰ ਨੇ ਇਹ ਨਾਂ ਦਿੱਤਾ ਹੈ ਵੀਰ ਬਾਲ ਦਿਵਸ। ਅਤੇ ਅਮਰੀਕੀ ਭਾਈਚਾਰੇ ਨੇ, ਭਾਰਤੀ ਭਾਈਚਾਰੇ ਨੇ ਅਮਰੀਕਾ ਦੀ ਧਰਤੀ 'ਤੇ ਵੀਰ ਬਾਲ ਦਿਵਸ ਮਨਾਇਆ ਹੈ। ਹਾਲਾਂਕਿ ਇੱਥੇ ਸ਼੍ਰੋਮਣੀ ਕਮੇਟੀ ਵੱਲੋਂ ਇਸ ਗੱਲ ਦਾ ਇਤਰਾਜ਼ ਵੀ ਹੋਇਆ ਹੈ ਕਿ ਇਹ ਸਾਹਿਬਜ਼ਾਦਾ ਸ਼ਹਾਦਤ ਦਿਵਸ ਦੇ ਨਾਂ ਦੇ ਉੱਤੇ ਹੋਣਾ ਚਾਹੀਦਾ, ਇਹ ਨਾਂ ਨਹੀਂ ਰੱਖਣਾ ਚਾਹੀਦਾ। ਸੋ ਇਹਦੇ ਵਿੱਚ ਇਹ ਹੈ ਕਿ ਇਹ ਹੁਣ ਜਿਹੜੇ ਸੂਝਵਾਨ ਨੇ, ਜੋ ਸਿੱਖ ਧਰਮ ਨੂੰ ਚੰਗੀ ਤਰ੍ਹਾਂ ਸਮਝਦੇ ਨੇ, ਸਿੱਖ ਪੰਥ ਨੂੰ ਸਮਝਦੇ ਨੇ, ਕੀ ਚੀਜ਼ ਹੈ ਜਿਹੜੀ ਸਾਨੂੰ ਬਿਲਕੁਲ ਸਹੀ ਹੈ ਉਹ ਮਿਲਣੀ ਚਾਹੀਦੀ ਹੈ, ਇਹਦੇ ਉੱਤੇ ਵਿਚਾਰ ਚਰਚਾ ਜ਼ਰੂਰ ਚੱਲ ਰਹੀ ਹੈ। ਹਾਂਜੀ, ਇਹ ਚਾਰੇ ਸਾਹਿਬਜ਼ਾਦਿਆਂ ਦਾ ਜਿਹੜਾ ਸ਼ਹੀਦੀ ਦਿਵਸ ਹੈ ਪੂਰੇ ਵਿਸ਼ਵ ਵਿੱਚ ਮਨਾਇਆ ਗਿਆ। ਅਜੇ ਤੱਕ ਵੀ ਬਹੁਤ ਸੰਗਤਾਂ ਉਸੇ ਤਰ੍ਹਾਂ ਹੀ ਮਨਾ ਰਹੀਆਂ ਨੇ ਔਰ ਹਰ ਦੁਨੀਆ ਦੇ ਕੋਨੇ-ਕੋਨੇ ਵਿੱਚ ਲੋਕਾਂ ਨੇ ਇਕੱਤਰ ਹੋ ਕੇ ਲੰਗਰ ਵੀ ਲਾਏ ਆ। ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਕਈ ਤਰ੍ਹਾਂ ਦੇ ਜਿਹੜੇ ਭਾਸ਼ਣ ਵੀ ਹੋਏ ਆ ਔਰ ਇਹ ਇੱਕ ਬੜੀ ਲਾਸਾਨੀ ਸ਼ਹਾਦਤ ਸੀ ਪੂਰੀ ਦੁਨੀਆ ਵਿੱਚ। ਔਰ ਅੱਜ ਵੀ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਲੋਕ ਉਸੇ ਤਰ੍ਹਾਂ ਨਤਮਸਤਕ ਨੇ ਧਾਰਮਿਕ ਸਥਾਨਾਂ 'ਤੇ। ਅਤੇ ਜਿਹੜੀ ਤੁਸੀਂ ਆਹ ਗੱਲ ਕੀਤੀ ਹੈ, ਦੱਸਿਆ ਕਿ ਉਸ ਵਿੱਚ ਅਮਰੀਕਾ ਦੇ ਲੋਕਾਂ ਨੇ ਔਰ ਪੰਜਾਬ ਦੇ ਜਿਹੜੇ ਲੋਕ ਨੇ ਜਾਂ ਭਾਰਤ ਦੇ ਪ੍ਰਵਾਸੀ ਭਾਰਤੀ ਨੇ, ਉਹਨਾਂ ਨੇ ਮਿਲ ਕੇ ਇਸ ਸ਼ਹੀਦੀ ਦਿਵਸ ਨੂੰ ਮਨਾਇਆ। ਔਰ ਉਹਦੇ 'ਚ ਉਹਨਾਂ ਦੀ ਜਿਹੜੀ ਪ੍ਰਾਚੀਨ ਸਰਹੰਦ ਦੇ ਕੰਧਾਂ 'ਚ ਨੀਹਾਂ 'ਚ ਉਹਨਾਂ ਨੂੰ ਚਿਣਾਇਆ ਗਿਆ, ਜ਼ੋਰਾਵਰ ਅਤੇ ਫਤਿਹ ਸਿੰਘ ਨੂੰ। ਔਰ ਉਸ ਸ਼ਹੀਦੀ ਦਿਵਸ ਨੂੰ ਲੋਕ ਬੜੇ ਇਸ ਤਰ੍ਹਾਂ ਪ੍ਰਭਾਵਸ਼ਾਲੀ ਹੋ ਕੇ ਮਨਾਉਂਦੇ ਨੇ ਕਿ ਉਹਨਾਂ ਨੂੰ ਬੜੇ ਕੋਹ ਕੇ ਸ਼ਹੀਦ ਕੀਤਾ ਗਿਆ ਉਸ ਵੇਲੇ ਦੀ ਮੁਗਲ ਹਕੂਮਤ ਨੇ। ਔਰ ਮੁਗਲ ਹਕੂਮਤ ਨੇ ਇਸ ਤਰ੍ਹਾਂ ਦੇ ਜਿਹੜੀ ਬਾਲ ਜਿੰਦਾਂ ਨੇ, ਛੋਟੀਆਂ ਜਿੰਦਾਂ ਨੇ, ਉਹਨਾਂ ਨੂੰ ਮੌਤ ਦੇ ਅੱਗੇ ਪਾਇਆ। ਔਰ ਇਸੇ ਤਰ੍ਹਾਂ ਦੀ ਸ਼ਹਾਦਤ ਨੂੰ ਅੱਜ ਵੀ ਸਾਡੇ ਬੱਚੇ, ਬੁੜੇ ਔਰ ਬੜੇ ਸੂਝਵਾਨ ਲੋਕ ਯਾਦ ਕਰਦੇ ਨੇ। ਔਰ ਉਹਨਾਂ ਦੀਆਂ ਪੂਰੀਆਂ ਕਹਾਣੀਆਂ ਔਰ ਕਿਸ ਤਰ੍ਹਾਂ ਉਹਨਾਂ ਨੂੰ ਠੰਡੇ ਬੁਰਜ ਵਿੱਚ ਰੱਖਿਆ ਗਿਆ, ਕਿਸ ਤਰ੍ਹਾਂ ਤਸੀਹੇ ਦਿੱਤੇ ਗਏ, ਕਿਸ ਤਰ੍ਹਾਂ ਮੋਤੀ ਰਾਮ ਮਹਿਰਾ ਨੇ ਉਹਨਾਂ ਨੂੰ ਦੁੱਧ ਪਿਆਇਆ। ਭੁੱਖੇ ਬਾਲ ਨੇ ਜਿਹੜੇ ਰਾਤ ਵੀ ਉੱਥੇ ਇਸੇ ਤਰ੍ਹਾਂ ਹੀ ਸੌਣ ਤੋਂ ਦੇਖਦੇ ਰਹੇ ਕਿ ਕਿੱਥੇ ਸੋਈਏ। ਮਾਤਾ ਗੁਜਰੀ ਨੇ ਉਹਨਾਂ ਨੂੰ ਆਪਣੇ ਗੋਦ ਵਿੱਚ ਸਵਾਇਆ ਔਰ ਬਹੁਤ ਛੋਟੀ ਉਮਰ ਦੇ ਬਾਲ ਸੀਗੇ। ਔਰ ਇਹ ਕਹਾਣੀ ਜਦੋਂ ਅਸੀਂ ਦੇਖਦੇ ਹਾਂ, ਸਾਡਾ ਉਸੇ ਵੇਲੇ ਸਾਡਾ ਮਨ ਇਸ ਤਰ੍ਹਾਂ ਦਾ ਅੰਦਰੋਂ ਵਰੁੰਦਿਆ ਜਾਂਦਾ। ਔਰ ਉਸ ਵੇਲੇ ਦੀ ਜਿਹੜੀ ਮੁਗਲ ਹਕੂਮਤ ਆ, ਉਹਨਾਂ ਨੇ ਜ਼ਰਾ ਵੀ ਬੱਚਿਆਂ 'ਤੇ ਇਸ ਤਰ੍ਹਾਂ ਦਾ ਤਰਸ ਨਹੀਂ ਖਾਧਾ ਕਿ ਅਸੀਂ ਇਹਨਾਂ ਨੂੰ ਇਸ ਤਰ੍ਹਾਂ ਨਾ ਕਰੀਏ, ਇਸ ਤਰ੍ਹਾਂ ਦੀ ਸ਼ਹਾਦਤ ਨਾ ਦਈਏ। ਔਰ ਜਿਸ ਤਰ੍ਹਾਂ ਅਸੀਂ ਇਹ ਗੱਲ ਕਰ ਰਹੇ ਹਾਂ ਕਿ ਅਮਰੀਕਾ ਦੀ ਧਰਤੀ 'ਤੇ ਅਮਰੀਕਾ ਦੇ ਲੋਕਾਂ ਨੇ ਇਸ ਦਿਵਸ ਨੂੰ ਬਹੁਤ ਪੂਰੇ ਜਿਹੜੇ ਆ ਜੋਸ਼ੋ ਖਰੋਸ਼ ਨਾਲ ਮਨਾਇਆ ਔਰ ਇਕੱਠੇ ਲੋਕਾਂ ਨੇ ਲੰਗਰ ਲਾਏ, ਬਹੁਤ ਕੁਛ ਕੀਤਾ। ਇਹ ਵੇਖਣ ਵਿੱਚ ਪਹਿਲੀ ਵਾਰੀ ਆ ਰਿਹਾ ਕਿ ਜਿੱਥੇ ਅਮਰੀਕਾ 'ਚ ਵੀ ਪੂਰੇ ਪੰਜਾਬੀ ਬੈਠੇ ਨੇ ਔਰ ਇੰਗਲੈਂਡ 'ਚ ਵੀ ਆ ਔਰ ਨਿਊਜ਼ੀਲੈਂਡ 'ਚ ਵੀ ਆ, ਅਮਰੀਕਾ ਤੋਂ ਨਾਲ ਲੱਗਦੇ ਹੋਰ ਜਿਹੜੇ ਦੇਸ਼ ਪ੍ਰਦੇਸ਼ ਨੇ ਉਹਨਾਂ ਵਿੱਚ ਵੀ। ਕਿਉਂਕਿ ਤੁਸੀਂ ਇਸ ਕਰਕੇ ਇਹਦੇ ਨਾਲ ਅਮਰੀਕਾ ਦੀ ਗੱਲ ਕੀਤੀ ਕਿਉਂਕਿ ਸਾਡੇ ਬਹੁਤੇ ਦਰਸ਼ਕ ਅਮਰੀਕਾ ਦੇ ਨੇ, ਉਹ ਦੇਖਦੇ ਨੇ ਕਿ ਪੰਜਾਬ 'ਚੋਂ ਕਿਹੜੀਆਂ ਖਬਰਾਂ ਜਾ ਰਹੀਆਂ ਨੇ। ਖਾਸ ਕਰਕੇ ਇਹ ਖਬਰ ਤਾਂ ਉਹਨਾਂ ਦੇ ਆਪਣੀ ਧਰਤੀ ਦੀ ਖਬਰ ਆ। ਔਰ ਜਿੱਥੇ ਨਿਊਯਾਰਕ ਵਿੱਚ ਵੇਖ ਲਓ, ਬਾਕੀ ਨਾਲ ਦੇ ਏਰੀਏ ਜਿਹੜੇ ਉਹਨਾਂ ਵਿੱਚ ਵੇਖੋ, ਹਰ ਪ੍ਰਾਂਤ 'ਚ ਜਿੱਥੇ ਪੰਜਾਬੀ ਬੈਠੇ ਨੇ, ਗੁਰੂ ਕੇ ਲੰਗਰ ਲੱਗੇ, ਬਾਣੀ ਦਾ ਕੀਰਤਨ ਹੋਇਆ, ਉਹਨਾਂ ਦੀਆਂ ਕਹਾਣੀਆਂ 'ਤੇ ਪੂਰੀ ਲੋਕਾਂ ਨੂੰ ਦਰਸਾਇਆ ਗਿਆ, ਬੱਚਿਆਂ ਬੁੜਿਆਂ ਨੂੰ ਸਾਰਿਆਂ ਨੂੰ। ਔਰ ਮੇਰਾ ਖਿਆਲ ਹੈ ਅਤੇ ਅੱਜ ਵੀ ਤੁਸੀਂ ਦੇਖੋ ਕਿ ਕਵੀ ਦਰਬਾਰ ਹੋ ਰਿਹਾ ਪੰਜਾਬ ਦੇ ਬਹੁਤ ਹਿੱਸਿਆਂ 'ਤੇ, ਧਾਰਮਿਕ ਸਥਾਨਾਂ 'ਤੇ। ਗੁਰੂ ਸਾਹਿਬ ਦੀ ਜਿਹੜੀ ਉਹਨਾਂ ਦਾ ਵੀ ਆ ਰਿਹਾ, ਗੁਰਪੁਰਬ ਆ ਰਿਹਾ 10ਵੇਂ ਪਾਤਸ਼ਾਹ ਦਾ, ਉਹਦੇ ਨਾਲ ਵੀ ਆ। ਔਰ ਚਾਰੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਆ ਰਿਹਾ। ਕਹਿੰਦੇ ਨੇ ਕਿ ਪੋਹ ਦਾ ਮਹੀਨਾ ਸਾਰੇ ਉਤਸਵਾਂ ਨਾਲ ਭਰਿਆ ਹੁੰਦਾ, ਜਿਹੜੀ ਸਾਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਹੈ ਔਰ ਗੁਰੂ ਸਾਹਿਬ ਦੇ ਬਾਕੀ ਜਿਹੜੇ ਧਾਰਮਿਕ ਸਥਾਨਾਂ 'ਤੇ ਗੁਰਪੁਰਬ ਮਨਾਏ ਜਾ ਰਹੇ ਨੇ। ਪੋਹ ਦੇ ਮਹੀਨੇ ਵਿੱਚ ਹੀ ਇਹਨਾਂ ਨੂੰ ਸ਼ਹੀਦ ਕੀਤਾ ਗਿਆ ਜਦੋਂ ਕਿ ਇੰਨੀ ਪੂਰੀ ਠੰਡ ਸੀਗੀ। ਉਦੋਂ ਤਾਂ ਇਹਨਾਂ ਕੋਲ ਨਾ ਉੱਤੇ ਕੱਪੜਾ ਲੈਣ ਲਈ, ਨਾ ਉੱਤੇ ਇਹਨਾਂ ਦਾ ਕੋਈ ਕੰਬਲ, ਕੁਛ ਉਸੇ ਤਰ੍ਹਾਂ ਹੀ ਠੰਡੇ ਬੁਰਜ ਦੇ ਵਿੱਚ ਇਹਨਾਂ ਨੂੰ ਕੈਦ ਰੱਖਿਆ ਸੀਗਾ। ਔਰ ਉਸ ਵੇਲੇ ਦੇ ਜਿਹੜਾ ਵਜ਼ੀਰ ਨੇ, ਗਵਰਨਰ ਸੀਗੇ ਦੇ ਸਰਹੰਦ ਦੇ, ਵਜ਼ੀਰ ਖਾਨ, ਔਰ ਉਹਨੇ ਇਹਨਾਂ ਨੂੰ ਬਹੁਤ ਕੋਹ ਕੇ ਮਾਰਿਆ। ਔਰ ਉਸ ਵੇਲੇ ਦੇ ਬਾਲੜੀ ਉਮਰ ਦੇ ਬੱਚਿਆਂ ਨੇ, ਔਰ ਉਹਦੇ ਵਿੱਚ ਕਈ ਗੀਤਕਾਰ ਨੇ, ਉਹਦੇ ਵਿੱਚ ਕਈ ਕਵੀ ਨੇ, ਔਰ ਉਹਦੇ ਵਿੱਚ ਕਈ ਜਿਹੜੇ ਸੂਝਵਾਨ ਲੋਕ ਨੇ, ਉਹਨਾਂ ਨੇ ਲਿਖਿਆ। ਤੁਸੀਂ ਦੇਖ ਲਓ ਇਹਨਾਂ ਦੇ
ਸੰਬੰਧ 'ਚ ਇਹਨਾਂ ਦੀ ਸ਼ਹਾਦਤ ਦੇ ਸੰਬੰਧ ਵਿੱਚ ਕਿੰਨੇ ਜਿਹੜੇ ਰਚਨਾ ਕੀਤੀਆਂ ਗਈਆਂ। ਇਹ ਬਹੁਤ ਵੱਡਾ ਸਾਕਾ ਸੀ, ਸਰਹੰਦ ਦੀ ਜਿਹੜੇ ਸ਼ਹਿਰ ਦਾ ਸਾਕਾ ਸੀਗਾ। ਹੁਣ ਉਹਨੂੰ ਫਤਿਹਗੜ੍ਹ ਸਾਹਿਬ ਕਹਿੰਦੇ ਨੇ, ਔਰ ਜੋਤੀ ਸਰੂਪ ਗੁਰਦੁਆਰਾ ਹੈ ਜਿੱਥੇ ਬਣਿਆ। ਔਰ ਦੂਜੀ ਗੱਲ ਇਹ ਵੀ ਹੈ, ਅੱਗੇ ਵੀ ਆਪਾਂ ਰੱਖੀ ਗੱਲ, ਸ਼ਾਇਦ ਗੱਲ ਹੋਈ ਵੀ ਆ, ਦੀਵਾਨ ਟੋਡਰਮਲ ਜਿਹੜੇ ਉੱਥੋਂ ਦੇ ਵਜ਼ੀਰ ਸੀਗੇ, ਉਹਨਾਂ ਨੇ ਉੱਥੇ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਲਾ ਕੇ ਜਗ੍ਹਾ ਮੰਗੀ ਪਠਾਣਾ ਕੋਲ, ਮੁਗਲਾਂ ਕੋਲ, ਔਰ ਉਹਨਾਂ ਦਾ ਸੰਸਕਾਰ ਕਰ ਲਈ, ਮਾਤਾ ਗੁਜਰੀ ਜੀ ਦਾ ਔਰ ਦੋਨੇ ਛੋਟੇ ਸਾਹਿਬਜ਼ਾਦਿਆਂ ਦਾ। ਔਰ ਉਹਦੇ ਵਿੱਚੋਂ 4 ਮੋਹਰਾਂ ਘਟ ਗਈਆਂ ਵੀ, ਉਹਨਾਂ ਨੂੰ ਪਤਾ ਨਹੀਂ ਕਿਸ ਤਰ੍ਹਾਂ ਪ੍ਰਾਪਤ ਹੋਈਆਂ, ਤਾਂ ਵੀ ਜਗ੍ਹਾ ਨਹੀਂ ਸੀ ਦਿੰਦੇ। ਇਸ ਤਰ੍ਹਾਂ ਦਾ ਉਹਨਾਂ ਦਾ ਰਵੱਈਆ ਸੀ, ਇਸ ਤਰ੍ਹਾਂ ਦਾ ਉਹਨਾਂ ਦਾ ਸੁਭਾਅ ਬਣਿਆ ਸੀਗਾ ਉਦੋਂ ਦੀ ਮੁਗਲ ਹਕੂਮਤ ਦਾ। ਔਰ ਅੱਜ ਵੀ ਸਾਰੀ ਦੁਨੀਆ ਕੋਨੇ-ਕੋਨੇ 'ਚ ਲੋਕ ਬੈਠੇ ਯਾਦ ਕਰ ਰਹੇ ਆ। ਇਹ ਨਹੀਂ ਗਾ ਕਿ ਮੁਸਲਮਾਨ ਇਸ ਗੱਲ ਤੋਂ ਨਹੀਂ ਹੈਗਾ, ਉਹਨਾਂ ਦੇ ਮਨ 'ਚ ਵੀ ਇਹ ਹੈਗਾ। ਤੁਸੀਂ ਪਾਕਿਸਤਾਨ 'ਚ ਵੇਖ ਲਓ, ਇਹਦੇ ਬਾਰੇ ਬਹੁਤ ਕੁਝ ਲੋਕ ਬੋਲ ਰਹੇ ਨੇ ਵੀ ਆਹ ਜਿਹੜੀ ਗੱਲ ਕੀਤੀ ਹੈ ਮੁਸਲਮਾਨ ਨੇ, ਉਸੋਂ ਦੀ ਹੁਕੂਮਤ ਨੇ, ਇਹ ਬੜੀ ਜ਼ਿਆਦਾ ਮਾੜੀ ਗੱਲ ਸੀਗੀ। ਇਹਦੇ ਵਿੱਚ ਬੱਚਿਆਂ ਨੂੰ ਕੋਹ ਕੇ ਮਾਰਨਾ, ਇਸ ਤਰ੍ਹਾਂ ਦਾ ਬਲੀਦਾਨ ਦੇਣਾ ਹੋਰ ਕਿਸੇ ਧਰਮ ਵਿੱਚ ਨਹੀਂ ਆਉਂਦਾ। ਗੁਰੂ ਸਾਹਿਬ ਨੇ ਤਾਂ ਆਪਣਾ ਸਰਬੰਸ ਹੀ ਦਾਨ ਕਰ ਦਿੱਤਾ ਸੀ ਤੇ ਆਪ ਵੀ ਵਾਰੇ ਗਏ ਸੀ ਦੇਸ਼ ਦੀ ਕੌਮ ਤੋਂ ਦੀ। ਇਹ ਸੀ ਬਹੁਤ ਵੱਡੀ ਉਦਾਹਰਣ ਆ ਪੂਰੀ ਦੁਨੀਆ ਦੇ ਵਿੱਚ। ਜੋ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ SGPC ਜੋ ਇਹਦੇ ਉੱਤੇ ਇਤਰਾਜ਼ ਕਰਦੀ ਹੈ ਕਿ ਇਹ ਨਾਂ ਨਹੀਂ ਰੱਖਣਾ ਚਾਹੀਦਾ ਭਾਰਤ ਸਰਕਾਰ ਨੂੰ, ਨਾ ਹੋਣਾ ਚਾਹੀਦਾ ਸਾਹਿਬਜ਼ਾਦਾ ਸ਼ਹਾਦਤ ਦਿਵਸ। ਵੈਸੇ ਠੀਕ ਉਹਨਾਂ ਦੀ ਗੱਲ, ਜਦੋਂ ਵੀਰ ਬਾਲ ਦਿਵਸ ਦਾ ਨਾਂ ਦਿੱਤਾ, ਉਹਨਾਂ ਤੇ ਕਿਹਾ ਵੈਸੇ ਸਾਡੇ ਨਾਲ ਸੂਝਵਾਨ ਹੋਰ ਸੀਗੇ। ਵੀਰ ਦਾ ਵੈਸੇ ਅਰਥ ਤਾਂ ਉਹੀ ਹੈ, ਬਹਾਦਰ ਯੋਧੇ ਤਾਂ ਹੁੰਦਾ ਹੀ ਆ, ਪਰ ਕਈ ਵਾਰੀ ਇਹਦਾ ਮੀਨਿੰਗ ਦੂਜੇ ਪਾਸੇ ਵੀ ਹੈ ਨਾ। ਵੀਰ ਤੁਸੀਂ ਆਪਣੇ ਭਰਾ ਨੂੰ ਵੀ ਕਹਿ ਦਿੰਦੇ ਜੇ, ਉਹ ਵੀ ਹੈ, ਪਰ ਸ਼ਹਾਦਤ ਦਾ ਦਿਨ ਜਿਹੜਾ ਸੀ ਉਹਨਾਂ ਨੇ ਕਿਹਾ ਕਿ ਬਾਲ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਿਵਸ ਬੜਾ ਅੱਛਾ ਸੀਗਾ। ਹੋਰ ਵੀ ਇਹਦੇ 'ਚ ਕਈ ਵਰਡ ਆ ਸਕਦੇ ਸੀਗੇ। ਬੜੇ ਜਿਹੜੇ ਅੱਛੇ ਸੂਝਵਾਨ ਤੇ ਜਿਹੜੇ ਲੋਕ ਬੁੱਧੀਜੀਵ ਨੇ, ਜਿਹੜੇ ਇਤਿਹਾਸ ਨੂੰ ਜਾਣਦੇ ਆ, ਉਹਨਾਂ ਕੋਲੋਂ ਰਾਏ ਲੈ ਲੈਣੀ ਚਾਹੀਦੀ ਸੀ ਇਹਨਾਂ ਨੂੰ। ਸ਼੍ਰੋਮਣੀ ਕਮੇਟੀ ਦੀ ਵੀ ਇਹ ਗੱਲ ਵੈਸੇ ਦਰੁਸਤ ਹੈਗੀ ਆ, ਕਿਉਂਕਿ ਉੱਥੇ ਦਿੱਲੀ 'ਚ ਬੈਠੇ ਨੇ ਜਿਹੜੇ, ਉਹਨਾਂ ਨੇ ਉਹ ਬਿਲਕੁਲ ਇਹਨਾਂ ਦਾ ਬਾਲ ਦਿਵਸ ਤਾਂ ਹੈ ਹੀ ਅੱਗੇ ਪੱਲੇ, ਇਹਨਾਂ ਨੇ ਜੋੜਿਆ ਕਿ ਵੀਰ ਹੈ ਨਾ, ਇਹਨੂੰ ਕਿਸੇ ਤਰੀਕੇ ਨਾਲ ਇਹਦੇ ਨਾਲ ਬੜਾ ਖਿੱਚਦਾਇਕ ਬਣ ਸਕਦਾ ਸੀ, ਹੋਰ ਵੀ ਜਿਹੜੇ ਲੋਕਾਂ ਦੇ ਮਨ ਨੂੰ ਪਾ ਜਾਂਦਾ। ਇਹ ਗੱਲ ਹੈ ਸੀ। ਹਾਲਾਂਕਿ ਜਿਹੜੀ ਇਸ ਵੇਲੇ ਮੌਕੇ ਦੀ ਹਕੂਮਤ ਆ ਦਿੱਲੀ ਦੇ ਤਖਤ 'ਤੇ ਬੈਠੀ ਹੈ, ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਨਿਭਾਇਆ। ਔਰ ਉਹ ਧਿਆਨ ਚੰਦ ਸਟੇਡੀਅਮ ਦੇ ਵਿੱਚ ਸਾਰਾ ਕੀਤਾ ਗਿਆ, ਸੈਲੀਬ੍ਰੇਟ ਕੀਤਾ ਗਿਆ। ਉਹਦੇ 'ਚ ਬਹੁਤ ਬੱਚੇ, 8000 ਤੋਂ ਵੱਧ ਬੱਚਾ ਸੀ। ਉਹਨਾਂ ਨੇ ਕੀਰਤਨ ਵੀ ਕੀਤਾ, ਬੱਚਿਆਂ ਨੇ ਭਾਸ਼ਣ ਵੀ ਦਿੱਤੇ, ਔਰ ਬੱਚੇ ਬੜੇ ਸੋਹਣੇ ਪਿਆਰੇ ਬਣ ਕੇ ਆਏ ਸੀਗੇ। ਜ਼ਿਆਦਾ ਸ਼ਮੂਲੀਅਤ ਖੰਨਾ ਜੀ ਉੱਥੇ ਬੱਚਿਆਂ ਦੀ ਸੀ, ਉਹਨਾਂ ਦੇ ਪੇਰੈਂਟਸ ਦੀ ਸੀ, ਟੀਚਰ ਸੀ ਨਾਲ। ਔਰ ਇਹ ਗੱਲ ਬੜੀ ਅੱਛੀ ਹੈ। ਅੱਗੇ ਵੀ ਉਹਨਾਂ ਨੇ ਗੁਰੂ ਰਾਮਦਾਸ ਜੀ ਦਾ ਉੱਥੇ ਗੁਰਪੁਰਬ ਮਨਾਇਆ ਸੀ ਦਿੱਲੀ ਵਿੱਚ, ਔਰ ਬਹੁਤ ਵੱਡੇ ਕੀਰਤਨ ਜਥੇ ਆਏ ਸੀ, ਬੜੇ 33 ਸਾਜ਼ਾਂ ਨਾਲ ਕੀਰਤਨ ਹੋਇਆ ਸੀਗਾ। ਇਹ ਤਾਂ ਕ੍ਰੈਡਿਟ ਜਾਂਦਾ BJP ਸਰਕਾਰ ਨੂੰ। ਬਹੁਤ ਅੱਛੀ ਗੱਲ ਆ ਕਿ ਉਹਨਾਂ ਨੇ ਜਿਹੜੇ ਸ਼ਹੀਦੀ ਦਾ ਦਿਵਸ ਨੂੰ ਮਨਾਇਆ। ਪਰ ਗੱਲ ਰਹੀ ਟਾਈਟਲ ਦੀ, ਉਹ ਕੋਈ ਇੱਦਾਂ ਦੀ ਬਹੁਤੀ ਹੈ ਵੀ ਨਹੀਂ ਗੱਲ। ਜੇ ਇਹਨੂੰ ਅਸੀਂ ਤਰੀਕੇ ਨਾਲ ਮਨਾਇਆ ਤਾਂ ਸ਼ਹਾਦਤ ਦਿਵਸ ਹੀ ਹੈ ਸਾਰਾ ਕੁਝ। ਜੇ ਟਾਈਟਲ ਹੋਰ ਦੇ ਦਿੰਦੇ ਤਾਂ ਹੋਰ ਜ਼ਿਆਦਾ ਲੋਕ ਇਹਨੂੰ ਪਸੰਦ ਕਰਦੇ। ਪਰ ਫਿਰ ਵੀ ਕਈ ਵਾਰੀ ਧਾਰਮਿਕ ਸੰਸਥਾਵਾਂ ਕਈ ਤਰ੍ਹਾਂ ਦੀਆਂ ਆਲੋਚਨਾ ਕਰ ਦਿੰਦੀਆਂ, ਉਹ ਹੈ। ਪਰ ਇਹਦੇ ਵਿੱਚ ਪੂਰੇ ਲੋਕਾਂ ਵੱਲੋਂ ਕੋਈ ਗੁੱਸਾ ਗੱਲ ਨਹੀਂ ਆਇਆ ਖੰਨਾ ਜੀ। ਜੇ ਤੁਸੀਂ ਇਹ ਗੱਲ ਨੂੰ ਦਰੁਸਤ ਕਰਨਾ ਚਾਹੋ, ਪੂਰੇ ਜਿਹੜੇ ਲੋਕ ਸਿੱਖ ਹਕੂਮਤ ਆ, ਸਿੱਖ ਜਿਹੜੇ ਲੋਕ ਨੇ ਜਾਂ ਜਿਹੜੇ ਇਸ ਸਮੁਦਾਇ ਨਾਲ ਜੁੜੇ ਨੇ, ਔਰ ਹਿੰਦੂ ਨੇ, ਵਿੱਚ ਮੁਸਲਮਾਨ ਨੇ, ਸਾਰਿਆਂ ਨੇ ਮੰਨਿਆ। ਔਰ ਇਹ ਇਕੱਲੇ ਸਿੱਖਾਂ ਦਾ ਤਾਂ ਨਹੀਂ ਤਿਉਹਾਰ ਜਾਂ ਸ਼ਹਾਦਤ ਦਾ ਦਿਵਸ ਸਾਰਿਆਂ ਲਈ ਸੀਗਾ। ਸਾਰੇ ਲੋਕਾਂ ਨੇ ਇਹਨੂੰ ਬੜੇ ਸਤਿਕਾਰ ਨਾਲ ਨਵਾਜਿਆ, ਸਤਿਕਾਰ ਨਾਲ ਲੋਕਾਂ ਨੇ ਵੇਖਿਆ ਤੇ ਸੁਣਿਆ। ਬਿਲਕੁਲ ਆਪਾਂ ਅੱਗੇ ਵਧਦੇ ਹਾਂ, ਕਿਉਂਕਿ ਦੇਸ਼ ਵਾਸਤੇ, ਕੌਮ ਵਾਸਤੇ ਆਪਣਾ ਆਪਾ ਵਾਰ ਦੇਣਾ, ਇਸ ਤੋਂ ਵੱਡੀ ਕੋਈ ਹੋਰ ਸ਼ਹਾਦਤ ਦੀ ਮਿਸਾਲ ਸਾਰੇ ਇਤਿਹਾਸ ਵਿੱਚ, ਸਾਰੀ ਦੁਨੀਆ ਦੇ ਇਤਿਹਾਸ ਵਿੱਚ ਕਿਤੇ ਨਹੀਂ ਮਿਲਦੀ ਜੀ। ਆਪਾਂ ਅੱਗੇ ਵਧਦੇ ਹਾਂ। ਅੱਗੇ ਹੈ ਕਿ ਸਰਕਾਰ ਵੱਲੋਂ ਅਪਣਾਈ ਜਾ ਰਹੀ ਦੋਗਲੀ ਨੀਤੀ ਦਾ ਪਰਦਾਫਾਸ਼। ਕਿਸਾਨ ਮਜ਼ਦੂਰ ਕਮੇਟੀ, ਕਿਉਂਕਿ ਉਹ ਹਮੇਸ਼ਾ ਇਹ ਸ਼ਿਕਾਇਤ ਕਰਦੇ ਨੇ ਕਿ ਤੁਸੀਂ ਧਰਨੇ ਚੁਕਵਾ ਦਿੰਦੇ ਹੋ, ਰੋਸ ਪ੍ਰਦਰਸ਼ਨ ਬੰਦ ਕਰਵਾ ਦਿੰਦੇ ਹੋ, ਵਾਅਦੇ ਕਰਕੇ ਮੀਟਿੰਗਾਂ ਰਖਵਾਉਂਦੇ ਹੋ, ਗੱਲ ਉੱਥੇ ਦੀ ਉੱਥੇ ਰਹਿੰਦੀ ਹੈ, ਝੂਠ ਬੋਲਦੇ ਹੋ ਸਾਡੇ ਨਾਲ, ਜੋ ਵਾਅਦਾ ਕਰਦੇ ਹੋ ਉਹ ਪੁਗਾਉਂਦੇ ਨਹੀਂ। ਤਾਂ ਸਿਰਫ ਧਰਨੇ ਬੰਦ ਕਿਵੇਂ ਕਰਵਾਉਣੇ ਨੇ, ਧਰਨੇ ਚੁਕਵਾਉਣੇ ਕਿਵੇਂ ਨੇ, ਪ੍ਰਦਰਸ਼ਨ ਕਿਵੇਂ ਬੰਦ ਕਰਵਾਉਣੇ ਨੇ, ਇੱਥੇ ਤੱਕ ਤੁਸੀਂ ਰਾਜਨੀਤੀ ਸਾਡੇ ਨਾਲ ਖੇਡਦੇ ਹੋ, ਗੱਲ ਉੱਥੇ ਦੀ ਉੱਥੇ ਰਹਿੰਦੀ ਹੈ। ਇਹ ਸਰਕਾਰ ਦੀ ਦੋਗਲੀ ਨੀਤੀ ਹੈ। ਕਿਸਾਨਾਂ ਨਾਲ ਹਮੇਸ਼ਾ ਇਹ ਇੱਕ ਠੱਗੀ ਵੱਜਦੀ ਪਈ ਹੈ। ਹਾਂ, ਗੱਲ ਤਾਂ ਸਹੀ ਆ। ਦੋਗਲੀ ਨੀਤੀ ਦਾ ਮਤਲਬ ਹੈਗਾ ਕਿ ਕਦੀ ਇੱਧਰ ਤੇ ਕਦੀ ਉੱਧਰ, ਕਦੀ ਉਹ ਛਾਬੇ 'ਚ ਬਹਿ ਜਾਣਾ, ਕਦੀ ਉੱਧਰ 'ਚ। ਜਦੋਂ ਇਹਨਾਂ ਦਾ ਛਾਬਾ ਹਾਵੀ ਹੁੰਦਾ, ਉਦੋਂ ਚੁੱਕ ਕੇ ਤੇ ਦੂਜੇ ਪਾਸੇ ਆ ਜਾਂਦੇ। ਉਹਦੇ ਵਿੱਚ ਹੈ ਜਗਜੀਤ ਸਿੰਘ ਡੱਲੇਵਾਲ ਨੇ ਆਪਣਾ ਡੈਥ ਦੇ ਬਾਰੇ ਰੱਖਿਆ ਸੀਗਾ ਭੁੱਖ ਹੜਤਾਲ, ਔਰ ਉਹਦੇ ਵਿੱਚ ਰਾਤ 2 ਰਾਤਾਂ 3 ਰਾਤਾਂ
ਉਹ ਬਿਲਕੁਲ ਕਮਜ਼ੋਰ ਹੋ ਗਏ ਸੀ। ਫਿਰ ਇੱਥੋਂ ਕੈਬਨਿਟ ਮੰਤਰੀ ਗਏ, ਉਹਨਾਂ ਰਾਤੋਂ ਰਾਤ ਮਨਾਇਆ ਉਹਨਾਂ ਨੂੰ ਪਤਾ ਲੱਗਾ ਕਿ ਕਿਸਾਨਾਂ ਦਾ ਸੁਰ ਤਿੱਖਾ ਵਾ, ਨਹੀਂ ਤੇ ਇਹਦੇ ਵਿੱਚ ਅਸੀਂ ਸਾਡੇ ਅਗੇਂਸਟ ਲੋਕ ਹੋ ਜਾਣਗੇ। ਉਹਨਾਂ ਨੇ ਉਠਾ ਦਿੱਤਾ, ਸ਼ਾਂਤੀ ਹੋ ਗਈ, ਆਂਦੇ ਮੰਗਾਂ ਪ੍ਰਵਾਨ ਕਰ ਲਈਆਂ, ਅਸੀਂ ਤੁਹਾਨੂੰ ਕੱਲ੍ਹ ਤੱਕ ਮੀਟਿੰਗ ਕਰਾਂਗੇ, ਕੈਬਨਿਟ ਮੀਟਿੰਗ, ਤੁਹਾਡਾ ਸਾਰਾ ਕੁਝ ਮਸਲਾ ਹੱਲ ਹੋ ਜਾਊਗਾ। ਫਿਰ ਕੀ ਹੋਇਆ? ਫਿਰ ਪਰਨਾਲਾ ਉੱਥੇ ਦਾ ਉੱਥੇ ਗੱਲ ਰਹੀ, ਕੁਛ ਗੱਲ ਨਹੀਂ ਬਣੀ। ਫਿਰ ਇਹਨਾਂ ਨੇ ਸਾਰੇ ਪੰਜਾਬ ਦੇ ਜਿਹੜੇ ਟੋਲ ਟੈਕਸ ਹੈ ਉਹਨਾਂ ਨੂੰ ਰੋਕਣ ਲਈ ਵੀ ਉਹਨਾਂ ਨਾਲ ਗੱਲ ਕੀਤੀ। ਉਹਨਾਂ ਨੇ ਕਿਹਾ ਵੀ ਸਾਡੇ ਵਾਸ ਦੀ ਗੱਲ ਨਹੀਂ, ਇਹ ਤਾਂ ਸੈਂਟਰ ਦਾ ਮਹਿਕਮਾ। ਫਿਰ ਉਹਨਾਂ ਨੇ ਭੁੱਖ ਹੜਤਾਲ ਰੱਖੀ, ਧਰਨੇ ਲਾਤੇ, ਉਹ ਬੰਦ ਅੱਜ ਕੱਲ੍ਹ। ਲੋਕ ਇਸ ਵੇਲੇ ਬੜੇ ਆਰਾਮ ਨਾਲ ਨਿਕਲ ਰਹੇ ਆ। ਇਹ ਦੂਜੀ ਜਿੱਤ ਹੋ ਗਈ ਉਹਨਾਂ ਦੀ, ਕਿਉਂਕਿ ਇਹਨਾਂ ਨੇ ਅਜੇ ਜਨਵਰੀ ਤੱਕ ਹੈਗਾ ਅਤੇ ਕੜਕਦੀ ਠੰਡ ਵਿੱਚ ਉਸੇ ਤਰ੍ਹਾਂ ਧਰਨੇ 'ਤੇ ਬੈਠੇ ਰਹਿੰਦੇ ਜੀ। ਨੰਬਰ 2 'ਤੇ ਇਹਨਾਂ ਨੇ ਕਿਹਾ ਸੀ MSP ਜਿਹੜੀ ਆ ਉਹਦੇ 'ਤੇ ਜਿਹੜਾ ਪੈਸਾ ਅਸੀਂ ਲੈਣਾ ਵਾਂਗੇ, ਜਿਹੜੀ ਜਿਨਸਾਂ ਵੇਚਣੀਆਂ, ਉਹ ਸੈਂਟਰ ਨਾਲ ਗੱਲ ਕਰਕੇ ਸਾਨੂੰ ਦੱਸੋ। ਭਗਵੰਤ ਮਾਨ ਸਰਕਾਰ ਨੇ ਸਿਰਫ ਉਹਨਾਂ ਨੂੰ ਮੂੰਗੀ ਦੇ ਝੋਨੇ ਦਾ ਥੋੜ੍ਹਾ ਬਹੁਤ ਰੇਟ ਜਿਹੜੇ ਉਹ ਵਾਜਬ ਤਰੀਕੇ ਨਾਲ ਲੈ ਦਿੱਤੇ। ਫਿਰ ਇਹਨਾਂ ਨੂੰ ਖਰੀਦਣ ਵਾਲਾ ਕੋਈ ਨਾ ਮਿਲੇ, ਉਹਦੇ ਵਿੱਚ ਇਹ ਰਹਿ ਗਿਆ। ਕਿਸਾਨਾਂ ਦੀਆਂ ਜਿੰਨੀਆਂ ਮੰਗਾਂ ਨੇ ਉਸੇ ਤਰ੍ਹਾਂ ਲਟਕ ਰਹੀਆਂ, ਉਸੇ ਤਰ੍ਹਾਂ ਠੰਡੇ ਬਸਤੇ ਵਿੱਚ ਹੀ ਆ। ਇਹਨਾਂ ਨੇ ਤਦੇ ਕਿਹਾ ਕਿ ਦੋਗਲੀ ਨੀਤੀ ਹੈ। ਫਿਰ ਇਹਨਾਂ ਨੇ ਕਿਹਾ ਹੁਣ ਸਰਕਾਰ ਨੇ ਕਿ ਅਸੀਂ ਕੈਬਨਿਟ ਮੀਟਿੰਗ ਕਰਾਂਗੇ, ਉਹਦੇ ਵਿੱਚ ਅਸੀਂ ਇਹ ਕਰਾਂਗੇ। ਫਿਰ ਇਹ ਪੱਲਾ ਝਾੜ ਦਿੰਦੇ ਕਿ ਸਾਡੇ ਵਾਸ ਦੀ ਗੱਲ ਨਹੀਂ, ਫਿਰ ਤਾਂ ਕੇਂਦਰ ਕੋਲ ਹੈਗੀ ਆ। ਉੱਥੇ ਵੀ ਅਮਿਤ ਸ਼ਾਹ ਗ੍ਰਹਿ ਮੰਤਰੀ ਉਹਨਾਂ ਨਾਲ ਗੱਲ ਕੀਤੀ ਹੈ, ਗਡਕਰੀ ਉਹਨਾਂ ਮੰਤਰੀ ਨਾਲ ਗੱਲ ਕੀਤੀ ਆ। ਉਹ ਕਹਿੰਦੇ ਪੰਜਾਬ ਦਾ ਹੈਗਾ, ਉਹ ਕਦੀ ਕਿਸਾਨ ਉੱਧਰ ਜਾਂਦੇ, ਕਦੀ ਉੱਧਰ ਜਾਂਦੇ ਆ। ਪਰ ਇੱਕ ਜਿੱਤ ਉਹਨਾਂ ਦੀ ਪੂਰੀ ਹਾਸਲ ਕਰ ਲਈ, ਜਿਹਦੇ ਵਿੱਚ 3 ਕਾਨੂੰਨ, ਕਾਲੇ ਕਾਨੂੰਨ ਜਿਹੜੇ ਉਹ ਅਸੀਂ ਰੱਦ ਕਰਵਾ ਦਿੱਤੇ। ਹੁਣ ਗੱਲ ਰਹਿ ਗਈ ਹੈ, ਇਹ ਹੁਣ ਇਸ ਵੇਲੇ ਬਾਲ ਇਹਨਾਂ ਨੇ ਸੁੱਟਿਆ ਹੈਗਾ ਪੰਜਾਬ ਸਰਕਾਰ ਲਈ। ਪੰਜਾਬ ਸਰਕਾਰ ਕਹਿੰਦੀ ਸਾਡੇ ਕੋਲ ਕਦੀ ਖਜ਼ਾਨੇ 'ਚ ਪੈਸਾ ਹੈ ਨਹੀਂ, ਸਾਡੇ ਕੋਲ ਜੀ ਅਜੇ ਯੋਜਨਾਵਾਂ ਨਹੀਂ ਬਣੀਆਂ ਜੀ, ਸਾਡੇ ਕੋਲ ਨਹੀਂ ਹੈਗਾ। ਕਿਸਾਨਾਂ ਦੇ ਮਾਮਲੇ ਜੇ ਉਸੇ ਤਰ੍ਹਾਂ ਲਟਕਦੇ ਰਹਿੰਦੇ ਆ, ਤਾਂ ਕਿ ਆਉਣ ਵਾਲੀਆਂ ਫਸਲਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਵੇਚਣ ਲਈ ਨਾ ਤਾਂ ਕੋਈ ਆੜ੍ਹਤੀਏ ਮਿਲਦੇ ਉਹਨਾਂ ਨੂੰ ਪਹਿਲੋਂ ਐਡਵਾਂਸ ਪੈਸਾ ਕੋਈ ਮਿਲਿਆ ਹੈਗਾ। ਇਸ ਵੇਲੇ ਜਿਹੜੀ ਹੈ ਕਣਕ ਹੁਣ ਵੱਡੀ ਹੋ ਰਹੀ ਹੈ, ਕਿਉਂਕਿ ਠੰਡ ਦੇ ਦਿਨ ਨੇ, ਅਜੇ ਤੱਕ ਗਰੋਥ ਥੋੜ੍ਹੀ ਉਹਨਾਂ ਦੀ ਤਾਂ ਨਹੀਂ ਹੈਗੀ। ਮਾਰਚ ਤੱਕ ਤਾਂ ਕਣਕਾਂ ਨਿਸਰ ਆਉਣੀਆਂ, ਅਪ੍ਰੈਲ 'ਚ ਫਿਰ ਕੱਟੀਆਂ ਜਾਣੀਆਂ, ਵਿਸਾਖੀ ਤੋਂ ਪਹਿਲਾਂ ਕੱਟਣੀਆਂ ਸ਼ੁਰੂ ਹੋ ਜਾਂਦੀਆਂ। ਉਹਦੇ ਲਈ ਜਿਹੜਾ ਨਾ ਕੋਈ ਵਾਜਬ ਭਾਅ ਅਜੇ ਤੱਕ ਮਿਲਿਆ, ਅਤੇ ਨਾ ਉਹਦੇ ਲਈ ਦੱਸਿਆ ਵੀ ਬਾਰਦਾਨਾ ਕਿੱਥੇ ਹੈ, ਕਿੱਥੇ ਤੁਸੀਂ ਪਾ ਕੇ ਲਿਆਉਣਾ, ਕਿੱਥੇ ਮੰਡੀਆਂ ਆਈਆਂ, ਢੋਆ ਢੁਆਈ ਕੀ ਕਰਨੀ ਹੈ। ਇਹ ਗੱਲਾਂ ਸਾਰੀਆਂ ਹੀ ਉਸ ਕਿਸਾਨ ਨੂੰ ਪਤਾ ਵਾ ਜਿਹੜਾ ਆਪ ਖੇਤੀ ਕਰ ਰਿਹਾ। ਇਹ ਗੱਲ ਬਹੁਤ ਮਾੜੀ ਵੀ ਹੈ, ਇਸੇ ਕਰਕੇ ਉਹਨਾਂ ਨੇ ਇਹਦਾ ਨਾਂ ਲਿਆ ਤਾ ਕਿ ਦੋਗਲੀ ਨੀਤੀ ਹੈ। ਤੇ ਤੇਗਲੀ ਨੀਤੀ ਤੇ ਤਿਗਲੀ ਤਾਂ ਹੁੰਦੀ ਕੋਈ, ਦੋਗਲੀ ਹੈ। ਕਹਿਣਾ ਕੁਛ ਤੇ ਕਰਨਾ ਕੋਈ। ਹਾਂ ਬਸ ਉਹੀ। ਵੈਸੇ ਦੇਖਿਆ ਜਾਵੇ ਤਾਂ ਕਿਸਾਨਾਂ ਨਾਲ ਮਾੜਾ ਹੋ ਰਿਹਾ। ਸਹੀ ਗੱਲ। ਔਰ ਇਹ ਤਕਰੀਬਨ 2-2.5 ਸਾਲ ਜਾਂ 3 ਸਾਲ ਹੋ ਗਏ ਨੇ, ਔਰ ਉਸ ਤੋਂ ਪਹਿਲਾਂ ਵੀ ਦੇਖੋ, ਮਤਲਬ ਹਰ ਬੰਦਾ ਆਪਣੀ ਪ੍ਰੋਡਕਟ ਦਾ ਮੁੱਲ ਖੁਦ ਨਿਰਧਾਰਿਤ ਕਰਦਾ। ਈਵਨ ਸੜਕ ਦੇ ਕੰਢੇ ਬੈਠ ਕੇ ਜੋ ਮੂੰਗਫਲੀ ਵੀ ਵੇਚਦੇ ਪਏ ਨੇ ਅੱਜ ਸਰਦੀਆਂ ਦੇ ਵਿੱਚ, ਜਾਂ ਜੁੱਤੀਆਂ ਦਾ ਵੀ ਰਿਪੇਅਰ ਦਾ ਕੰਮ ਕਰਦੇ ਨੇ, ਉਹ ਕਰਮਚਾਰੀ ਵੀ ਕੰਮ ਕਰਦੇ ਪਏ ਨੇ। ਕਈ ਦਰਜੀ ਦਾ ਕੰਮ ਕਰਦੇ ਨੇ, ਕੱਪੜਿਆਂ ਦਾ ਕੰਮ ਕਰਦੇ ਨੇ, ਉਹ ਬੈਠੇ ਨੇ ਸੜਕ ਦੇ ਬੱਚੇ ਪਾਲਣੇ ਆ, ਰੋਟੀ ਖਾਣੀ ਹੈ, ਕਰਨਾ ਹੀ ਪੈਣਾ। ਇਹ ਸਾਡੇ ਭਾਰਤ ਦੀ ਸਥਿਤੀ ਹੈ। ਉਹ ਵੀ ਆਪਣਾ ਰੇਟ ਖੁਦ ਤੈਅ ਕਰਦੇ ਨੇ। ਮੈਂ ਇੰਨਾ ਲਊਂਗਾ, ਮੈਂ 10 ਰੁਪਏ ਲਊਂਗਾ, ਮੈਂ 20 ਰੁਪਏ ਲਊਂਗਾ। 200 ਰੁਪਏ ਕਿਲੋ ਮੂੰਗਫਲੀ ਹੈ। ਪਾਲਿਸ਼ ਪਹਿਲਾਂ 10 ਰੁਪਏ ਸੀ, ਹੁਣ 20 ਰੁਪਏ ਹੋ ਰਹੀ ਹੈ। ਪਾਲਿਸ਼ ਦੇ ਬੂਟ ਤੁਸੀਂ ਪਾਲਿਸ਼ ਕਰਾ ਰਹੇ ਜੇ ਤਾਂ ਲੈਣਗੇ ਅਗਲੇ, ਕਿਉਂਕਿ ਤੁਹਾਡੇ ਸ਼ੂਜ਼ ਨੂੰ ਹੱਥ ਲਾ ਰਹੇ ਆ। ਜੁੱਤੀ ਨੂੰ ਕੋਈ ਹੱਥ ਲਾਉਣਾ ਸੌਖੀ ਗੱਲ ਨਹੀਂ ਹੁੰਦੀ, ਫਿਰ ਉਹਨੂੰ ਸਾਫ਼ ਕਰਦੇ। ਉਹ ਸਾਰੇ ਆਪਣੀ ਆਪਣੀ ਕੀਮਤ ਤੈਅ ਕਰਦੇ ਨੇ। ਕਿਸਾਨ ਨਹੀਂ ਤੈਅ ਕਰ ਸਕਦਾ, ਨਹੀਂ ਕਰ ਸਕਦੇ। ਕਿਸਾਨ ਦੀ ਫਸਲ ਦੀ ਕੀਮਤ ਦੂਜੇ ਤੈਅ ਕਰਨਗੇ। ਕਿਸਾਨ ਆਪਣੀ ਫਸਲ ਦੀ ਕੀਮਤ ਖੁਦ ਤੈਅ ਨਹੀਂ ਕਰ ਸਕਦਾ। ਇਹ ਗੱਲ ਮੈਨੂੰ ਸਮਝ ਨਹੀਂ ਆਈ ਅੱਜ ਤੱਕ, ਇਹ ਗੱਲ ਕੀ ਹੈ? ਇਹ ਗੱਲ ਵੈਸੇ ਸਹੀ ਆ, ਨੁਕਤਾ ਤੁਸੀਂ ਚੰਗਾ ਫੜਿਆ। ਪਤਾ ਕੀ ਹੈ, ਜਿਹੜਾ ਕਮਾਈ ਕਰਦਾ ਵਾ, ਜਿਹੜਾ ਚੀਜ਼ ਨੂੰ ਬਣਾਉਂਦਾ ਵਾ, ਮੈਨੂਫੈਕਚਰਰ ਆ, ਹੈ ਕਿ ਨਹੀਂ? ਇੰਡਸਟਰੀ ਤੁਸੀਂ ਦੇਖਿਆ, ਜਦੋਂ ਪ੍ਰੋਡਕਟ ਬਣਦੀ ਆ ਤਾਂ ਮਾਰਕੀਟ 'ਚ ਆਉਂਦੀ ਹੈ, ਤਾਂ ਉਹਨੂੰ ਤੈਅ ਕੌਣ ਕਰਦਾ? ਉਹਦਾ ਜਿਹੜਾ ਵੇਚ ਰਿਹਾ, ਜਿਹਨੇ ਵੇਚਣੀ ਆ। GST ਗੌਰਮੈਂਟ ਲਾਉਂਦੀ ਆ ਉਹਦੇ 'ਤੇ, ਪਰ ਵੇਚਣ ਦਾ ਜਿਹੜਾ ਤੈਅ ਕਰਨਾ ਮੁੱਲ ਉਹਦਾ ਹੈਗਾ ਇੰਡਸਟਰੀਲਿਸਟ ਦਾ। ਔਰ ਜਿਹੜੀ ਪ੍ਰੋਡਕਟ ਹੈ ਇਸ ਵੇਲੇ ਝੋਨਾ, ਕਣਕ ਹੈਗਾ, ਜੌਂ ਆ, ਬਾਜਰਾ ਵਾ, ਜਵਾਰ ਆ, ਮੱਕੀ ਆ, ਇਹ ਦਾਲਾਂ ਵਾ, ਇਹ ਸਾਰੀਆਂ ਕਿਸਾਨ ਦੀ ਜਿਹੜੀ ਹੈਗੀ ਆ ਕਮਾਈ ਆ। ਔਰ ਉਹ ਜਿਨਸਾਂ ਲੈ ਕੇ ਬੋਰੀਆਂ ਭਰ ਕੇ ਲੈ ਆਉਂਦਾ, ਉੱਤੇ ਬੋਲੀ ਕੌਣ ਕਰ ਰਿਹਾ? ਆੜ੍ਹਤੀਆ। ਕੌਣ ਕਰ ਰਿਹਾ? ਉਦੋਂ ਲੈ ਕੇ ਕੌਣ ਜਾ ਰਿਹਾ? ਨਾਲ ਦੇ ਜਿਹੜੇ ਪਨ ਸੱਪ ਵਾਲੇ ਆ, ਅਤੇ ਉਹਦੇ ਨਾਲ ਜਿਹੜੇ ਕਾਰਪੋਰੇਸ਼ਨ ਵਾਲੇ ਆ। ਔਰ ਉਹਦੇ ਵਿੱਚ ਕਈ ਏਜੰਸੀਆਂ ਪ੍ਰਾਈਵੇਟ ਆ ਜਿਹੜੀਆਂ ਉਹ ਉਹਨੂੰ ਖਰੀਦੋ ਫਰੋਖਤ ਕਰਦੀਆਂ, ਕੁਝ ਸਰਕਾਰ ਦੇ ਵੀ ਹੈਗੇ ਆ। ਅਤੇ ਪੱਲੇ ਕਿਹਦੇ ਪਊਗਾ ਝੂੰਗਾ? ਉਹ ਕਿਸਾਨ ਦੇ, ਜਿਹੜਾ ਵਿਚਾਰਾ ਸਰਦੀਆਂ 'ਚ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਬਾਹਰ ਪਾਣੀ ਲਾ ਕੇ ਕਮਾਈ ਕਰਦਾ ਵਾ। ਉਹਦਾ ਰੇਟ, ਤੁਹਾਡੀ ਗੱਲ ਸਹੀ ਹੈ, ਉੱਥੇ ਤੈਅ ਉਹ ਕਰਦੇ ਆ। ਜਦੋਂ ਕਿਸਾਨ ਟਰਾਲੀ ਲੱਦ ਕੇ ਜਿਣਸ ਦੀ ਜਾਂ ਝੋਨੇ ਦੀ ਮੰਡੀ ਲੈ ਕੇ ਜਾਂਦਾ, ਉਦੋਂ ਜਾ ਕੇ ਉਹ ਕਹਿੰਦੇ, ਉਹਨੂੰ ਪੁੱਛਦੇ ਕਿਸਾਨ ਕਿੱਥੇ ਚੱਲਿਆ? ਆਂਦਾ ਝੋਨਾ ਮੰਡੀ ਸੁੱਟਣ ਚੱਲਿਆ। ਮਤਲਬ ਸੁੱਟਣ ਹੀ ਚੱਲਿਆ। ਉਹਦਾ ਤੈਅ ਤਾਂ ਉਹਨਾਂ ਨੇ ਕਰਨਾ ਕੀਮਤ। ਇਹ ਗੱਲ ਬੜੀ ਮਾੜੀ ਹੈਗੀ ਆ। ਇਸ ਕਰਕੇ ਮਾੜੀ ਹੈਗੀ ਆ, ਕਮਾਉਂਦਾ ਕੋਈ ਅਤੇ ਉਹਦੀਆਂ ਸ਼ੁਰਲੀਆਂ ਉਡਾਉਂਦਾ ਕੋਈ। ਇਹ ਹੈ। ਮੈਂ ਕਈ ਵਾਰ ਸੋਚਦਾ, ਠੀਕ ਹੈ, ਆੜ੍ਹਤੀਆਂ ਦਾ ਇੱਕ ਕੰਮ ਹੈ, ਇਹ ਆੜ੍ਹਤੀ ਕਰਦੇ ਕੀ ਨੇ? ਕਈ ਵਾਰ ਮੈਂ ਸੋਚਦਾ ਕੋਈ ਇਹ ਨਹੀਂ ਕਿ ਕਿਸੇ ਦੇ ਖਿਲਾਫ ਕੋਈ ਗੱਲ ਹੈ, ਇੱਕ ਬਸ ਇੱਕ ਮਿਸਾਲ ਦੇ ਤੌਰ 'ਤੇ ਆਪਾਂ ਸੋਚਦੇ ਪਏ ਹਾਂ, ਕਣਕ ਕਿਨੇ
ਬੀਜੀ ਕਿਸਾਨ ਨੇ, ਮਿਹਨਤ ਕਿਹਨੇ ਕੀਤੀ? ਕਿਸਾਨ ਨੇ। ਸਬਜ਼ੀਆਂ ਦੀ ਗੱਲ ਲੈ ਲਓ, ਮਿਹਨਤ ਕਿਹਨੇ ਕੀਤੀ? ਕਿਸਾਨ ਨੇ। ਸਬਜ਼ੀਆਂ ਕਿਹਨੇ ਬੀਜੀਆਂ? ਕਿਸਾਨ ਨੇ। ਬੋਲੀ ਲਗਾਉਂਦੇ ਨੇ ਆੜਤੀਏ, ਤੇ ਅੱਗੋਂ ਵੇਚੇਗਾ ਕੌਣ? ਜਿਹੜਾ ਘਰ ਘਰ ਤੁਰੇ ਫਿਰਦੇ ਨੇ ਰੇਹੜੀਆਂ ਤੇ ਰੱਖ ਕੇ, ਜਾਂ ਸਬਜ਼ੀਆਂ ਵਾਲੇ, ਉਹ ਵੀ ਮਿਹਨਤ ਕਰਦੇ ਪਏ। ਇਹ ਸਿਰਫ ਉਹਨੇ ਕੁ ਵਜੇ 4, 4:30 ਜਾਂ 5 ਵਜੇ ਉੱਥੇ ਪਹੁੰਚਦੇ ਨੇ, ਔਰ ਉੱਥੇ ਉਹ ਬੋਲੀਆਂ ਲਾਉਂਦੇ ਨੇ, ਹੋ ਗਈ ਇੰਨੇ ਜੀ, ਹੋ ਗਈ ਇੰਨੇ ਜੀ, ਉਧਰੋਂ ਵੀ ਹਿੱਸਾ ਲਿੱਤਾ, ਉਧਰੋਂ ਵੀ ਹਿੱਸਾ ਲਿੱਤਾ, ਪੈਸੇ ਵੀ ਲਿੱਤੇ। ਇਹ ਕਿਸ ਗੱਲ ਦੇ? ਇਹ ਕਿਸ ਗੱਲ ਦੇ? ਇਹ ਕੋਈ ਕੰਮ ਤਾਂ ਕੀਤਾ ਨਹੀਂ ਇਹਨਾਂ ਨੇ, ਕੋਈ ਕੰਮ ਨਹੀਂ ਕੀਤਾ। ਮਿਹਨਤ ਕਿਸਾਨ ਦੀ, ਅੱਗੋਂ ਮਿਹਨਤ ਵੇਚਣ ਵਾਲੇ ਦੀ। ਇਹ ਵਿੱਚ ਜਿਹੜੇ ਬੈਠੇ ਨੇ ਪੈਸੇ ਕਮਾਉਣ ਵਾਸਤੇ, ਇਹ ਸਭ ਤੋਂ ਵੱਧ ਮੁਨਾਫਾ ਇਹ ਕਮਾਉਂਦੇ ਨੇ। ਦਲਾਲੀ ਹੈ ਨਾ ਇੱਕ ਤਰ੍ਹਾਂ ਨਾਲ। ਤੁਹਾਨੂੰ ਮੈਂ ਹੋਰ ਗੱਲ ਦੱਸਦਾ, ਇੱਕ ਹੈਗਾ ਕੈਨੇਡਾ ਅਮਰੀਕਾ ਦੇ ਜਿਹੜੇ ਕੋਲੈਬੋਰੇਸ਼ਨ ਨਾਲ ਇੱਕ ਚੱਲਿਆ ਸੀ MBA, ਉਹਦੇ ਵਿੱਚ ਸੀਗਾ ਕਿ ਡਾਇਰੈਕਟ ਜਿੱਥੇ ਚੀਜ਼ ਬਣਦੀ ਆ, ਉਹ ਜਿਹੜਾ ਕੰਜ਼ਿਊਮਰ ਆ ਉਹਦੇ ਤੱਕ ਸਿੱਧੀ ਭੇਜੋ। ਜਿਹੜੇ ਵਿੱਚ ਵਿਚੋਲੇ ਹੈਗੇ ਆ, ਮਤਲਬ ਬਣੀ ਇੱਕ ਇੰਡਸਟਰੀ 'ਚ, ਉਹਦੋਂ ਬਾਅਦ ਇੱਕ ਨੇ ਖਰੀਦੀ, ਉਹਨੇ ਬਾਅਦ ਉਹਦਾ ਰੇਟ ਹੋਰ ਲਾਤਾ, ਉਦੋਂ ਬਾਅਦ ਜਿਹੜੇ ਬੰਦੇ ਨੇ ਅੱਗੇ ਬ੍ਰਾਂਚਿਸ ਹੈਗੀਆਂ ਉਹਦੇ ਕੋਲ ਆ ਗਈ, ਫਿਰ ਆ ਕੇ ਕੰਜ਼ਿਊਮਰ ਕੋਲ ਆਉਣੀ, 5 ਘਰਾਂ ਤੋਂ ਨਾਲ ਦੀ ਗੁਜ਼ਰ ਕੇ, ਤੇ ਫਿਰ ਉਹ ਦਿਖਾਉਣੀ ਆ। ਉਹਦੇ 'ਚ ਕਿੰਨੇ ਰੇਟ ਹੋਣਗੇ? 5 ਰੇਟ। ਠੀਕ ਹੈ, ਜੇ ਤੁਹਾਡਾ ਸਿੱਧਾ ਉੱਥੋਂ ਪ੍ਰੋਡਕਟ ਬਣ ਕੇ ਇੰਡਸਟਰੀ ਤੋਂ ਸਿੱਧੀ ਕੰਜ਼ਿਊਮਰ ਤੱਕ ਆ ਗਈ ਆ, ਤੇ ਰੇਟ ਕੀ ਰਹਿ ਗਿਆ? ਸਿਰਫ ਉਹਦਾ ਹੀ, ਕੋਈ ਟੈਕਸ ਨਹੀਂ, ਕੋਈ ਲੋਕਲ ਟੈਕਸ ਨਹੀਂ, ਕੋਈ ਹੋਰ ਟੈਕਸ ਨਹੀਂ ਗਏ, GST ਨਹੀਂ, ਕੁਛ ਨਹੀਂ, ਸਿੱਧਾ ਦਿਖਾਊਗਾ। ਜਿਹੜਾ ਜਿਹਨੇ ਉਸ ਚੀਜ਼ ਨੂੰ ਵਰਤਣਾ, ਜਿਹਨੇ ਉਹਨੂੰ ਖਾਣਾ ਪੀਣਾ, ਉਹਦੇ ਲਈ ਹੈਗਾ। ਇਹ ਹੋਇਆ, ਉਹ ਬਾਅਦ ਇੰਡੀਆ 'ਚ ਵੀ ਆਇਆ, ਇਹਨਾਂ ਨੇ ਹੌਲੀ ਹੌਲੀ ਇੰਡੀਆ 'ਚ ਵੀ ਖਿਸਕਾਤਾ। ਇੰਡੀਆ 'ਚ ਨਹੀਂ ਹੈਗਾ ਹੁਣ ਇਸ ਵੇਲੇ, ਬਹੁਤ ਚੱਲਿਆ ਸੀ ਪਹਿਲੋਂ। ਸਿੱਧੀਆਂ ਪ੍ਰੋਡਕਟ ਆਉਂਦੀਆਂ ਸਾਰੀਆਂ। ਇਹ ਕਿਸਾਨਾਂ ਨੂੰ ਵੀ ਯੂਨਾਈਟ ਹੋ ਕੇ ਇੱਦਾਂ ਦੀ ਚੀਜ਼ ਸੋਚਣੀ ਚਾਹੀਦੀ ਆ। ਕੰਜ਼ਿਊਮਰ ਉਹਨਾਂ ਦੇ ਆਪਣੇ ਨੇ, ਪੰਜਾਬ ਦੇ ਲੋਕ ਨੇ, ਉਹ ਆਪ ਵੀ ਕਣਕ ਵੇਚ ਕੇ ਮੁੜ ਕੇ ਆਪ ਵੀ ਆਟਾ ਉਹ ਹੀ ਲੈਂਦੇ ਆ। ਪਹਿਲਾਂ ਸਟੋਰਾਂ 'ਚ ਤਾਂ ਰਹਿੰਦੇ ਨੇ ਨਾ, ਆਲੂ ਪਹਿਲਾਂ ਦਿੰਦੇ ਆ, ਵੇਚਦੇ ਆ, ਆਲੂ ਗੰਢੇ ਉਹ ਵੀ ਬਾਹਰ ਲੈ ਕੇ ਫਿਰ ਆਪ ਖਾਂਦੇ ਆ। ਇਹ ਜਿਹੜੀ ਮਾਰਕੀਟ ਹੈ ਨਾ, ਮੰਡੀ ਹੈ, ਇਹਨੂੰ ਦਰੁਸਤ ਕਰਨ ਦੀ ਲੋੜ ਹੈ। ਸਹੀ ਗੱਲ ਕਿ ਇਹ ਇਹਨਾਂ ਦੀ ਆਊਟਪੁੱਟ ਕੀ ਹੈ, ਕੈਪੀਟਲ ਫਾਰਮੇਸ਼ਨ ਕੀ ਹੈ, ਇਹਦੇ ਨਾਲ ਦੇਸ਼ ਨੂੰ ਕੀ ਫਾਇਦਾ ਹੋ ਰਿਹਾ ਹੈ। ਕਿਸਾਨ ਨੇ ਆਪਣੀ ਮਿਹਨਤ ਕੀਤੀ, ਵੇਚਣ ਵਾਲਾ ਆਪਣੀ ਮਿਹਨਤ ਕਰਦਾ ਪਿਆ। ਇਹ ਜਿਹੜੀ ਜਮਾਤ ਵਿੱਚ ਬੈਠੀ ਹੈ, ਇਹ ਮਤਲਬ ਦਲਾਲੀ, ਇਹਨੂੰ ਕਮਿਸ਼ਨ, ਦਲਾਲੀ ਉਹ ਕਮਿਸ਼ਨ ਲੈਂਦੇ, ਕਮਿਸ਼ਨ ਹੈ। ਸੋ ਇਹ ਕਿਸ ਗੱਲ ਦੀ ਕਮਿਸ਼ਨ ਹੈ? ਇਹ ਰੇਟ ਕਿਸ ਆਧਾਰ ਤੇ ਤੈਅ ਕਰਦੇ ਨੇ? ਕਿਸਾਨ ਨੂੰ 5 ਰੁਪਏ ਮਿਲੇ, ਉੱਥੇ 15 ਰੁਪਏ ਵਿਕਦਾ ਪਿਆ, ਉਹ 15 ਰੁਪਏ ਦੀ ਵਿਕ ਗਈ। ਇਹ 10 ਰੁਪਏ ਵਿੱਚੋਂ ਜਿਹੜੇ ਵਧਦੇ ਪਏ ਨੇ, ਇਹ 10 ਰੁਪਏ ਕਿਹਦੀ ਜੇਬ 'ਚ ਜਾਂਦੇ ਪਏ ਨੇ, ਤੇ ਕਿਉਂ ਜਾਂਦੇ ਪਏ ਨੇ? ਇੱਕ ਬਹੁਤ ਵੱਡਾ ਰੀਜ਼ਨ ਹੈ। ਖੈਰ, ਇੰਪਲੋਇਮੈਂਟ ਹੈ। ਗੱਲ ਇਹ ਹੈ ਨਾ ਕਿ ਸਾਡੇ ਭਾਰਤ ਦੇ ਵਿੱਚ ਮੋਸਟਲੀ ਕੰਮ ਇੱਦਾਂ ਦੇ ਹੀ ਨੇ ਜਿਹਦੇ ਵਿੱਚ ਨਾ ਕਮਿਸ਼ਨਸ ਨੇ। ਕਮਿਸ਼ਨ ਦਾ ਹੀ ਮਤਲਬ ਦਲਾਲੀ ਹੁੰਦਾ ਹੈ, ਉਹ ਦਲਾਲੀ ਹੈ, ਕਮਿਸ਼ਨ ਨੇ। ਕੈਪੀਟਲ ਫਾਰਮੇਸ਼ਨ ਬਹੁਤ ਘੱਟ ਹੈ। ਕੰਮ ਕਰਨ ਵਾਲੇ ਔਰ ਸਹੀ ਤਰੀਕੇ ਨਾਲ ਸਰਕਾਰ ਨੂੰ ਫਾਇਦਾ ਦੇਣ ਵਾਲੇ ਘੱਟ ਨੇ। ਅਸਲ 'ਚ ਪਤਾ ਚੱਕਰ ਕੀ ਹੈ? ਚੱਕਰ ਇਹ ਹੈਗਾ ਮੇਨ, ਜਦੋਂ ਚੀਜ਼ਾਂ ਆਉਂਦੀਆਂ, ਜਿਨਸਾਂ ਮੰਡੀਆਂ 'ਚ ਆ ਜਾਂਦੀਆਂ, ਫਿਰ ਸਟੋਰ ਕੌਣ ਕਰਦਾ? ਜਿਹੜੇ ਬਲੈਕ ਕਰਦੇ ਆ, ਜਿਨ੍ਹਾਂ ਨੇ ਸਟੋਰ ਬਣਾਏ ਆ। ਕਿਸਾਨ ਕੋਲ ਤਾਂ ਸਟੋਰ ਹੈ ਨਹੀਂ ਕੋਈ ਵੀ। ਆਲੂ ਆਪਣੇ ਸਟੋਰ 'ਚ ਲਾ ਲੈਣੇ ਆ, ਹੈ ਨਾ, ਪਿਆਜ਼ ਆਪਣੇ ਸਟੋਰ 'ਚ ਲਾ ਲੈਣੇ ਆ। ਜਦੋਂ ਮਾਰਕੀਟ 'ਚ ਆ ਗਏ, ਮਾਰਕੀਟ 'ਚ ਜਦੋਂ ਰੇਟ ਆਇਆ, ਕਹਿਣਾ ਜੀ ਹੈ ਹੀ ਨਹੀਂ ਕੁਛ ਵੀ, ਸਾਡੇ ਕੋਲ ਤਾਂ ਮਾਰਕੀਟ 'ਚ ਖਤਮ ਹੀ ਹੋ ਗਿਆ, ਆਲੂ ਕਿਉਂ ਘੱਟ ਹੋਇਆ ਹੈਗਾ, ਗੰਡਾ ਵੀ ਹੈ ਨਹੀਂ, ਪਿਆਜ਼ ਵੀ ਹੈ ਨਹੀਂ। ਫਿਰ ਕਿੱਥੋਂ ਬਣਾਓਗੇ? ਨਾਸਿਕ ਤੋਂ, ਮਹਾਰਾਸ਼ਟਰ ਤੋਂ, ਉੱਥੋਂ ਮੰਗਾਓਗੇ ਜੀ, ਉਹਦੇ ਟੈਕਸ ਲੱਗਦੇ ਆ। ਫਿਰ ਤੁਸੀਂ 100 ਰੁਪਏ ਦੇ ਲੈ ਰਹੇ ਜੇ ਸੇਬ, ਤੇ 100 ਰੁਪਏ ਪਿਆਜ਼ ਹੋ ਰਿਹਾ, ਹੈ ਨਾ। ਪਿਆਜ਼ ਵੀ ਉਹਨੇ ਦਾ ਰੇਟ ਹੈ ਤੇ ਉਹਦਾ ਵੀ ਰੇਟ ਹੈ। ਇਸ ਦਾ ਮਤਲਬ ਹੈਗਾ ਜਿਹੜਾ ਬੀਜਦਾ ਵਾ, ਜਿਹੜਾ ਖੇਤੀਬਾੜੀ ਕਰਦਾ ਹੈਗਾ, ਉਹਨੂੰ ਵਿਚਾਰੇ ਨੂੰ ਕੱਖ ਨਹੀਂ ਪਤਾ, ਉਹਨੇ ਤਾਂ ਲਿਆ ਕੇ ਢੋ ਕੇ ਵੇਚ ਦਿੱਤਾ। ਤੇ ਪੈਸਾ ਕੌਣ ਕਮਾ ਰਿਹਾ? ਆੜਤੀਏ, ਜਾਂ ਜਿਹੜੇ ਵਿੱਚ ਵਿਚੋਲੇ ਆ, ਜਿਨ੍ਹਾਂ ਨੂੰ ਪਤਾ ਹੈਗਾ ਕਿ ਇਸ ਵੇਲੇ ਰੇਟ ਕੀ ਕਰਨਾ। ਉਹਨਾਂ ਦਾ ਰੋਜ਼ ਦਿਹਾੜੀ ਹੋਈ ਹੱਥ। ਪੱਤੀ, ਚਾਹ ਪੱਤੀ ਕਿਤੇ ਬਣਦੀ ਆ, ਹੈ ਨਾ। ਅਸਾਮ 'ਚ ਚਿਰਾਪੂੰਜੀ ਦੀ ਦੂਸਰੇ ਏਰੀਆ 'ਚ ਹੈਗੀ ਆ, ਦਾਰਜੀਲਿੰਗ ਹੈਗੀ ਆ। ਵਿਕਦੀ ਕਿੱਥੇ? ਪੰਜਾਬ 'ਚ ਵਿਕਦੀ ਆ, ਅਸਾਮ 'ਚ ਵਿਕਦੀ ਆ ਨਾ, ਰਾਜਸਥਾਨ 'ਚ, ਸਾਰਿਆਂ 'ਚ। ਉਦੋਂ ਜਦੋਂ ਆਉਂਦੀ ਇੱਥੇ, ਉਦੋਂ ਉਹਦੇ 10 ਗੁਣਾ ਰੇਟ ਵੱਧ ਹੋ ਜਾਂਦਾ। ਫਿਰ ਵੇਚਦਾ ਕੌਣ? ਉਹਨੂੰ ਪੈਕ ਕਰਕੇ, ਉਹਦੇ ਪੈਕ ਦੇ ਵਿੱਚ ਹੁੰਦੀ ਉਹਨੇ ਕਿ ਲਿਫਾਫੇ 'ਚ ਹੁੰਦੇ, ਵਿੱਚੋਂ ਨਿਕਲਦੀ 250 ਗ੍ਰਾਮ ਆ, ਤੇ ਰੇਟ ਤੁਹਾਡੇ ਕੋਲ ਵੱਧ ਲਿਆਂਦਾ। ਇਹ ਪਤਾ ਕੰਜ਼ਿਊਮਰ ਮਰਦਾ ਇਹਦੇ 'ਚ, ਸਿੱਧੀ ਗੱਲ ਇਹ। ਬਿਲਕੁਲ ਸਹੀ ਗੱਲ ਹੈ। ਇਹ ਜਿਹੜੀ ਇਹ ਲੁੱਟ ਹੈ ਨਾ, ਇਹ ਲੁੱਟ ਬੰਦ ਹੋਣੀ ਚਾਹੀਦੀ ਹੈ। ਮਰਿਆਦਾ ਦੇ ਵਿੱਚ ਸਾਰੇ ਕੰਮ ਹੋਣੇ ਚਾਹੀਦੇ ਨੇ, ਜਿਹਦੇ ਵਿੱਚ ਕਿਸਾਨ ਨੂੰ ਵੀ ਫਾਇਦਾ ਹੋਵੇ, ਜਿਹੜੇ ਵਿੱਚ ਵਿਚੋਲੀਏ ਨੇ ਉਹਨਾਂ ਨੂੰ ਵੀ ਫਾਇਦਾ ਹੋਵੇ। ਜੇ ਵਿਚੋਲੀਆਂ ਦਾ ਸਿਸਟਮ ਰੱਖਿਆ ਹੋਇਆ, ਉਹਨਾਂ ਨੂੰ ਵੀ ਫਾਇਦਾ ਹੋਵੇ, ਆੜਤੀਆਂ ਨੂੰ ਵੀ, ਤੇ ਨਾਲ ਜਿਹੜਾ ਵੇਚਣ ਜਾਂਦਾ ਤੇ ਉਹਨੂੰ ਵੀ ਫਾਇਦਾ ਹੋਵੇ, ਜਿਹੜਾ ਕੰਜ਼ਿਊਮਰ ਹੈ ਉਹਨੂੰ ਵੀ ਫਾਇਦਾ ਹੋਵੇ, ਸਭ ਨੂੰ ਫਾਇਦਾ ਹੋਵੇ। ਲੁੱਟ ਕਿਸੇ ਦੀ ਨਾ ਹੋਵੇ, ਤਾਂ ਇਹ ਸਿਸਟਮ ਸਹੀ ਹੈ। ਜੇ ਕਿਸੇ ਦੀ ਵੀ ਲੁੱਟ ਹੁੰਦੀ ਕਿਸੇ ਵੀ ਪੁਆਇੰਟ ਦੇ ਉੱਤੇ, ਇਹ ਸਿਸਟਮ ਗਲਤ ਹੈ, ਉਹਨੂੰ ਦਰੁਸਤ ਕਰਨ ਦੀ ਲੋੜ ਹੈ। ਪਰ ਇਹਦੇ ਵਿੱਚ ਸਾਡੇ ਕਿਸਾਨਾਂ ਨੂੰ ਅਗਾਹ ਕਰ ਦੇਣਾ ਚਾਹੀਦਾ। ਤੁਸੀਂ ਇਹ ਗੱਲ ਤਾਂ ਠੀਕ ਕੀਤੀ ਹੈ। ਕਿਸਾਨਾਂ ਨੂੰ ਜੇ ਧਰਨੇ ਦੂਜੇ ਪਾਸੇ ਲਾਉਂਦੇ ਆ, ਆਪਣਾ ਕੰਮ ਤੋਂ ਦੂਰ ਚਲੇ ਜਾਂਦੇ ਆ, ਕੰਮ ਹੁੰਦਾ ਨਹੀਂ, ਕਿ ਨੁਕਸਾਨ ਵੀ ਹੁੰਦਾ, ਪਰ ਉਹਨਾਂ ਨੂੰ ਇਹ ਚੀਜ਼ਾਂ ਚਾਹੀਦੀਆਂ ਕਿ ਜਦੋਂ ਮਾਰਕੀਟਿੰਗ ਹੁੰਦੀ ਹੈ, ਮੰਡੀਕਰਨ ਹੁੰਦਾ, ਉਹ 'ਤੇ ਥੋੜ੍ਹੀ ਜਿਹੀ ਤਵੱਜੋ ਦੇਣੀ ਚਾਹੀਦੀ ਹੈ ਕਿ ਅਸੀਂ ਕਿੱਦਾਂ ਵੇਚਣਾ, ਉਹਦੇ ਵਿੱਚ ਕੌਣ ਵਿਚੋਲੇ ਹੋਣੇ ਚਾਹੀਦੇ ਆ। ਨਹੀਂ ਤਾਂ ਸਟੋਰ ਆਪਣੇ ਬਣਾ ਲੈਣ ਕੰਬਾਈਨਡ, ਉਹਨਾਂ 'ਚ ਸਟੋਰਾਂ 'ਚ ਜਮ੍ਹਾਂ ਕਰਨ, ਜਿੱਥੇ ਡਿਸਟਰੀਬਿਊਟ ਕਰਨਾ ਉਸ ਤਰੀਕੇ ਨਾਲ ਕਰਨ, ਫਿਰ ਬਚਾਉਣਾ। ਨਹੀਂ ਤਾਂ ਸਰਕਾਰਾਂ ਨੇ ਉਹਨਾਂ ਕੀ ਕਰਨਾ ਜਿੰਨਾ ਕੁ ਹੁਣ ਹੋ ਰਿਹਾ।
ਬਿਲਕੁਲ ਸਹੀ ਗੱਲ ਹੈ। ਹੁਣ ਸਰਕਾਰਾਂ ਨੇ ਕੀ ਕਰਨਾ ਹੈ, ਇਹ ਆਪਾਂ ਇੱਥੇ ਗੱਲ ਕਰਦੇ ਹਾਂ, ਕਿਉਂਕਿ ਪੰਜਾਬ ਵਿਧਾਨ ਸਭਾ ਦਾ ਜਿਹੜਾ ਸਰਦ ਰੁੱਤ ਦਾ ਇਜਲਾਸ ਹੈ ਨਾ, ਉਹ ਹੁਣ ਕਹਿੰਦੇ ਨੇ ਕਿ ਇੱਕ ਤਾਂ ਸਮੇਂ ਤੋਂ ਪਹਿਲਾਂ ਬਸਤੇ 'ਚ ਪਾ ਦਿੱਤਾ ਗਿਆ, ਉਹ ਦੂਜਾ ਕਾਰਵਾਈ ਵੀ ਠੰਡੇ ਬਸਤੇ 'ਚ ਪਾ ਦਿੱਤੀ ਗਈ। ਹੁਣ ਬਸਤਾ ਠੰਡਾ ਕਿੱਥੇ ਪਿਆ ਇਹ ਕਿਸੇ ਨੂੰ ਪਤਾ ਨਹੀਂ। ਇਹ ਪਤਾ ਕੀ ਹੈ, ਟਾਲ ਮਟੋਲ ਕਰ ਰਹੇ ਆ, ਇਸ ਕਰਕੇ ਕਰ ਰਹੇ ਆ ਕਿ ਸਰਦੀ ਦਾ ਜਿਹੜਾ ਹੁੰਦਾ ਨਾ ਸਮਾਗਮ, ਜਿਹੜਾ ਸਰਦ ਰੁੱਤ ਦਾ ਇਜਲਾਸ ਹੁੰਦਾ, ਇਹਦੇ ਵਿੱਚ ਘੱਟੋ ਘੱਟ ਹੀ ਇਹਨਾਂ ਦਾ ਆ ਹੁਣ ਰੁੱਤ ਆ ਗਈ ਸਰਦੀ ਦੀ, ਇਹਦੇ 'ਚ ਹੈਗਾ। ਈਵਨ ਪਾਰਲੀਮੈਂਟ ਦਾ ਵੀ ਜਿਹੜਾ ਇਹ ਸਮਾਗਮ ਹੁੰਦਾ ਉਹ ਵੀ ਸਰਦ ਰੁੱਤ ਦੇ ਵਿੱਚ ਹੁੰਦਾ, ਉਹ ਹੋ ਚੁੱਕਿਆ ਵਾ। ਉਹਨਾਂ ਵੀ ਮੌਕੇ ਤੋਂ ਪਹਿਲਾਂ ਬਰਖਾਸਤ ਕਰਤਾ, ਮੌਕੇ ਤੋਂ ਪਹਿਲਾਂ 29 ਤਰੀਕ ਨੂੰ ਹੋਣਾ ਸੀਗਾ, ਉਹ 23 ਨੂੰ ਖਤਮ ਕਰਤਾ। ਇਹਨਾਂ ਕੋਲ ਅਸਲ 'ਚ ਮੁੱਦੇ ਆਪਣੇ ਪਰਸਨਲ ਹੈਗੇ ਆ, ਲੋਕਾਂ ਦੇ ਮੁੱਦੇ ਨਹੀਂ ਹੈਗੇ। ਹੁਣ ਆਹ ਜਿਹੜਾ ਸਰਦ ਰੁੱਤ ਦਾ ਸਮਾਗਮ ਪੰਜਾਬ ਦਾ ਹੈਗਾ, ਵਿਧਾਨ ਸਭਾ ਦਾ ਆਉਣਾ ਵਾ, ਇਹਨੂੰ ਟਾਲਿਆ ਗਿਆ। ਇਸ ਕਰਕੇ ਟਾਲਿਆ ਗਿਆ, ਇਹਨਾਂ ਕਹਿਣਾ ਸਾਡੇ ਕੋਲ ਪੈਸਾ ਨਹੀਂ, ਜੋ ਯੋਜਨਾਵਾਂ ਬਣਾ ਕੇ ਡਿਕਲੇਅਰ ਕਰਨੀਆਂ। ਅੱਗੇ ਆ ਗਿਆ ਮਾਰਚ ਤੋਂ ਪਹਿਲਾਂ ਇਹਨਾਂ ਨੂੰ ਕਰਨਾ ਪੈਣਾ ਬਜਟ ਦਾ, ਬਜਟ ਸੈਸ਼ਨ ਹੋਣਾ ਸਪੈਸ਼ਲ। ਹੁਣ ਇਹਨਾਂ ਨੇ ਤਿਆਰੀ ਕਰੀ ਹੈ ਕਿ ਅਗਲਾ ਬਜਟ ਜਿਹੜਾ ਉਹ ਤਿਆਰ ਕਰ ਲਈਏ, ਉਹਦੇ 'ਚ ਉਹ ਇਕੱਠਾ ਹੀ ਕਰ ਦਈਏ ਸਮਾਗਮ, ਅਤੇ ਇਹਨੂੰ ਕਰ ਦਈਏ ਟਾਲ ਮਟੋਲ, ਇਹਨੂੰ ਇੱਧਰ ਉੱਧਰ ਕਰਕੇ ਪਾਸੇ ਲਾ ਦਈਏ। ਪਰ ਇਹਦੇ ਵਿੱਚ ਆਪੋਜੀਸ਼ਨ ਨੇ ਇਸ ਵੇਲੇ ਪੂਰਾ ਜਿਹੜਾ ਤਿੱਖਾ ਰੁਖ ਅਖਤਿਆਰ ਕਰ ਲਿਆ। ਪ੍ਰਤਾਪ ਸਿੰਘ ਬਾਜਵਾ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ, ਉਹਨਾਂ ਨੇ ਕਹਿ ਦਿੱਤਾ ਕਿ ਜੇ ਇਸ ਤਰ੍ਹਾਂ ਦਾ ਹੋਇਆ ਤਾਂ ਅਸੀਂ ਸਾਰੇ ਲੋਕਾਂ ਤੱਕ ਵੀ ਗੱਲ ਪਹੁੰਚਾਵਾਂਗੇ। ਕਹਿੰਦੇ ਅਸੀਂ ਇਹਨਾਂ ਦੀ ਨਬਜ਼ ਟਟੋਲ ਲਈ ਆ, ਇਹ ਇਸ ਵੇਲੇ ਕਰ ਰਹੇ ਆ ਕਿ ਇਹਨੂੰ ਬੰਦ ਕਰਕੇ ਰੱਖ ਦਈਏ ਅਤੇ ਨਾ ਗੱਲ ਕਰਨ। ਇਹਨਾਂ ਨੂੰ ਇਹ ਨਹੀਂ ਹੈਗਾ ਕਿ ਜੇ ਲੋਕਾਂ ਨੇ ਵੋਟਾਂ ਪਾਈਆਂ, ਸਾਨੂੰ ਇੰਨੀਆਂ ਸੀਟਾਂ ਲੈ ਕੇ ਦਿੱਤੀਆਂ, ਸਾਰਾ ਕੁਝ ਬਹੁਤ ਗਿਣਤੀ ਦਿੱਤੀ ਹੈ, ਤਾਂ ਅਸੀਂ ਲੋਕਾਂ ਦੀ ਗੱਲ ਸੁਣਨ 'ਚ ਸਾਨੂੰ ਕਿੰਨਾ ਕੁ ਗੁਰੇਜ਼ ਹੈ, ਕਿੰਨਾ ਕੁ ਟਾਈਮ ਲੱਗਦਾ। ਇਹ ਹੁਣ ਆਪੋਜੀਸ਼ਨ ਜੇ ਚੁੱਕੀ ਗੱਲ ਤਾਂ ਇਹਨਾਂ ਨੂੰ ਦੁਬਾਰਾ ਕਾਲ ਕਰਨਾ ਪਊ, ਨਹੀਂ ਤਾਂ ਬੈਠੇ ਪਤਾ ਕਿਹੜੇ 'ਤੇ, ਬਜਟ ਸੈਸ਼ਨ 'ਤੇ, ਦੂਜੇ ਅੱਗੇ ਤਾਂ ਨਹੀਂ ਜਾਣਗੇ। ਇਹ ਗੱਲ ਗਲਤ ਹੈ, ਇਹਦੇ ਵਿੱਚ ਆਲੋਚਨਾ ਵੀ ਹੋਊਗੀ। ਜਿਹੜੇ ਅਰਥ ਸ਼ਾਸਤਰੀ ਨੇ, ਦੂਸਰੇ ਲੋਕ ਵੀ ਹੈਗੇ, ਉਹਨਾਂ ਨੂੰ ਪਤਾ ਵੀ ਇਹ ਗੱਲ ਗਲਤ ਇਸ ਕਰਕੇ ਕਰ ਰਿਹਾ ਕਿ ਇਹਨਾਂ ਨੇ ਖਜ਼ਾਨਾ ਡੱਬਾ ਝਾੜ ਕੇ ਦਿਖਾ ਦਿੱਤਾ ਵੀ ਇਹ 'ਚ ਕੁਛ ਹੈ ਨਹੀਂ, ਅਤੇ ਹੁਣ 5 ਸਾਲ ਡੱਬਾ ਹੀ ਝਾੜਦੇ ਰਹਿਣਗੇ। ਇਹ ਕਿੱਥੋਂ ਆਉਣਾ, ਕੀ ਕਰਨਾ, ਕੋਈ ਇਨਕਮ ਦਾ ਸੋਰਸ, ਕੋਈ ਸਾਧਨ ਲੱਭਣ ਜਿਸ ਤਰ੍ਹਾਂ ਦਾ ਹੈਗਾ। ਜਿਸ ਤਰ੍ਹਾਂ ਆਪਾਂ ਇੱਕ ਦਿਨ ਗੱਲ ਕੀਤੀ, ਜਿਹੜੇ ਵੀ ਅਰਥ ਸ਼ਾਸਤਰੀ ਨੇ, ਜਿਹੜੇ ਇਕਨੋਮਿਕਸ ਪੜ੍ਹੇ ਨੇ, ਯੂਨੀਵਰਸਿਟੀਆਂ 'ਚ ਸਾਡੇ ਬੈਠੇ ਹੈਗੇ ਆ ਇਕਨੋਮਿਕਸ ਡਿਪਾਰਟਮੈਂਟ ਦੇ, ਉਹਨਾਂ ਨੂੰ ਕੋਲ ਲਿਆਉਣ, ਉਹਨਾਂ ਨਾਲ ਗੱਲ ਕਰਨ, ਅਤੇ ਰੋਜ਼ ਦਿਹਾੜੀ ਭਾਸ਼ਣ ਜਿਹੜੇ ਕਰਨੇ ਉਹ ਬੰਦ ਕਰ ਦੇਣ। ਭਾਸ਼ਣਾਂ 'ਚ ਕੁਛ ਨਹੀਂ ਰੱਖਿਆ, ਤਾਂ ਜਿਹੜੇ ਆ ਨਾ ਫੋਕੇ ਵਾਅਦੇ ਹੈਗੇ। ਅਰਥ ਸ਼ਾਸਤਰੀ ਬਿਠਾਉਣ, ਉਹਨਾਂ ਨਾਲ ਸਲਾਹ ਕਰਨ ਵੀ ਆ ਜਿਹੜੀ ਸਾਡੇ ਨਾਲ ਗੱਲ ਕਰੋ, ਸਾਨੂੰ ਦੱਸੋ ਕਿ ਖਜ਼ਾਨੇ ਨੂੰ ਕਿਸ ਤਰ੍ਹਾਂ ਭਰਿਆ ਜਾਵੇ। NRI ਵੀਰ ਸਾਡੇ ਬਾਹਰ ਬੈਠੇ ਨੇ, ਪ੍ਰਵਾਸੀ ਭਾਰਤੀ, ਉਹਨਾਂ ਨਾਲ ਗੱਲ ਕਰਨ। ਉਹ ਪਿੰਡਾਂ ਦੇ ਵਿਕਾਸ ਲਈ ਇੰਨਾ ਕੰਮ ਕਰਦੇ ਆ, ਬਹੁਤ ਕੁਝ ਕਰਨਾ ਚਾਹੁੰਦੇ ਵੀ ਆ, ਉਹਨਾਂ ਨੂੰ ਨੇੜੇ ਲਿਆਉਣ। ਹੁਣੇ NRI ਦਾ ਇੱਕ ਸਮਾਗਮ ਹੋਇਆ ਸੀ ਜਲੰਧਰ 'ਚ, ਉਹਨਾਂ ਨੇ ਆਪਣੀ ਮੁਸ਼ਕਲਾਂ ਦੱਸੀਆਂ, ਪਰ ਪੰਜਾਬ ਸਰਕਾਰ ਦੇ ਇਹਨਾਂ ਨੇ ਆਪਣੀ ਮੁਸ਼ਕਿਲ ਕੋਈ ਨਹੀਂ ਦੱਸੀ ਵੀ ਸਾਡੇ ਕੋਲ ਪੈਸਾ ਨਹੀਂ, ਅਸੀਂ ਤੁਹਾਨੂੰ ਤਦ ਬੁਲਾਇਆ, ਤੁਹਾਡੀਆਂ ਸਮੱਸਿਆਵਾਂ ਐਡਮਿਨਿਸਟ੍ਰੇਸ਼ਨ ਮੈਨੇਜਮੈਂਟ ਇਹਨਾਂ ਨੂੰ ਸੋਲਵ ਕਰ ਦੋਗੀ, ਪਰ ਸਾਡੀ ਜਿਹੜੀ ਪੈਸੇ ਧੇਲੇ ਦੀ ਸਮੱਸਿਆ ਹੈ, ਇਹਨੂੰ ਤੁਸੀਂ ਹੱਲ ਕਰੋ। ਇਹ ਕੋਲੈਬੋਰੇਸ਼ਨ ਹੋਣਾ ਚਾਹੀਦਾ NRI ਨਾਲ। ਹਰ ਜਗ੍ਹਾ NRI ਬੈਠੇ ਨੇ, ਦੁਆਬਾ ਸਾਰਾ NRI ਦਾ ਹੈਗਾ। ਕਿਹੜਾ ਦੇਸ਼ ਜਿੱਥੇ ਨਹੀਂ ਬੈਠੇ, ਕਿਹੜੇ ਦੇਸ਼ 'ਚ ਪਾਉਣ ਨਹੀਂ ਆ ਸਕਦੇ, ਡਰ ਨਹੀਂ ਆ ਸਕਦੇ, ਬੜਾ ਕੁਝ ਹੋ ਸਕਦਾ। ਪਰ ਇਹ ਲੰਬੀ ਨੀਂਦ 'ਚ ਸੌਂ ਗਏ ਬਸ, ਇਹ ਆ। ਹਾਂ, ਸੋ ਬੈਠੀ ਜਨਤਾ ਉਡੀਕ ਕਰੇ ਕਿ ਦਿਨ ਬਦਲਣਗੇ। ਅੱਜ ਨਵਾਂ ਦਿਨ ਚੜੂਗਾ, ਅੱਜ ਸਾਰੀਆਂ ਮੁਸੀਬਤਾਂ ਸਹੀ ਹੋ ਜਾਣਗੀਆਂ, ਅੱਜ ਸਾਰੀਆਂ ਮੁਸੀਬਤਾਂ ਹੱਲ ਹੋ ਜਾਣਗੀਆਂ। ਉਹੀਓ ਦਿਨ ਤੇ ਉਹੀਓ ਰਾਤ ਤੇ ਉਹੀਓ ਪਸੜ ਪਾਉਣਾ, ਉਹੀਓ ਝੱਖੜ ਤੇ ਉਹੀਓ ਵਾਵਰੋਲੇ, ਉਹੀ ਹਨੇਰੀਆਂ, ਉਹੀ ਉਮੀਦਾਂ, ਉਹੀ ਫੋਕੇ ਨਾਰੇ। ਪਤਾ ਨਹੀਂ ਕਿੰਨੀਆਂ ਜਨਰੇਸ਼ਨਸ ਬੀਤ ਗਈਆਂ, ਤੀਜੀ ਚੌਥੀ ਪੀੜ੍ਹੀ ਚੱਲਦੀ ਪਈ ਹੈ ਆਜ਼ਾਦੀ ਤੋਂ ਬਾਅਦ। ਗਰੀਬੀ ਦੂਰ ਕਰਨੀ 75 ਸਾਲ ਹੋ ਗਏ, ਅਜੇ ਤੱਕ ਗਰੀਬੀ ਦੂਰ ਨਹੀਂ। ਇਹਨਾਂ ਨੇ ਗਰੀਬੀ ਦੂਰ ਨਹੀਂ ਕਰਨੀ, ਅਸੀਂ ਗਰੀਬੀ ਤੋਂ ਦੂਰ ਰਹਿਣਾ ਆਪ, ਕਿਤੇ ਗਰੀਬਾਂ ਨੂੰ ਦੂਰ ਕਰ ਦੇਣਾ। ਕਿਤੇ ਉਹ ਠੰਡ ਦੇ ਵਿੱਚ ਗੈਰ ਕਾਨੂੰਨੀ ਕਲੋਨੀ ਹੈ ਜੀ, ਉਹ ਤੋੜ ਕੇ ਰੱਖ ਦਿੱਤੀ, ਉਹ ਵਿਚਾਰੇ ਬੇਘਰੇ, ਜਦੋਂ ਦੀ ਆਜ਼ਾਦੀ ਮਿਲੀ ਉਹ ਉੱਥੇ ਰਹਿੰਦੇ ਪਏ ਨੇ। ਸਰਦੀਆਂ 'ਚ ਤੋੜਨੀ ਸੀ, ਬੜਾ ਗਲਤ ਕੰਮ ਹੋਇਆ। 2 ਮਹੀਨੇ ਰੁਕ ਜਾਣਾ ਸੀ ਜੇ ਤੋੜਨ ਦਾ ਹੀ ਚਾਅ ਚੜਿਆ ਹੋਇਆ। ਬਿਲਕੁਲ, ਸਰਦੀਆਂ ਤੋਂ ਬਾਅਦ ਕਰ ਲੈਂਦੇ ਕਿ ਇਹਨਾਂ ਨੂੰ ਕਾਹਲੀ ਪਈ ਸੀ, ਇੰਨਾ ਕੁਝ ਕਰਨਾ, ਪਤਾ ਨਹੀਂ ਉਹਦੇ 'ਚ ਕੀ ਤਾਜ ਮਹਿਲ ਬਣਾਉਣਾ ਇਹਨਾਂ ਨੇ। ਜ਼ਮੀਨ ਤਾਂ ਉੱਦਾਂ ਹੀ ਪਈ ਹੈਗੀ, ਜੇ ਬਹਿ ਜਾਂਦੇ ਉੱਥੇ, ਜੋ 2 ਮਹੀਨੇ ਬਹਿ ਜਾਂਦੇ ਤਾਂ ਕੀ ਹੋਣਾ ਸੀਗਾ। ਸਾਡੇ ਦੇਸ਼ ਦੇ ਵਾਸੀ ਨੇ ਉਹ ਕੋਈ 7ਵਾਂ 8ਵਾਂ ਅਜੂਬਾ ਥੋੜ੍ਹਾ ਬਣਾ ਦੇਣਾ ਸੀਗਾ। ਜਦੋਂ ਤੁਹਾਡੇ ਹੱਥ ਪੱਲੇ ਨਹੀਂ ਗਾ, ਤੁਸੀਂ ਕਿਉਂ ਤੋੜਪਨ ਕਰਦੇ ਜੋ? ਗਰੀਬ ਆਦਮੀ ਲੋਕ ਬੈਠੇ, ਤੁਹਾਡੇ ਦੇਸ਼ ਦੇ ਵਸਨੀਕ ਹੀ ਆ ਨਾ, ਇੱਥੇ ਜੰਮੇ ਪਲੇ ਆ ਨਾ, ਕੋਈ ਬਾਹਰੋਂ ਪਾਕਿਸਤਾਨ ਤੋਂ ਤਾਂ ਨਹੀਂ ਆਏ। ਤੁਸੀਂ ਸ਼ਰਨਾਰਥੀ ਤਾਂ ਨਹੀਂ ਉਹਨਾਂ ਨੂੰ ਸਮਝ ਕੇ ਬਹਿ ਗਏ। ਇਹ ਗੱਲ ਗਲਤ ਡਿਸੀਜਨ ਹੈਗਾ, ਬਿਲਕੁਲ ਗਲਤ ਡਿਸੀਜਨ ਹੈ। ਇੰਨੀ ਕਾਹਲੀ ਪਈ ਸੀ, 2 ਮਹੀਨੇ ਹੋਰ ਟਿਕ ਜਾਂਦੇ ਜੇ, ਇੱਥੇ ਤੱਕ ਟਿਕੇ ਹੋਏ ਸੀ। 65 ਸਾਲ ਹੋ ਗਏ ਉਹਨਾਂ ਨੂੰ ਬੈਠੇ। ਬਿਲਕੁਲ, ਬਾਲ ਬੱਚਾ ਬੈਠਾ। ਜਿੱਥੇ ਪ੍ਰਾਪਰਟੀਆਂ ਬਣਦੀਆਂ ਨੇ, ਗੈਰ ਕਾਨੂੰਨੀ ਪ੍ਰਾਪਰਟੀਆਂ ਬਣਦੀਆਂ ਨੇ, ਉੱਥੇ ਤੁਹਾਡੇ ਹਿੱਸੇ ਵਿੱਚ ਤੈਅ ਹੁੰਦੇ ਨੇ। ਸਹੀ ਗੱਲ। 10-10 ਫਲੈਟਾਂ ਵਿੱਚੋਂ 2-2 ਫਲੈਟ ਤੁਹਾਡੇ ਹੁੰਦੇ ਨੇ, ਤੇ ਇਸ ਕਰਕੇ ਉਹ ਥੋੜਾ ਤੋੜਦੇ ਨੇ। ਤੁਸੀਂ ਕਿਸੇ ਵੀ ਰਹਿ ਚੁੱਕੇ ਮੁੱਖ ਮੰਤਰੀ, ਕਿਸੇ ਵੀ ਰਹਿ ਚੁੱਕੇ ਕੈਬਨਿਟ ਮੰਤਰੀ, ਕਿਸੇ ਵੀ ਰਹਿ ਚੁੱਕੇ MLA ਦਾ ਤੁਸੀਂ ਜਾ ਕੇ ਵੇਖੋ ਕਿੱਦਾਂ ਦਾ ਬਣਾਇਆ ਉਹਨੇ ਆਪਣਾ ਸਰਸੂਕ, ਔਰ ਕਿੰਨੀ ਜ਼ਮੀਨ ਆਕੂਪਾਈ ਕੀਤੀ ਹੈਗੀ। ਉਹਦੇ ਵਿੱਚ ਰੌਲਾ ਵੀ ਪਿਆ ਸਾਰੀ ਜਗ੍ਹਾ, ਔਰ ਆਲੀਸ਼ਾਨ ਮਹੱਲ ਸਾਰੇ ਪਏ। ਕਿੱਥੋਂ ਪੈਸਾ ਆਇਆ, ਕਿੱਥੋਂ ਜ਼ਮੀਨ ਆਈ? ਤੇ ਜਦੋਂ ਉਹਨਾਂ ਨੇ ਇਲੈਕਸ਼ਨ ਲੜੀ, ਉਦੋਂ ਤਾਂ ਉਹਨਾਂ ਦੇ ਪੱਲੇ ਡੱਕਾ ਵੀ ਨਹੀਂ ਸੀਗਾ। ਹੁਣ ਕਿੱਥੋਂ ਪੈਸਾ ਆ ਗਿਆ?
ਤੇ ਉਹ ਗਰੀਬਾਂ ਨੇ ਜੇ 4 ਮਰਲੇ 'ਚ 5 ਮਰਲੇ 'ਚ ਘਰ ਸਾਰ ਲਿਆ ਤੇ ਕੋਈ ਬਹੁਤ ਵੱਡੀ ਰਿਸ਼ਵਤ ਨਹੀਂ, ਬਹੁਤ ਵੱਡਾ ਡਾਕਾ ਨਹੀਂ ਗਾ ਦੇਸ਼ ਤੇ। ਉਹਨਾਂ ਨੇ ਆਪਣੇ ਦੇਸ਼ 'ਚ ਹੀ ਰਹਿ ਰਹੇ ਆ, ਆਪਣੇ ਸੂਬੇ 'ਚ ਰਹਿ ਰਹੇ ਆ। ਕਿੱਥੇ ਜਾਣਗੇ ਬਜ਼ੁਰਗ, ਲੇਡੀਜ਼, ਬੱਚੇ ਕਿੱਥੇ ਜਾਣਗੇ ਸਰਦੀਆਂ ਦੇ ਵਿੱਚ? ਧੱਕੇ ਖਾਣਗੇ ਸੜਕਾਂ ਤੇ। ਠੰਡ ਬੜੀ ਵੱਡੀ ਪੁਨਿਸ਼ਮੈਂਟ ਆ ਉਹਨਾਂ ਨੂੰ ਦੇਤੀ ਇਹਨਾਂ ਨੇ, ਬਹੁਤ। ਮਤਲਬ ਇਹ ਕੀਤਾ ਕੀ ਤੁਸੀਂ ਲੋਕਾਂ ਨੇ? ਇੰਨੇ ਸਾਲ ਦੇ ਬੈਠੇ ਸਰਦੀਆਂ 'ਚ ਹੀ ਤੋੜਨਾ ਸੀ, ਗਰਮੀਆਂ 'ਚ ਤੋੜ ਲੈਂਦੇ ਜੇ ਚਾਹ ਚੜਿਆ ਸੀ ਤੋੜਨ ਦਾ। ਨਹੀਂ 65 ਸਾਲ 'ਚ ਜੇ ਦੂਜੀਆਂ ਸਰਕਾਰਾਂ ਉਹ ਤਾਂ ਸੁੱਤੀਆਂ ਰਹੀਆਂ, ਇਸ ਕਰਕੇ ਸੁੱਤੀਆਂ ਰਹੀਆਂ ਕਿ ਉਹਨਾਂ ਨੂੰ ਪਤਾ ਵੀ ਵੋਟ ਬੈਂਕ ਹੈਗਾ, ਅਗਲੀ ਸਰਕਾਰਾਂ ਆਉਣਗੀਆਂ, ਅਗਲੀਆਂ ਵੇਖੀ ਹੋਣਗੀਆਂ ਵੀ ਇਹਨਾਂ ਨੂੰ ਜ਼ਿਆਦਾ ਚਾਅ ਚੜਿਆ ਸੀ ਵੀ ਇਹਨਾਂ ਨੂੰ ਕਰ ਦਿਓ। ਜੇ 5 ਸਾਲ ਜੇ ਅਗਲੀ ਨੇ ਛੱਡਿਆ ਨਹੀਂ, ਉਹਨਾਂ ਨੂੰ ਕੁਝ ਕੀਤਾ ਨਹੀਂਗਾ, ਤੁਸੀਂ ਵੀ ਨਾ ਕਹੋ ਕੁਝ, ਅਗਲੀ ਸਰਕਾਰਾਂ ਉਹ ਵੇਖੋ। ਦੇਖੋ ਨਾ ਬਲਕਾਰ ਜੀ, ਐਡੀਆਂ ਵੱਡੀਆਂ ਹੋਰਡਿੰਗਸ ਲੱਗਦੀਆਂ ਪਈਆਂ ਨੇ, ਅਸੀਂ ਆਹ ਕਰ ਦਿੱਤਾ, ਅਸੀਂ NRIs ਨਾਲ ਮਿਲ ਨਹੀਂ ਕੀਤੀ, ਅਸੀਂ 21,000 ਨੌਕਰੀਆਂ ਦੇ ਦਿੱਤੀਆਂ। ਕਰੋੜਾਂ ਰੁਪਏ ਤੁਸੀਂ ਹੋਰਡਿੰਗਸ ਤੇ ਲਗਾਉਂਦੇ ਪਏ ਹੋ ਐਡਵਰਟਾਈਜ਼ਮੈਂਟਸ ਦੇ ਉੱਤੇ, ਸਾਡੀ ਜੇਬ ਦੇ ਪੈਸੇ, ਟੈਕਸ ਪੇਅਰਸ ਦੀ ਜੇਬ ਦੇ ਪੈਸੇ, ਔਰ ਤੁਸੀਂ ਇਦਾਂ ਖਰਚ ਕਰਦੇ ਹੋ। ਔਰ ਦੂਜੀਆਂ ਸਟੇਟਸ ਦੇ ਵਿੱਚ ਜਾ ਕੇ ਤੁਸੀਂ ਆਪਣੀ ਪਾਰਟੀ ਨੂੰ ਪ੍ਰਮੋਟ ਕਰਦੇ ਪਏ ਹੋ, ਆਮ ਆਦਮੀ ਪਾਰਟੀ ਨੂੰ ਪ੍ਰਮੋਟ ਕਰਦੇ ਹੋ ਪੰਜਾਬ ਦੇ ਖਜ਼ਾਨੇ ਦੇ ਸਿਰ ਦੇ ਉੱਤੇ। ਤੇ ਪੰਜਾਬ ਦੇ ਖਜ਼ਾਨੇ 'ਚ ਇੰਨਾ ਪੈਸਾ ਨਹੀਂ ਹੈਗਾ ਕਿ ਪੰਜਾਬ ਦੇ ਲੋਕਾਂ ਨੂੰ ਤੁਸੀਂ ਘਰ ਬਣਾ ਕੇ ਦੇਖ ਸਕੋ। ਉਹਨਾਂ ਦੇ ਤੁਸੀਂ ਘਰ ਤੋੜ ਦਿੱਤੇ, ਉਹ ਤੁਸੀਂ ਜ਼ਮੀਨ, ਉਹ ਪੇਮੈਂਟਸ ਤੁਸੀਂ ਕਰ ਦਿੰਦੇ ਜੇ ਸਰਕਾਰ ਨੂੰ ਇੰਨੀ ਉਹ ਚਾਹੀਦੀ। ਇਹਨਾਂ ਜ਼ਮੀਨਾਂ ਬੜੀਆਂ ਆਕੂਪਾਈਡ ਜਿਹੜੀਆਂ ਲਈਆਂ ਵਾ, ਖੋਈਆਂ ਜ਼ਮੀਨਾਂ ਲੈ ਕੇ ਉਹਨਾਂ ਨੇ ਆਪਣੇ ਕਬਜ਼ੇ 'ਚ ਕੀਤੀਆਂ, ਉਹਨਾਂ ਜ਼ਮੀਨਾਂ ਦੇ ਵਿੱਚੋਂ ਸੋਰਸ ਬਣਾ ਕੇ ਇਹਨਾਂ ਨੂੰ ਬਣਾ ਕੇ ਦੇਣ ਘਰ, ਜਿੰਨਾ ਕੋ ਬੇਕਰਿਆਂ ਨੂੰ। ਕਿਸ ਤਰ੍ਹਾਂ ਦੇਸ਼ ਚਲਾਉਂਦੇ ਪਏ ਨੇ, ਕਿਸ ਤਰ੍ਹਾਂ ਸਰਕਾਰ ਚਲਾਉਂਦੇ ਪਏ ਨੇ, ਕਿਸ ਤਰ੍ਹਾਂ ਸੂਬਾ ਚਲਾਉਂਦੇ ਪਏ ਨੇ, ਕਿਸੇ ਨੂੰ ਸਮਝ ਨਹੀਂ ਆਉਂਦੀ। ਇਹਦੇ 'ਚ ਆ ਨਹੀਂ ਕਿ ਇਹ ਸਰਕਾਰ ਦਾ ਨਹੀਂ ਬਹੁਤਾ ਰੋਲ ਹੈਗਾ, ਸੈਂਟਰ 'ਚ ਵੀ ਹੈਗਾ। ਜਿਹੜੀ ਪ੍ਰਧਾਨ ਮੰਤਰੀ ਕਲਿਆਣ ਯੋਜਨਾ ਵਾ, ਉਹਨਾਂ ਨੇ 4 ਮਰਲੇ ਦੇ ਇੱਥੇ ਕਰ ਦੇਣੇ, 5-5 ਮਰਲੇ ਦੇ। ਉਹ ਵਿਚਾਰਿਆਂ ਨੂੰ ਪਹਿਲੋਂ ਕਿਸ਼ਤਾਂ ਦੇ ਦਿੱਤੀਆਂ, ਜਿਹੜੀਆਂ ਆ ਗਈਆਂ ਉਹਨਾਂ ਨੂੰ 30,000 ਆ ਗਿਆ, ਮੁੜ ਕੇ ਕੱਖ ਵੀ ਨਹੀਂ, ਕੰਧਾਂ ਉੱਪਰ ਉਸਰ ਗਈਆਂ, ਛਾਤਾਂ ਹੈ ਹੀ ਨਹੀਂ। ਉਹਨਾਂ ਨੇ ਲੋਨ ਲਿਆ, ਉਹਨਾਂ ਲੋਨ ਲਿਆ। ਮੋਦੀ ਸਾਹਿਬ ਕਹਿੰਦੇ ਨੇ ਕਿ ਸਭ ਨੂੰ ਆਪਣਾ ਆਪਣਾ ਘਰ ਹੋਊਗਾ, ਘਰ ਪਾਣੀ ਜਿਨ੍ਹਾਂ ਕੋਲ ਹੈਗਾ ਉਹਦਾ ਤੋੜ ਦਿੱਤੇ। ਦੇਣਾ ਕਿੱਥੋਂ ਹੈ, ਉਹਦਾ ਤੋੜ ਦਿੱਤੇ। ਠੀਕ ਹੈ ਨਾ, ਜਿੰਨਾ ਪੈਸਾ ਤੁਸੀਂ ਸਰਕਾਰ ਐਡਵਰਟਾਈਜ਼ਮੈਂਟਸ ਤੇ ਖਰਚ ਕਰਦੀ ਹੈ, ਅਸੀਂ ਸਰਕਾਰੀ ਨੌਕਰੀਆਂ, ਹੋਰਡਿੰਗ, ਇਹ ਉਹ ਕਰਦੀ ਪਈ ਹੈ, ਉਹਨਾਂ ਪੈਸਾ ਤੁਸੀਂ ਉਹ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਕਰਵਾ ਦਿੰਦੇ ਉਹਨਾਂ ਦੇ ਨਾਂ ਦੇ ਉੱਤੇ। ਜੇ ਸਰਕਾਰ ਨੂੰ ਪੈਸਾ ਚਾਹੀਦਾ ਸੀ, ਉਹ ਜ਼ਮੀਨ ਦਾ ਮੁੱਲ ਪਾ ਕੇ ਉਹ ਆਪਣੇ ਖਜ਼ਾਨੇ 'ਚ ਫਿਰ ਜਮ੍ਹਾਂ ਕਰਾ ਦਿੰਦੇ। ਉਹ ਪੈਸਾ ਜਿਹੜਾ ਤੁਸੀਂ ਐਡਵਰਟਾਈਜ਼ਮੈਂਟਸ ਦੇ ਉੱਤੇ ਫੂਕਦੇ ਪਏ ਹੋ, ਉਹ ਉੱਥੇ ਫੂਕਣ ਦੀ ਬਜਾਏ ਇਹਨਾਂ ਦੇ ਘਰ ਬਣੇ ਰਹਿੰਦੇ ਤੇ ਕੀ ਚਲਾ ਜਾਂਦਾ ਸਰਕਾਰ ਦਾ? ਉਹ ਕਿਉਂ ਠੰਡਾ 'ਚ ਰੁਲਦੇ ਫਿਰਦੇ ਨੇ, ਬਦਅਸੀਸਾਂ ਦਿੰਦੇ ਫਿਰਦੇ ਨੇ? ਉਹ ਕੁਰਸੀ ਤੇ ਬਹਿ ਕੇ ਫਿਰ ਬੰਦਾ ਨਾ ਇਹਨਾਂ ਦਾ ਬੰਦੇ ਨੂੰ ਬੰਦਾ ਨਹੀਂ ਸਮਝਦਾ, ਉਹਦੀਆਂ ਝੰਡਾਇਆ ਜਾਂਦਾ, ਉਹਦੀਆਂ ਅੱਖਾਂ ਤੇ ਅੱਗੇ ਧੁੰਦ ਆਉਣੀ, ਬੰਦੇ ਨੂੰ ਬੰਦਾ ਨਹੀਂ ਸਮਝਦਾ। ਜਿਵੇਂ ਬਜ਼ੁਰਗ ਉਹਨੂੰ ਸਮਝ ਨਹੀਂ ਆਉਂਦੀ ਫਿਰ ਮੈਂ ਕੀ ਕਰਨਾ। ਉਹਨੂੰ ਇਹ ਹੁੰਦਾ ਕਿ ਮੇਰੇ ਤੋਂ ਕੋਈ ਕਲਿਆਣਕਾਰੀ ਜਾਂ ਕੋਈ ਚੰਗਾ ਕੰਮ ਨਾ ਆ ਜੇ, ਜਿਹੜੇ ਕੰਮ ਉਹ ਪਿਛਲੀਆਂ ਪਾਰਟੀਆਂ ਕਰਕੇ ਗਈਆਂ ਉਦਾਂ ਦੇ ਮੈਂ ਕਰਾਂ ਤੇ ਫਿਰ ਲੋਕ ਖੁਸ਼ ਹੋਣਗੇ। ਬਸ ਇਹ ਪਤਾ ਨਹੀਂ ਕਿਸ ਤਰ੍ਹਾਂ ਦੀ ਸੋਚ ਨਾਲ ਚੱਲਦੇ ਪਏ ਨੇ, ਕਿਹੜੇ ਕਾਨੂੰਨ ਨੇ ਜਿਹੜੇ ਲੈ ਕੇ ਤੁਰਦੇ ਅੱਗੇ ਵਧੋ। ਹਾਲਾਂਕਿ ਸਭ ਨੂੰ ਨਾਲ ਲੈ ਕੇ ਤੁਰਨਾ, ਸਭ ਦੇ ਵਾਸਤੇ ਕੰਮ ਕਰਨਾ ਹੀ ਸਰਕਾਰਾਂ ਦਾ ਕੰਮ ਹੁੰਦਾ ਹੈ। ਸਹੀ ਗੱਲ। ਬਣੇ ਬਣਾਏ ਘਰ ਤੋੜ ਦਿਓ। ਚਲੋ ਜੀ, ਹੁਣ ਅੱਗੇ ਚੱਲਦੇ ਹਾਂ। ਅਗਲੀ ਗੱਲ ਇਹ ਹੈ ਕਿ ਰੂਸ ਨਾਲ ਜੰਗ ਖਤਮ ਕਰਵਾਉਣ ਵਿੱਚ ਭਾਰਤ ਹੁਣ ਪਾਸਾ ਨਹੀਂ ਵੱਟੇਗਾ। ਇਹ ਜ਼ੈਲੈਂਸਕੀ ਨੇ ਕਿਹਾ, ਜਿਹੜੇ ਯੂਕਰੇਨ ਦੇ ਪ੍ਰੈਜ਼ੀਡੈਂਟ ਨੇ, ਉਹਨਾਂ ਨੇ ਕਿਹਾ ਇਹ ਗੱਲ। ਹਾਂ, ਇਸ ਵੇਲੇ ਪਤਾ ਗੱਲ ਹੋਈ ਕਿ ਜਦੋਂ ਇਹ ਅਮਰੀਕਾ ਤੋਂ ਆਏ ਆ, ਬਾਈਡਨ ਨਾਲ ਮਿਲੇ ਵੀ ਆ, ਉੱਥੋਂ ਤੱਕ ਗੱਲ ਹੋਈ, ਉੱਥੇ ਸਲਾਹ ਮਸ਼ਵਰਾ ਹੋਇਆ ਕਿ ਇਸ ਵੇਲੇ ਕੌਣ ਪੱਖਪਾਤੀ ਤਰੀਕੇ ਨਾਲ ਸਾਡੇ ਨਾਲ ਅੱਗੇ ਆ ਸਕਦਾ। ਫਿਰ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਮੋਦੀ ਸਾਹਿਬ ਨਾਲ ਗੱਲ ਹੋ ਗਈ, ਔਰ ਉਹਨਾਂ ਨੇ ਕਿਹਾ ਕਿ ਅਸੀਂ ਖਾਸ ਤੌਰ ਤੇ ਜਿਹਦੇ ਵਿੱਚ ਜਿਹੜਾ 20 ਸਿਖਰ ਸੰਮੇਲਨ ਦੀ ਮੀਟਿੰਗ ਵੀ ਹੈਗੀ, ਉਹਦੇ 'ਚ ਵੀ ਬਹੁਤ ਕੰਟਰੀ ਆ ਰਹੇ ਆ। ਫਿਰ ਉਹਨਾਂ ਨੇ ਉਮੀਦ ਜ਼ਾਹਰ ਕੀਤੀ ਹੈ, ਉਹਨਾਂ ਨੇ ਇੱਕ ਚੈਨਲ 'ਤੇ ਇਹਨਾਂ ਦੇ ਪ੍ਰੈਜ਼ੀਡੈਂਟ ਨੇ, ਯੂਕਰੇਨ ਦੇ ਨੇ, ਉੱਤੇ ਸਪੀਚ ਦਿੱਤੀ ਹੈ। ਉਹ 'ਚ ਕਿਹਾ ਕਿ ਮੈਨੂੰ ਪੂਰਨ ਆਸ ਹੈ, ਉਮੀਦ ਆ ਕਿ ਇਸ ਵੇਲੇ ਜਿਹੜਾ ਇਹ ਫੈਸਲਾ ਵਾ, ਇਹ ਬਿਲਕੁਲ ਭਾਰਤ ਦੇ ਹੱਥ ਵਿੱਚ ਵੀ ਹੈਗਾ, ਹੋਰ ਰਾਜ, ਹੋਰ ਦੇਸ਼ ਵੀ ਹੈਗੇ ਆ। ਜਦੋਂ ਇੱਕ ਕੰਬਾਈਨਡ ਮੀਟਿੰਗ ਹੋ ਗਈ, ਉਹਦੇ ਵਿੱਚ ਭਾਰਤ ਨੂੰ ਇਹ ਚਾਹੀਦਾ ਕਿ ਅੱਗੇ ਜਾ ਕੇ ਆਪਣਾ ਡਿਸੀਜਨ ਲਵੇ, ਕਿਉਂਕਿ ਹੁਣ ਤੱਕ ਇਹਨਾਂ ਨੇ ਆਪਣਾ ਪੱਖ ਉਸ ਤਰੀਕੇ ਦਾ ਨਹੀਂ ਰੱਖਿਆ। ਪਰ ਉਹ ਕਹਿੰਦਾ ਮੈਨੂੰ ਪਤਾ ਲੱਗ ਗਿਆ ਕਿ ਮੋਦੀ ਸਰਕਾਰ ਨਾਲ ਜਾਂ ਜੋ ਕੁਝ ਕਰਨਾ, ਇਸ ਵੇਲੇ ਕੈਬਨਿਟ ਮੀਟਿੰਗ ਹੋ ਚੁੱਕੀ ਉਹਨਾਂ ਦੀ, ਔਰ ਇਹ ਰਸ਼ੀਆ ਨੂੰ ਸਮਝਾਉਣਗੇ, ਕਿਉਂਕਿ ਉਹਨਾਂ ਦੇ ਗੱਲ ਹੋਈ ਵੀ ਉਹਨਾਂ ਨਾਲ, ਜਿਹੜੇ ਉੱਥੋਂ ਦੇ ਰਸ਼ੀਆ ਦੇ ਪ੍ਰੈਜ਼ੀਡੈਂਟ ਨੇ ਪੁਤਿਨ ਜੀ, ਔਰ ਉਹਨਾਂ ਨੇ ਕਿਹਾ ਕਿ ਤੁਸੀਂ ਹੁਣ ਇੱਕ ਸਿਖਰ ਸੰਮੇਲਨ ਦੀ ਮੀਟਿੰਗ ਹੈ, ਉਹਦੇ ਵਿੱਚ ਇਹ ਹੋਊਗਾ ਕਿ ਅੱਗੇ ਵਿਨਾਸ਼ਕਾਰੀ ਯੁੱਧ ਜਿਹੜਾ ਹੈਗਾ ਉਹਨੂੰ ਉਤੋਂ ਬਚਾਓ ਕਰੋ, ਇੰਨੇ ਲੋਕਾਂ ਨੂੰ ਨਾ ਮਾਰੋ, ਇੰਨੀ ਲੰਬੀ ਜੰਗ ਨਾ ਕਰੋ, ਤਾਂ ਕਿ ਲੋਕ ਜਿਹੜੇ ਵਿਚਾਰੇ ਆ ਰੋਜ਼ ਦਿਹਾੜੀ ਜ਼ਿੰਦਗੀ ਤੋਂ ਆਪਣੇ ਹੱਥ ਨਾ ਧੋ ਲੈਣ, ਥੋੜ੍ਹਾ ਬਹੁਤ ਜਿਹੜਾ ਬਚ ਗਿਆ ਉਹਨਾਂ ਦਾ ਉਹਨੂੰ ਤਾਂ ਬਚਾ ਲਓ। ਕਿ ਤੁਹਾਡਾ ਰਸ਼ੀਆ ਇੰਨਾ ਵੱਡਾ ਦੇਸ਼ ਹੈਗਾ, ਉਹ ਤਾਂ ਤੁਹਾਡੇ ਕੋਲ ਸੰਭਾਲਿਆ ਨਹੀਂ ਜਾਂਦਾ, ਕਈ ਵਾਰੀ ਸਕੈਟਰਡ ਹੋਇਆ, ਅਤੇ ਤੁਸੀਂ ਬਾਕੀ ਦੇਸ਼ਾਂ 'ਤੇ ਵੀ ਆਪਣੀ ਅੱਖ ਰੱਖੀ ਆ, ਉਹਨਾਂ 'ਤੇ ਵੀ ਨਜ਼ਰ ਰੱਖੀ ਆ। ਔਰ ਇਸ ਕਰਕੇ ਇਹਨਾਂ ਨੇ ਕਿਹਾ, ਕਿਉਂਕਿ ਜਦੋਂ ਪਾਪੂਲੇਸ਼ਨ ਆਪਣੀ ਇੰਡੀਆ ਦੀ ਬਹੁਤ ਜ਼ਿਆਦਾ ਆ, ਪਰ ਉਹਨਾਂ ਏਰੀਆ ਨਹੀਂ ਗਾ ਜਿੰਨਾ ਰਸ਼ੀਆ ਕੋਲ ਹੈਗਾ, ਉਹਨਾਂ ਏਰੀਆ ਨਹੀਂ ਜਿੰਨਾ ਕੈਨੇਡਾ ਕੋਲ ਹੈਗਾ, ਉਹਨਾਂ ਜਿੰਨਾ ਆਪਣੇ ਯੂਨਾਈਟਿਡ ਸਟੇਟ ਅਮਰੀਕਾ ਕੋਲ ਹੈਗਾ। ਪਰ ਉਹਦੇ ਬਾਵਜੂਦ ਵੀ ਜੋ ਕੁਛ ਮਹਿੰਗਾਈ, ਜੋ ਕੁਛ ਰਹਿਣ ਸਹਿਣ ਹੈਗਾ, ਉਹਨਾਂ ਦੀ ਇਸ ਵੇਲੇ ਹਾਲਤ ਵਿਗੜੀ ਪਈ ਆ। ਇੰਡੀਆ ਫਿਰ ਰੋਟੀ ਖਾ ਰਿਹਾ, ਜੋ ਮਰਜ਼ੀ ਹੈਗਾ,
ਜੁਆਇੰਟ ਫੈਮਿਲੀ ਵੀ ਹੈਗੀਆਂ, ਚੰਗੇ ਕੱਪੜੇ ਵੀ ਪਾ ਰਿਹਾ। ਇਸੇ ਕਰਕੇ ਇਹਨਾਂ ਕਿਹਾ ਕਿ ਇੰਡੀਆ ਯੁੱਧ ਤੋਂ ਬਾਹਰ ਰਿਹਾ, ਬਚਾ ਰਿਹਾ। ਜਿਹੜਾ ਯੁੱਧ ਹੈ ਵਿਨਾਸ਼ਕਾਰੀ ਹੁੰਦਾ, ਇਹਦੇ 'ਚ ਜਿਹੜਾ ਸਿੱਟਾ ਹੈਗਾ ਮਾੜਾ ਹੀ ਨਿਕਲਦਾ। ਇਸ ਕਰਕੇ ਇਹਨਾਂ ਨੇ ਕਿਹਾ ਕਿ ਜੈਸਾ ਸਲੰਕੀ ਨੂੰ ਕਿਹਾ ਤਾਂ ਕਿ ਤੁਸੀਂ ਹੁਣ ਚਿੰਤਾ ਮੁਕਤ ਹੋ ਜਾਓ, ਔਰ ਅਸੀਂ ਚਾਹੁੰਦੇ ਹਾਂ ਕਿ ਲੜਾਈ ਬੰਦ ਹੋ ਜਾਏ ਅਤੇ ਬੱਚੇ ਪੜ੍ਹਨ ਸਕੂਲੇ ਜਾਣ, ਔਰਤਾਂ ਆਪਣੀਆਂ ਫਿਰ ਰਸੋਈਆਂ ਨੂੰ ਜਗਾਉਣ, ਆਪਣੀਆਂ ਸਾਰੀਆਂ ਰੋਟੀਆਂ ਬਣਾਉਣ ਤੁਹਾਡੇ ਲਈ, ਅਤੇ ਤੁਸੀਂ ਖਾਓ ਅਤੇ ਉਸੇ ਤਰ੍ਹਾਂ ਦੀ ਸਿੰਪਲ ਗੱਲ ਹੈ। ਹਾਂ 10 ਮਹੀਨੇ ਤੋਂ ਉੱਤੇ ਹੋ ਗਏ, ਹਾਂ ਸਾਲ ਦੇ ਕਰੀਬ ਹੀ ਹੋ ਗਿਆ ਕਿ ਫਾਇਦਾ ਕਿਹਦਾ ਹੁੰਦਾ ਹੈ? ਫਾਇਦਾ ਕਿਸੇ ਦਾ ਨਹੀਂ, ਹਾਂ ਨਾ ਜਿੱਤਣ ਵਾਲੇ ਦਾ ਨਾ ਹਾਰਨ ਵਾਲੇ ਦਾ। ਫਾਇਦਾ ਕਿਸੇ ਦਾ ਨਹੀਂ, ਫਾਇਦਾ ਉਹਨਾਂ ਦਾ ਜਿਹੜੇ ਹਥਿਆਰ ਵੇਚਦੇ ਬਾਅਦ ਆਹ ਗੱਲ ਹੈਗੀ। ਹਥਿਆਰ ਵੇਚਣ ਵਾਲਿਆਂ ਦਾ ਫਾਇਦਾ ਹੈ, ਹਾਂ ਬਾਕੀ ਸਭ ਦਾ ਨੁਕਸਾਨ ਹੈ। ਹਿਟਲਰ ਨੇ ਕਿਹਾ ਸੀ ਕਿ ਜਿਹੜੇ ਐਟਮ ਬੰਬ ਬਣਦੇ ਆ ਨਾ, ਇਹ ਕਬੂਤਰ ਮਾਰ ਲਈ ਨਹੀਂ ਹੁੰਦੇ, ਇਹ ਸਿਰਫ ਹੈਗੇ ਆ ਲੋਕਾਂ ਨੂੰ ਤੰਗ ਕਰਨ ਲਈ, ਉਜਾੜਾ ਕਰਨ ਲਈ, ਔਰ ਉਹਦੇ ਵਿੱਚ ਜਿਹੜਾ ਹੈਗਾ ਪੈਸਾ ਇਕੱਠਾ ਕਰਕੇ ਆਪਣੇ ਦੇਸ਼ਾਂ 'ਚ ਲਿਆਉਣ ਦੀ। ਜਦੋਂ ਬੰਬ ਚੱਲ ਗਏ ਇਕੱਠਾ ਸਾਰਾ ਕੁਝ ਮਾਰੇ ਗਏ, ਜਿੱਦਾਂ ਜਾਪਾਨ 'ਚ ਚੱਲੇ ਸੀ ਐਟਮ ਬੰਬ, ਉਹ ਵਰਲਡ ਵਾਰ 'ਚ, ਹਾਂ ਦੋਨਾਂ 'ਚ। ਅਜੇ ਤੱਕ ਉਹ ਲੋਕ ਸਿੱਧੇ ਹੋ ਕੇ ਤੁਰ ਨਹੀਂ ਸਕਦੇ, ਉੱਥੇ ਘਰ ਵੀ ਉਜਾੜ ਦਿੱਤੇ, ਦੁਨੀਆ ਵੀ ਉਜਾੜ ਦਿੱਤੀ, ਮਾਹੌਲ ਵੀ ਖਰਾਬ ਕਰ ਦਿੱਤਾ। ਇਹ ਕਹਿੰਦੇ ਵਿਨਾਸ਼ਕਾਰੀ ਆ। ਉਹਨਾਂ ਕਿਹਾ ਕਬੂਤਰ ਤਾਂ ਨਹੀਂ ਇਕੱਲੇ ਮਾਰਨ ਲਈ ਬਣਾਏ ਹੁੰਦੇ, ਕਿ ਜਿਹਦੇ ਨਾਲ ਗਲੇਲ ਹੈ ਤਾਂ ਕਬੂਤਰ ਮਾਰ ਦਿਓ, ਇਹ ਤਾਂ ਲੋਕਾਂ ਨੂੰ ਮਾਰ ਨਹੀਂ ਹੁੰਦਾ। ਇਹ ਵਿਨਾਸ਼ਕਾਰੀ ਜੰਤਰ ਆ ਸਾਰਾ ਕੁਝ। ਬਿਲਕੁਲ ਜੀ। ਔਰ ਕਿਹਾ ਜਾਂਦਾ ਕਿ ਜਿਹੜਾ ਇਨਸਾਨ ਹੈ ਨਾ, ਉਹ ਕੁਦਰਤ ਦੀ ਸਭ ਤੋਂ ਸਿਆਣੀ ਰਚਨਾ ਹੈ। ਆ ਕਿੰਨਾ ਸੋਹਣੀ ਸਿਆਣਪ ਹੈ, ਦੇਖੋ ਤਾਂ ਸਹੀ। ਹਾਂ ਬ੍ਰੇਨ ਜਦੋਂ ਉਲਟਾ ਚੱਲੇ ਨਾ ਫਿਰ ਇਦਾਂ ਹੀ ਹੁੰਦਾ, ਇਹ ਉਲਟਾ ਬ੍ਰੇਨ ਚੱਲ। ਹੋਰ ਕੋਈ ਜੀਵ ਜੰਤੂ ਦੇਖਿਆ ਜਿਹੜਾ ਕੁਦਰਤ ਨੂੰ ਨੁਕਸਾਨ ਪਹੁੰਚਾਉਂਦਾ? ਕਦੀ ਵੀ ਨਹੀਂ। ਜੀਵ ਸਿਰਫ ਜੰਤੂ ਇਨਸਾਨ ਹੈ, ਉਹ ਕਦੀ ਉਜਾੜਾ ਨਹੀਂ ਕਰਦਾ ਕਦੀ। ਕਈ ਵਾਰ ਸਿਆਣੇ ਪਤਾ ਕੀ ਕਹਿੰਦੇ ਨੇ, ਕਹਿੰਦੇ ਜੇ ਮੰਨ ਲਓ ਇਨਸਾਨ ਇਸ ਧਰਤੀ ਤੇ ਨਾ ਹੋਵੇ ਤਾਂ ਕੋਈ ਸਮੱਸਿਆ ਹੀ ਨਹੀਂ ਹੈਗੀ, ਸਭ ਕੁਝ ਸਹੀ ਚੱਲਦਾ ਪਿਆ, ਸਾਰਾ ਕੁਦਰਤ ਦੇ ਭਾਣੇ 'ਚ ਚੱਲਦਾ ਪਿਆ, ਸਾਰਾ ਕੁਝ ਚੱਲੂਗਾ, ਕੁਦਰਤ ਦੇ ਮੁਤਾਬਿਕ ਤੁਰਦੇ ਪਏ ਨੇ। ਇਹ ਇਨਸਾਨ ਜਿਹੜਾ ਕੁਦਰਤ ਨੂੰ ਕਾਬੂ ਕਰਨ ਤੁਰਿਆ ਹੋਇਆ। ਬਿਲਕੁਲ। ਇੱਥੇ ਤੁਹਾਨੂੰ ਯਾਦ ਹੋਣਾ ਜਦੋਂ ਕਰੋਨਾ ਸੀਗਾ, ਜਿੰਨੀ ਦੇਰ ਤੱਕ ਕਰੋਨਾ ਦਾ ਐਟਮੋਸਫੀਅਰ ਸੀਗਾ, ਉਦੋਂ ਤੱਕ ਲੋਕਾਂ ਨੇ ਗੱਡੀਆਂ ਚਲਾਉਣੀਆਂ ਬੰਦ ਕਰਤੀਆਂ, ਮੂੰਹ ਬੰਦ ਕਰਕੇ ਚੱਲਣਾ ਸ਼ੁਰੂ ਕਰ ਦਿੱਤਾ, ਕੋਈ ਸਮਾਗਮ 'ਤੇ ਜਾਣਾ ਉਹਨਾਂ ਬੰਦ ਕਰ ਦਿੱਤਾ, ਕਿਸੇ ਪਾਸੇ ਕੋਈ ਭੀੜ ਭੜੱਕਾ ਨਹੀਂ, ਕੁਛ ਨਹੀਂ ਸੀਗਾ, ਅਤੇ ਵਾਤਾਵਰਨ ਸਾਫ਼। ਔਰ ਇੱਥੇ ਜਲੰਧਰ ਤੋਂ ਹੀ ਤੁਹਾਨੂੰ ਪਹਾੜ ਨਜ਼ਰ ਆਉਂਦੇ ਸੀ, ਜਲੰਧਰ ਤੋਂ ਹੀ ਤੁਹਾਨੂੰ ਜਿਹੜੇ ਉਹ ਸਾਰੇ ਰੁੱਖ ਨਜ਼ਰ ਆਉਂਦੇ ਸੀ, ਇੱਥੋਂ ਹੀ ਚਾਨਣ ਨਜ਼ਰ ਆਉਂਦਾ ਸੀਗਾ। ਇਹ ਹੁੰਦਾ ਅਸੀਂ ਜਿੰਨਾ ਤੁਰਾਂਗੇ, ਜਿੰਨਾ ਕੁਛ ਕਰਾਂਗੇ, ਉਹਨਾਂ ਵਿਨਾਸ਼ ਕਰ ਰਹੇ, ਉਹਨਾਂ ਲੋਕਾਂ ਦਾ ਤਬਾਹੀ ਕਰ ਰਹੇ ਹਾਂ। ਮਨੁੱਖ ਬਹੁਤ ਜ਼ਿਆਦਾ ਡਿਵੈਲਪਮੈਂਟ ਵਾਲੇ ਪਾਸੇ ਨਹੀਂ ਜਾਂਦਾ। ਡਿਵੈਲਪਮੈਂਟ ਕੌਣ ਕਰਦੀ ਹੈ? ਕੁਦਰਤ ਦਾ ਜਿਹੜਾ ਅਜੂਬਾ ਕੰਮ ਹੈਗਾ ਉਹ ਕਰਦਾ, ਉਹਨਾਂ ਕਰਨਾ ਜਿਹਦੇ ਵਿੱਚੋਂ ਕੁਦਰਤ ਟਾਈਮ ਦੀ ਬਹੁਤ ਪਾਬੰਦ ਹੈ। ਪਤਝੜ ਜਦੋਂ ਆਉਣੀ ਆ, ਜਦੋਂ ਬਹਾਰ ਆਉਣੀ ਆ, ਸੂਰਜ ਨੇ ਜਦੋਂ ਚੜ੍ਹਨਾ ਉਦੋਂ ਚੜ੍ਹਨਾ ਵਾ, ਜਦੋਂ ਡੁੱਬਣਾ, ਚੰਦਰਮਾ ਨੇ ਜਦੋਂ ਰੋਸ਼ਨੀ ਦੇਣੀ ਹੈ, ਤਾਰਿਆਂ ਨੇ ਜਦੋਂ ਆਉਣਾ। ਅਨੁਸ਼ਾਸਨ ਹੈ, ਕਿਹੜਾ ਟਾਈਮ ਟੇਬਲ, ਕੁਦਰਤ ਕਿਹੜੀ ਘੜੀ ਕੰਮ ਕਰਦੀ ਹੈ। ਇਹ ਘੜੀਆਂ ਵੇਖ ਕੇ ਵੀ ਉਲਟੇ ਕੰਮ ਕਰਦੇ। ਬਿਲਕੁਲ। ਹੁਣ ਪੁਤਿਨ ਵੀ ਚਾਹੁੰਦੇ ਨੇ ਕਿ ਯੁੱਧ ਖਤਮ ਹੋਵੇ, ਕਿਉਂਕਿ ਰਸ਼ੀਆ ਵੀ ਡਾਵਾਡੋਲ ਹੈ, ਉਹ ਵੀ ਥੱਕ ਚੁੱਕੇ ਮੇਰਾ ਇੱਕ ਨਾ ਗੀਤ ਹੈ, ਸਭ ਕੁਝ ਲੁਟਾ ਕੇ ਹੋਸ਼ में ਆਏ तो क्या किया। ਹੁਣ ਆਹ ਹਿਸਾਬ ਹੈ ਇਹਨਾਂ ਦਾ। ਹੁਣ ਹੋਸ਼ ਹੁਣ ਆ ਰਿਹਾ, 10 ਮਹੀਨੇ ਹੋ ਗਏ, ਸਭ ਕੁਝ ਲੁਟਾ ਕੇ ਹੋਸ਼ में ਆਏ, ਤੇ ਕੀ ਖੱਟਣਗੇ? ਕੀ ਖੱਟਿਆ? ਕੁਝ ਵੀ ਨਹੀਂ। ਜਾਨਾਂ ਵੀ ਗਵਾਈਆਂ, ਖੰਡਰ ਵੀ ਬਣਵਾ ਲਏ, ਹੁਣ ਮੁੜ ਤੋਂ ਫਿਰ ਸ਼ੁਰੂ ਕਰੋ, ਜ਼ੀਰੋ ਤੋਂ ਸਟਾਰਟ ਹੋ। ਬਦਨਾਮੀ ਖੱਟੀ, ਬਸ ਬਦਨਾਮੀ ਖੱਟੀ, ਔਰ ਇੰਨਾ ਕਰਜ਼ਾ ਚੜਾ ਲਿਆ, ਬਸ ਹੁਣ ਜ਼ੀਰੋ ਤੋਂ ਸਟਾਰਟ ਹੋਵੋ, ਪਤਾ ਨਹੀਂ ਕਿੰਨੀਆਂ ਪੀੜ੍ਹੀਆਂ ਲੰਘ ਜਾਣਗੀਆਂ ਇਹ ਕਰਜ਼ੇ ਉਤਾਰਦੇ। ਇਹ ਰਸ਼ੀਆ ਬਹੁਤ ਅੱਗੇ ਚਲੇ ਗਿਆ, ਇਕਨੋਮਿਕਲੀ ਬਹੁਤ ਡਾਊਨ ਗਿਆ ਸੀ ਪਹਿਲੇ ਸਮੇਂ 'ਚ ਵੀ। ਯੂਕਰੇਨ ਦਾ ਕੀ ਹਾਲ ਹੋਇਆ? ਹਾਂ, ਯੂਕਰੇਨ ਤਾਂ ਵਿਚਾਰਾ ਲੜਾਈ ਨੂੰ ਸਾਹਮਣਾ ਕਰ ਰਿਹਾ ਨਾ, ਉਹਦੇ ਨਾਲ ਰੋਮਾਨੀਆ ਵਾ, ਉੱਤੇ ਵੀ ਇਹ ਪ੍ਰਭਾਵ ਪਿਆ। ਯੂਕਰੇਨ ਦੇ ਨਾਲ ਰੋਮਾਨੀਆ, ਉਹ ਲੋਕ ਦੌੜ ਕੇ ਰੋਮਾਨੀਆ ਨੂੰ, ਉਹਦੀਆਂ ਸੜਕਾਂ 'ਤੇ ਉਹਦੇ ਜਿਹੜਾ ਹੈਗਾ ਸਰਹੱਦ ਦੇ ਨਾਲ ਲੋਕ ਚੱਲ ਕੇ ਭੱਜ ਜਾਏ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਚਲੋ, ਕਿਉਂਕਿ ਯੁੱਧ ਤਾਂ ਕਿਸੇ ਦਾ ਸਗਾ ਨਹੀਂ, ਉਹ ਤਾਂ ਸਭ ਨੂੰ ਖਤਮ ਕਰਦਾ ਹੈ। ਆਪਾਂ ਅੱਗੇ ਚੱਲੀਏ, ਸ਼ਾਂਤੀ ਦੀ ਕੋਈ ਗੱਲ ਹੋਣੀ ਚਾਹੀਦੀ ਹੈ। ਬਿਲਕੁਲ। ਉਹ ਮੈਂ ਕੋਈ ਦੇਖਦਾ, ਕੋਈ ਟੌਪਿਕ ਲੱਭੇ ਮੈਨੂੰ ਜਿਹਦੇ 'ਚ ਸ਼ਾਂਤੀ ਦੀ ਕੋਈ ਗੱਲ ਹੋਵੇ, ਸ਼ਾਂਤੀ ਲੱਭਦੀ ਨਹੀਂ ਸਾਰੀ ਦੁਨੀਆ ਦੇ ਵਿੱਚ। ਮੇਰਾ ਕਹਿੰਦਾ ਇਤਿਹਾਸ ਫੋਲ ਕੇ ਦੇਖ ਲਓ, ਸ਼ਾਇਦ ਹੀ ਕਦੇ ਸ਼ਾਂਤੀ ਵਾਲਾ ਸਮਾਂ ਰਿਹਾ ਹੋਵੇ। ਕਿਤੇ ਨਾ ਕਿਤੇ ਯੁੱਧ, ਕਿਸੇ ਨਾ ਕਿਸੇ ਪ੍ਰਦਰਸ਼ਨ, ਕਿਤੇ ਨਾ ਕਿਤੇ ਵਿਰੋਧ, ਇਹ ਚੱਲਦਾ ਹੀ ਰਿਹਾ। ਕਿਤੇ ਨਾ ਕਿਤੇ ਸੱਚ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼। ਪਰ ਜਿਹੜੇ ਨਾ ਧਾਰਮਿਕ ਸਥਾਨ ਆ, ਜਿੱਥੇ ਹੁਣ ਗੁਰੂ ਸਾਹਿਬ ਨੇ ਦਸਮ ਪਿਤਾ ਜੀ ਦਾ ਅੱਗੇ ਗੁਰਪੁਰਬ ਆ ਰਿਹਾ, ਬੱਚਿਆਂ ਦੀ ਜਿਹੜੀ ਸ਼ਹਾਦਤ ਆ ਸਾਹਿਬਜ਼ਾਦਿਆਂ ਦੀ, ਉਹ ਆ ਰਹੀ ਆ। ਲੋਕ ਇਸ ਵੇਲੇ ਕੀਰਤਨਵਾਂ ਜਿਹੜੇ ਵੀ ਜਥੇਬੰਦੀਆਂ ਨੇ, ਉਹ ਆਪਣੇ ਕੀਰਤਨ ਕਰ ਰਹੇ ਆ। ਸ਼ਾਂਤੀ ਜੇ ਟਟੋਲਣੀ ਆ ਜਾਂ ਵੇਖਣਾ ਵਾ, ਜਾਂ ਜੇ ਤੁਸੀਂ ਆਪਣੇ ਸਾਰੇ ਸਰੀਰ ਨੂੰ ਸ਼ਾਂਤ ਰੱਖਣਾ, ਫਿਰ ਧਾਰਮਿਕ ਸਥਾਨ ਨੇ ਔਰ ਗੁਰੂਆਂ ਦੇ ਉਪਦੇਸ਼ ਨੇ, ਗੁਰਬਾਣੀ ਹੈ, ਉਹ ਹੈ। ਬਾਕੀ ਤਾਂ ਤੁਹਾਨੂੰ ਦੁਨੀਆ 'ਚ ਇਹ ਡਾਂਗ ਸੋਟਾ ਹੀ ਮਿਲੂਗਾ ਬਸ। ਚਲੋ ਅੱਗੇ ਚੱਲਦੇ ਹਾਂ। ਸੰਯੁਕਤ ਰਾਸ਼ਟਰ ਵੱਲੋਂ UNO, ਉਹਨਾਂ ਨੇ ਕਿਹਾ ਕਿ ਔਰਤਾਂ ਤੇ ਲਗਾਈਆਂ ਨੇ ਜਿਹੜੀਆਂ ਪਾਬੰਦੀਆਂ, ਤਾਲਿਬਾਨ ਨੇ ਉਹਦਾ ਜਵਾਬ ਮੰਗਿਆ ਹੈ ਤਾਂ ਪਾਬੰਦੀਆਂ ਫੌਰੀ ਤੌਰ ਤੇ ਹਟਾਈਆਂ ਜਾਣ। ਪਹਿਲਾਂ ਪੜ੍ਹਾਈ ਦੇ ਉੱਤੇ ਪਾਬੰਦੀ, ਹੁਣ NGO ਦੇ ਉੱਤੇ ਪਾਬੰਦੀ, ਔਰਤਾਂ ਤੇ ਪਾਬੰਦੀਆਂ। ਕਾਰਨ ਦੱਸਦੇ ਨੇ ਕਿ ਉਹਨਾਂ ਨੇ ਹਿਜਾਬ ਨਹੀਂ ਪਾਇਆ ਸੀ, ਹਿਜਾਬ ਦੀ ਉਲੰਘਣਾ ਕੀਤੀ, ਇੱਦਾਂ ਦੀਆਂ ਤਮਾਮ ਗੱਲਾਂ ਹੁੰਦੀਆਂ ਪਈਆਂ ਨੇ। ਹਾਂ, UNO ਨੇ ਜੇ ਐਤਕੀ ਐਕਸ਼ਨ ਲਿਆ ਤਾਂ ਵਧੀਆ ਗੱਲ ਹੈਗੀ, ਕਿਉਂਕਿ ਉਹ ਬੜਾ
ਜਿੰਨਾ ਵੀ ਆ ਨਾ ਆਪਣੇ ਮਨਮਾਨੇ ਤਰੀਕੇ ਨਾਲ ਕਰ ਰਹੇ ਆ, ਕਿਉਂਕਿ ਜਿਹੜਾ ਹਿਊਮਨ ਰਾਈਟਸ ਉਹਦੇ ਵਿੱਚ ਜੋ ਰਾਈਟ ਬਣਦੇ ਆ ਉਹਦੇ ਅਕੋਰਡਿੰਗ ਇਹਨਾਂ ਨੇ ਉਹਨਾਂ ਕੋਲ ਪੁੱਛਿਆ, ਉਹਨਾਂ ਦੀ ਇਨਕੁਆਇਰੀ ਕੀਤੀ ਹੈ ਕਿ ਜਿਹੜੀਆਂ ਕੁੜੀਆਂ ਪੜ੍ਹਨ ਜਾਂਦੀਆਂ ਸਕੂਲਾਂ ਕਾਲਜ 'ਚ ਕਿਉਂ ਬੰਦ ਕਰ ਦਿੱਤੇ, ਔਰ ਜਿਹੜੀਆਂ ਉਹਦੇ ਵਿੱਚ ਕੰਮ ਕਰਦੀਆਂ ਗੌਰਮੈਂਟ ਜੋਬ ਦੇ ਵਿੱਚ, ਪ੍ਰਾਈਵੇਟ ਕੰਪਨੀਆਂ ਦੇ ਵਿੱਚ, ਉਹਨਾਂ ਨੂੰ ਕਿਉਂ ਤੁਸੀਂ ਉੱਥੋਂ ਉਠਾ ਲਿਆ, ਔਰ ਤੁਸੀਂ ਕਿਹੜੇ ਸੰਨ ਦੀ ਗੱਲ ਕਰਦੇ ਜੇ, ਤੁਸੀਂ 500 ਸਾਲ ਪਿਛਾਂਹ ਦੀ ਗੱਲ ਕਰ ਰਹੇ ਜੇ, ਜਦੋਂ ਕਿ ਜੰਗਲਾਂ 'ਚ ਲੋਕ ਰਹਿੰਦੇ ਸੀ, ਤੁਸੀਂ ਆਦਿ ਮਨੁੱਖ ਦੀ ਗੱਲ ਕਰ ਰਹੇ ਜੇ। ਉਹਨਾਂ ਨੇ ਕਿਹਾ ਕਿ ਦੁਨੀਆ ਕਿਤੇ ਦੀ ਕਿਤੇ ਪਹੁੰਚ ਗਈ ਹੈ, ਫਿਰ ਉੱਥੇ ਦਾ ਉੱਥੇ ਨਾ ਰਹੋ। ਤਾਲਿਬਾਨ ਨੂੰ ਉਹਨਾਂ ਨੇ ਇਹ ਅੱਗੇ ਪੁੱਛ ਪੜਤਾਲ ਕੀਤੀ ਹੈ, ਕਿਉਂਕਿ ਪੁੱਛ ਸਕਦੇ ਆ, ਕਿਉਂਕਿ ਜਿਆਨੋ ਦੀ ਇੱਕ ਸੰਸਥਾ ਇੱਦਾਂ ਦੀ ਹੈਗੀ ਹੈ ਜਿੱਥੇ ਖਾਮਖਾ ਲੜਾਈ ਹੋਊਗੀ, ਜਿੱਥੇ ਲੋਕ ਆਪਣੇ ਆਰਬਿਟਰੀ ਤਰੀਕੇ ਨਾਲ ਡਿਸੀਜਨ ਲੈਣਗੇ, ਉੱਥੇ ਉਹਨਾਂ ਦੀ ਕਾਲ ਕਰ ਲੈਂਦੇ ਆ। ਹੁਣ ਇਸ ਵੇਲੇ ਇਹਨਾਂ ਦੇ ਵਿੱਚ ਦੇਖੋ, ਕੁੜੀਆਂ ਨੂੰ ਪੜ੍ਹਾਉਣ ਦੇ ਵਿੱਚ ਇਹਨਾਂ ਨੇ ਪਹਿਲਾਂ ਕਹਿਤਾ ਸੀ, ਜਦੋਂ ਤਾਲਿਬਾਨ ਆਈ ਹੈ ਸਰਕਾਰ, ਉਹਨਾਂ ਕਹਿਤਾ ਵੀ ਅਸੀਂ ਕੁੜੀਆਂ ਨੂੰ ਪੜ੍ਹਨ ਤੋਂ ਹਟਾਵਾਂਗੇ, ਔਰ ਉਹ ਜ਼ਮਾਨਾ ਪਹਿਲੋਂ ਦਾ ਸੀਗਾ ਜਦੋਂ ਕਿ ਗੱਲ ਇਹਨਾਂ ਨੇ ਸੋਚੀ ਸੀ। ਪਰ ਹੁਣ ਇਸ ਵੇਲੇ ਨਹੀਂ, ਉਹਨਾਂ ਨੇ ਇਹ ਕਿਹਾ ਵੀ ਕੁੜੀਆਂ ਨੂੰ ਲੜਾਓ। ਕੁੜੀਆਂ ਤੁਸੀਂ ਕਿਤੇ ਵੀਡੀਓ ਵੇਖੋ, ਮੋਟਰ ਗਨਾਂ ਲੈ ਕੇ ਆਪ ਚਲਾ ਰਹੀਆਂ ਸੀ ਉਸ ਵੇਲੇ ਅਫਗਾਨਿਸਤਾਨ ਦੇ ਵਿੱਚ, ਲੜਾਓ ਅਤੇ ਮਰਵਾਓ, ਬਸ ਉਹ ਹੈਗਾ। ਅਤੇ ਉਹਦੇ ਵਿੱਚ ਇਹ ਨਹੀਂ ਕਿਹਾ ਵੀ ਘਰ ਦੀਆਂ ਨਿਰਮਾਤਾ, ਘਰ ਨੂੰ ਰੱਖਣ ਵਾਲੀਆਂ ਸੰਭਾਲ ਕੇ ਕੁੜੀਆਂ ਹੀ ਹੁੰਦੀਆਂ, ਔਰ ਜੇ ਕੁੜੀਆਂ ਦੇ ਅਗੇਂਸਟ ਚਲੇ ਗਏ, ਜੇ ਕੁੜੀਆਂ ਨੇ ਤਲਵਾਰਾਂ ਚੁੱਕ ਲਈਆਂ ਜਾਂ ਕੁਛ ਹੋ ਗਿਆ, ਤਾਂ ਫਿਰ ਵੱਡ ਫੱਟ ਫਿਰ ਉਸੇ ਤਰ੍ਹਾਂ ਦੀ ਹੋ ਗਈ, ਕਿਉਂਕਿ ਉਹਨਾਂ ਨੂੰ ਘਰੋਂ ਬਾਹਰ ਨਹੀਂ ਨਿਕਲਣ ਦਿੰਦੇ, ਉਹਨਾਂ ਨੂੰ ਸਿਰਫ ਰਸੋਈ ਤੱਕ ਹੀ ਰੱਖਣਗੇ। ਔਰ ਹਿਜਾਬ ਪਾਉਣ ਦੇ ਵਿੱਚ ਵੀ ਉਹ ਜਿਹੜਾ ਰੌਲਾ ਪਿਆ, ਉਹ ਆਪਣੇ ਦੇਸ਼ 'ਚ ਵੀ ਹੈਗਾ, ਇਰਾਨ 'ਚ ਵੀ ਹੈਗਾ ਸੀਗਾ, ਅਫਗਾਨਿਸਤਾਨ 'ਚ ਤਾਂ ਪਹਿਲਾਂ ਹੀ ਹੈਗਾ। ਜਿੰਨਾ ਆਰਥੋਡਾਕਸ, ਜਿੰਨਾ ਪਿਛਾਂਹ ਖਿੱਚੂ, ਜਿੰਨਾ ਰੂੜੀਵਾਦੀ ਕੰਟਰੀ ਆ ਅਫਗਾਨਿਸਤਾਨ, ਕੋਈ ਵੀ ਨਹੀਂ। ਔਰ ਤਦੇ ਕਰਕੇ ਮਹਾਰਾਜਾ ਰਣਜੀਤ ਸਿੰਘ ਕੂਚ ਕਰਦੇ ਉੱਥੋਂ ਤੱਕ, ਕਾਬਲ ਕੰਧਾਰ ਤੱਕ ਚਲੇ ਗਏ ਸੀ ਉਦੋਂ ਤੱਕ, ਉਦੋਂ ਇਹਨਾਂ ਕੋਲ ਕੋਈ ਉਹਨਾਂ ਦਾ ਸਾਹਮਣਾ ਕਰਨ ਲਈ ਮਹਾਰਾਜਾ ਰਣਜੀਤ ਸਿੰਘ ਦੇ ਅੱਗੇ ਨਹੀਂ ਕੋਈ ਅੜ ਸਕਿਆ। ਪਰ ਹੁਣ ਆਪਣੀ ਸਰਕਾਰ ਦੇ ਲਈ ਅਮਰੀਕਾ ਨਾਲ ਵੀ ਇਹਨਾਂ 2-4 ਕੀਤੀਆਂ, ਉਹਨਾਂ ਨੂੰ ਵੀ ਭਜਾਇਆ ਉੱਥੋਂ, ਰਸ਼ੀਆ ਨਾਲ ਵੀ ਉਹਨਾਂ ਨੇ ਕੀਤਾ ਹੈ ਸਾਰਾ ਕੁਝ, ਕਿਉਂਕਿ ਜਿਹੜੇ ਇਹ ਕੰਟਰੀ ਦੇ ਲੋਕ ਹੈ ਜ਼ਮੀਨੀ ਲੜਾਈ ਤੋਂ ਬਹੁਤ ਗੁਰੇਜ਼ ਕਰਦੇ ਆ, ਲੜ ਨਹੀਂ ਸਕਦੇ। ਇਹਨਾਂ ਨੇ ਮਿਜ਼ਾਈਲਾਂ ਚਲਾਤੀਆਂ, ਬੈਠਿਆਂ ਨੇ ਉੱਥੋਂ ਕੰਪਿਊਟਰ 'ਤੇ ਲੜਾਈ ਕਰ ਲਈ, ਉਹ ਗੱਲ ਹੈਗੀ ਆ। ਜਾਂ ਉਹਨਾਂ ਨੇ ਬਸਲੇਰੀ ਪਾਣੀ ਦੀਆਂ ਬੋਤਲਾਂ ਰੱਖੀਆਂ, ਉਹ ਪੀਣਾ ਹੈਗਾ, ਉਹ ਤਾਂ ਨਾਲਿਆਂ ਤੋਂ ਵੀ ਪਾਣੀ ਪੀ ਜਾਂਦੇ ਆ, ਨਹਿਰਾਂ ਤੋਂ ਵੀ ਪੀ ਲੈਂਦੇ, ਦਰਿਆਵਾਂ ਤੋਂ ਵੀ ਪੀ ਲੈਂਦੇ, ਕਿਉਂਕਿ ਉਹ ਤਕੜੇ ਬਹੁਤ ਹਾਂ, ਡਰਾਈ ਫਰੂਟ ਬਹੁਤ ਜ਼ਿਆਦਾ ਉੱਥੇ, ਜਿੰਨਾ ਮਰਜ਼ੀ ਖਾਓ, ਜਿੰਨਾ ਮਰਜ਼ੀ ਕਰੋ। ਪਰ ਉਹਨਾਂ ਨੇ ਸਿਰਫ ਆਪਣੇ ਆਪ ਨੂੰ ਇੱਕ ਵਲਗਣ 'ਚ ਰੱਖਿਆ, ਦੂਸਰੇ ਪਾਸੇ ਨੇ। ਜੇ ਅਸੀਂ ਗਲੋਬਲਾਈਜੇਸ਼ਨ ਦੀ ਗੱਲ ਕਰਦੇ ਹਾਂ, ਉੱਥੇ ਤਾਂ ਹੈ ਹੀ ਨਹੀਂ, ਨਾ ਹੀ ਨਹੀਂ ਇਹਦਾ। ਜੋ ਉਹਨਾਂ ਨੇ ਆਪਣੇ ਏਰੀਏ 'ਚ ਹੈ, ਇੱਕੋ ਲੈਂਗੁਏਜ ਉਹਨਾਂ ਦੀ, ਅੰਗਰੇਜ਼ੀ ਦਾ ਮਤਲਬ ਕੋਈ ਨਹੀਂ ਉੱਥੇ ਹੈਗਾ, ਉਰਦੂ, ਫਾਰਸੀ ਅਤੇ ਜਿਹੜੀਆਂ ਭਾਸ਼ਾ ਉਹਨਾਂ ਦਾ ਇਹੀ ਹੈ। ਪਰ ਉਹਨਾਂ ਨੇ ਹੁਣ ਕੁੜੀਆਂ ਨੂੰ ਜਿਹੜਾ ਇੰਨਾ ਪਿੱਛੇ ਲੈ ਗਏ, ਇੰਨਾ ਕੁਛ ਲੈ ਗਏ ਆ। ਸਾਡੇ ਦੇਸ਼ ਦੇ ਲਓ ਆ ਬੱਚੀਆਂ ਕਿਤੇ ਤੇ ਕਿਤੇ ਪਹੁੰਚੀਆਂ, ਸਪੋਰਟਸ 'ਚ ਵੀ ਅੱਗੇ ਹੈਗੀਆਂ, ਹੈ ਨਾ, ਨੌਕਰੀ 'ਚ ਵੀ ਅੱਗੇ ਹੈਗੀਆਂ, ਹੈ ਨਾ, ਜਹਾਜ਼ ਚਲਾਉਣ 'ਚ ਵੀ ਅੱਗੇ ਹੈਗੀਆਂ, ਟ੍ਰੇਨ ਚਲਾਉਣ 'ਚ ਵੀ ਹੈਗੀਆਂ, ਹਰ ਚੀਜ਼ ਪਿੱਛੇ ਹੈਗੀ ਹੈ। ਲੇਡੀ ਦਾ ਦਿਮਾਗ ਬਹੁਤ ਵਾਰੀ ਕੰਸਨਟਰੇਟ ਬੰਦੇ ਨਾਲ ਜ਼ਿਆਦਾ ਕਰ ਜਾਂਦਾ। ਬਿਲਕੁਲ ਬੰਦਾ ਤਾਂ ਲਾਪਰਵਾਹੀ ਨਾਲ ਇੱਧਰ ਉੱਧਰ ਵੇਖੋ, ਕੁੜੀਆਂ ਕੰਮ ਕਰਕੇ ਬਹੁਤ ਰਾਜੀ ਹੁੰਦੀਆਂ। ਜੇ ਰਸੋਈ ਨੂੰ, ਜੇ ਘਰ ਨੂੰ ਇੰਨਾ ਵਸਵਾਰ ਕੇ ਬਣਾ ਦਿੰਦੀਆਂ, ਤੇ ਦੇਸ਼ ਦਾ ਚਿਹਰਾ ਮੋਹਰਾ ਨਹੀਂ ਬਦਲ ਸਕਦੀਆਂ। ਇਹ ਗਲਤ ਡਿਸੀਜਨ ਉਹਨਾਂ ਦਾ, ਗਲਤ ਡਿਸੀਜ਼ਨ ਹੈ, ਕਿਉਂਕਿ ਜਿਹੜੇ ਮੁਸਲਿਮ ਸਮਾਜ ਦੇ ਇੰਟੈਲੈਕਚੁਅਲਸ ਵੀ ਨੇ, ਜੋ ਬਹੁਤ ਪੜ੍ਹੇ ਲਿਖੇ, ਜੋ ਇਸਲਾਮ ਨੂੰ ਸਮਝਦੇ ਨੇ, ਕੁਰਾਨ ਸ਼ਰੀਫ, ਹਦੀਸ, ਸਭ ਕੁਛ ਨੂੰ ਸਮਝਦੇ ਨੇ, ਉਹ ਵੀ ਇਹ ਸਮਝਾਉਂਦੇ ਨੇ ਕਿ ਸਮੇਂ ਦੇ ਮੁਤਾਬਿਕ ਸਾਨੂੰ ਉਹਦੇ ਵਿੱਚ ਬਦਲਾਅ ਜੋ ਜ਼ਰੂਰੀ ਨੇ ਉਹ ਜ਼ਰੂਰ ਕਰਨੇ ਚਾਹੀਦੇ ਨੇ। ਜੋ ਜ਼ਹੀਨ ਕੁੜੀਆਂ ਨੇ, ਬਹੁਤ ਵਧੀਆ ਸਿਆਣੀਆਂ ਕੁੜੀਆਂ ਨੇ, ਉਹਨਾਂ ਦੀ ਪੜ੍ਹਾਈ ਲਿਖਾਈ ਦਾ ਖਿਆਲ ਹੋਣਾ ਚਾਹੀਦਾ। ਅਸੀਂ ਦੇਖਦੇ ਹਾਂ ਇਤਿਹਾਸ ਦੇ ਵਿੱਚ ਵੀ, ਜਿਹੜੇ ਮੁਗਲ ਬਾਦਸ਼ਾਹ ਸੀ, ਉਹਨਾਂ ਦੀਆਂ ਜਿਹੜੀਆਂ ਰਾਣੀਆਂ ਸੀਗੀਆਂ, ਬੇਗਮ, ਉਹਨਾਂ ਦੀਆਂ ਬੇਗਮਾਂ ਉਹਨਾਂ ਦੇ ਵਜ਼ੀਰ ਵਾਕਣ ਹੀ ਕੰਮ ਕਰਦੀਆਂ ਸੀ, ਔਰ ਰਾਜੇ ਨੂੰ ਪੂਰੀ ਸਲਾਹ ਦਿੰਦੀਆਂ ਹੁੰਦੀਆਂ ਸੀ, ਪੂਰੀਆਂ ਵਜ਼ੀਰ ਸੀ ਉਹਨਾਂ ਦੀਆਂ, ਔਰ ਉਹਨਾਂ ਦੀ ਪੜ੍ਹਾਈ ਲਿਖਾਈ ਵੀ ਪੂਰੀ, ਉਹ ਪੂਰੀਆਂ ਪੜ੍ਹੀਆਂ ਲਿਖੀਆਂ। ਜਦੋਂ ਉਸ ਜ਼ਮਾਨੇ ਵਿੱਚ ਵੀ ਬੇਗਮ ਪੜ੍ਹੀਆਂ ਲਿਖੀਆਂ ਨੇ, ਮੁਸਲਿਮ ਸਮਾਜ ਪੜ੍ਹਨ ਲਿਖਣ ਦੀ ਇਜਾਜ਼ਤ ਦਿੰਦਾ ਪਿਆ, ਅਸੀਂ ਇਹ ਕਿਉਂ ਰੋਕਦੇ ਪਏ ਹਾਂ? ਇਹਦੇ ਉੱਤੇ ਜਿਹੜੇ ਮਾਹਿਰ ਨੇ ਨਾ ਮੁਸਲਿਮ ਸਮਾਜ ਦੇ, ਜਿਹੜੇ ਕੁਰਾਨ ਸ਼ਰੀਫ ਨੂੰ, ਮੁਸਲਿਮ ਧਰਮ ਨੂੰ ਸਮਝਦੇ ਨੇ, ਉਹ ਇਹਦੇ ਉੱਤੇ ਗੱਲ ਕਰਦੇ ਨੇ ਕਿ ਸਾਡੇ ਨਾਲ ਬੈਠ ਕੇ ਆਪਾਂ ਗੱਲ ਕਰੀਏ, ਕਿਉਂਕਿ ਸਮਾਜ ਨੂੰ ਖੋਲੀਏ, ਅੱਗੇ ਲੈ ਕੇ ਆਈਏ। ਟੈਕਨੋਲੋਜੀ ਇੰਨੀ ਅੱਗੇ ਆ ਚੁੱਕੀ ਹੈ, ਸਿੱਖਿਆ ਇੰਨੀ ਵੱਧ ਚੁੱਕੀ ਹੈ, ਤਾਂ ਸਾਰੇ ਜਿਹੜੇ ਰੋਸ਼ਨ ਦਿਮਾਗ ਨੇ, ਚਾਹੇ ਮੁੰਡੇ ਨੇ, ਕੁੜੀਆਂ ਨੇ, ਸਭ ਪੜ੍ਹਨ, ਸਭ ਜ਼ਹੀਨ ਲੋਕ ਪੜ੍ਹਨ, ਔਰ ਸਮਾਜ ਨੂੰ, ਦੇਸ਼ ਨੂੰ, ਕੌਮ ਨੂੰ ਫਾਇਦਾ ਦੇਣ। ਇਹ ਹਮੇਸ਼ਾ ਇੱਕ ਡਿਬੇਟ ਚੱਲਦੀ ਰਹਿੰਦੀ ਹੈ, ਔਰ ਇਹ ਡਿਬੇਟ ਦੇ ਉੱਤੇ ਜ਼ਰੂਰ ਸਾਨੂੰ ਕੋਈ ਨਾ ਕੋਈ ਫੈਸਲਾ ਸਾਰਿਆਂ ਨੂੰ ਮਿਲ ਕੇ ਕਰਨਾ ਚਾਹੀਦਾ। ਬਿਲਕੁਲ, ਕਿਉਂਕਿ ਇਹ ਕੁਦਰਤ ਹੈ, ਇਨਸਾਨੀਅਤ ਹੈ। ਸਹੀ ਗੱਲ। ਸੋ ਅੱਗੇ ਆਪਾਂ ਵਧਦੇ ਹਾਂ। ਅਗਲੀ ਗੱਲ ਇਹ ਹੈ ਜੀ ਕਿ ਭੜਕਾਊ ਟਿੱਪਣੀ ਤੇ ਦੇਸ਼ ਤਹਿਤ ਪ੍ਰਗਿਆ ਠਾਕੁਰ ਖਿਲਾਫ ਕੇਸ ਦਰਜ ਹੋ ਗਿਆ। ਹੁਣ ਇਹ ਕਿਹੜੀ ਭੜਕਾਊ ਟਿੱਪਣੀ? ਇਹਨਾਂ ਨੇ ਪਹਿਲਾਂ ਤੇ ਇਹਨਾਂ ਤੇ ਰਿਹਾ ਹੈਗਾ, ਇਹ ਕਿਸੇ ਏਰੀਆ 'ਚ ਬੰਬ ਚੱਲਣ ਦਾ ਤਾਂ ਕਈ ਖਦਸ਼ੇ ਹੋਏ, ਔਰ ਉਦੋਂ ਤੋਂ ਬਾਅਦ ਇਹ ਪ੍ਰਗਿਆ ਠਾਕੁਰ ਜੀ ਜੇਲ੍ਹ 'ਚ ਵੀ ਰਹੇ ਆ। ਔਰ ਉਸ ਤੋਂ ਬਾਅਦ ਹੁਣ ਜਿਹੜੀ ਇਹਨਾਂ ਨੇ ਕੀਤਾ ਕਿ ਇਹ 'ਚ ਭੜਕਾਊ ਹੋ ਗਿਆ ਕਿ ਇਹਨਾਂ ਨੇ ਕਿਹਾ ਕਿ ਜਾ ਕੇ ਉੱਥੇ ਕਰਨਾਟਕਾ 'ਚ ਇਹਨਾਂ ਨੇ ਓਪਨ ਜਦੋਂ ਸਪੀਚ ਦਿੱਤੀ ਆ, ਉਹਦੇ ਵਿੱਚ ਕਿਹਾ ਗਿਆ, ਇਹਨਾਂ ਨੇ ਕਿਹਾ ਕਿ ਜਿਹੜੇ ਘੱਟ ਗਿਣਤੀਆਂ ਦੇ ਲੋਕ ਨੇ ਉਹਨਾਂ ਨੂੰ ਨੱਥ ਪਾਉਣ ਲਈ ਤੁਸੀਂ ਆਪ ਵੀ ਹਥਿਆਰ ਰੱਖੋ, ਤੁਸੀਂ ਵੀ ਉਹਨਾਂ ਦੇ ਲਈ ਕਹਿੰਦੇ ਘੱਟੋ ਘੱਟ ਚਾਕੂ ਹੀ ਰੱਖੋ,
ਤੇ ਜਿੰਨੇ ਵੀ ਹਥਿਆਰ ਰੱਖੋਗੇ ਤੁਹਾਡੀ ਸੈਲਫ ਪ੍ਰੋਟੈਕਸ਼ਨ ਹੋ ਸਕਦੀ, ਤੁਸੀਂ ਆਪਣੇ ਆਪ ਨੂੰ ਬਚਾ ਕੇ ਰੱਖੋ। ਮਤਲਬ ਫਿਰ ਲੋਕਾਂ ਨੇ ਦਾ ਇਹ ਮਤਲਬ ਲਿਆ ਕਿ ਤੁਸੀਂ ਫਿਰ ਭੜਕਾਊ ਭਾਸ਼ਣ ਦੇ ਕੇ ਲੋਕ ਇੱਥੇ ਸ਼ੋਰੇਬਾਜ਼ੀ ਕਰਾਉਣਾ ਚਾਹੁੰਦੇ ਜੇ, ਫਿਰ ਲੋਕਾਂ ਨੂੰ ਮਰਵਾਉਣਾ ਚਾਹੁੰਦੇ ਜੇ। ਔਰ ਉਹਦਾ ਕਰਕੇ ਬਹੁਤ ਲੋਕਾਂ ਨੇ ਇਹਨੂੰ ਕਿਹਾ ਕਿ ਇਹ ਜਿਹੜੀ ਟਿੱਪਣੀ ਹੈ ਇਹ ਬਿਲਕੁਲ ਗਲਤ ਹੈਗੀ ਆ ਔਰ ਇਹਨਾਂ 'ਤੇ ਦੇਸ਼ ਧਰੋਹ ਦਾ ਮੁਕੱਦਮਾ ਚਲਾਇਆ ਜਾਣਾ ਚਾਹੀਦਾ। ਹੁਣ ਵੀ ਆ ਜਿਹੜੀ ਇਹਨਾਂ ਨੇ ਬੋਲਿਆ ਉਹਦਾ ਮਾਮਲਾ ਦਰਜ ਹੋ ਗਿਆ ਔਰ ਉੱਤੇ ਇਹਨਾਂ ਨੂੰ ਕੇਸ ਲੜਨਾ ਪਊਗਾ। ਇਹ ਹਮੇਸ਼ਾ ਜਦੋਂ ਇੱਦਾਂ ਦੀ ਸਪੀਚ ਹੁੰਦੀ ਹੈ, ਇਹਨਾਂ ਨੇ ਕਈ ਸਪੀਚਾਂ ਜਿਹੜੀਆਂ ਇਸੇ ਤਰ੍ਹਾਂ ਦੀਆਂ ਦਿੱਤੀਆਂ ਜਿਹਦੇ 'ਚ ਭੜਕਾਊਵਾਦ, ਜਿਹਦੇ ਵਿੱਚ ਦੇਸ਼ ਧਰੋਹ, ਜਿਹਦੇ ਵਿੱਚ ਲੜਾਈ ਝਗੜਾ, ਜਿਹਦੇ ਵਿੱਚ ਰਾਸ਼ਟਰਵਾਦ ਹੈ ਹੀ ਨਹੀਂ ਔਰ ਇੱਕ ਕਾਸਟ ਨਾਲ ਜਾਂ ਇੱਕ ਸਮੁਦਾਇ ਦੇ ਉਲਟ ਬੋਲਣ ਦਾ ਜਿਹੜਾ ਕੋਈ ਵੱਡੇ ਨੇਤਾ ਦੀ ਇਹ ਕੋਈ ਅੱਛੀ ਗੱਲ ਨਹੀਂ ਹੁੰਦੀ। ਔਰ ਇਹਦੇ 'ਤੇ ਉਹਨਾਂ ਨੇ ਆਲੋਚਨਾ ਕਰ ਦਿੱਤੀ ਹੈ, ਕ੍ਰਿਟਿਸਿਜ਼ਮ ਹੋ ਗਿਆ ਤਾਂ ਔਰ ਇਹਦੇ 'ਤੇ ਕੇਸ ਦਰਜ ਹੋ ਗਿਆ। ਔਰ ਬਹੁਤ ਲੋਕਾਂ ਨੇ ਕਿਹਾ ਕਿ ਇਹਦੇ ਵਿੱਚ ਅਸੀਂ ਸਾਰਾ ਸਮੂਹ ਇਕੱਠੇ ਹੋ ਕੇ ਕਹਿੰਦੇ ਕਿ ਇਹਨਾਂ 'ਤੇ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕੀਤਾ ਜਾਵੇ ਤਾਂ ਕਿ ਜਿਹੜੀ ਆ ਇਹਨਾਂ ਨੇ ਘੱਟ ਗਿਣਤੀਆਂ ਦੇ ਬਚਾਓ ਲਈ ਚੰਗੇ ਤਰੀਕੇ ਨਾਲ ਬੋਲਣ, ਲੋਕਾਂ ਨੂੰ ਉਕਸਾਉਣ ਨਾ, ਲੋਕਾਂ ਨੂੰ ਲੜਾਉਣ ਨਾ, ਤੇ ਲੋਕ ਜਿਹੜੇ ਆ ਸ਼ਾਂਤੀਪੂਰਵਕ ਆਪਣੇ ਸਾਰੇ ਰਾਜ 'ਚ ਕੰਮ ਕਰਨ ਤਾਂ ਕਿ ਆਉਣ ਵਾਲੀਆਂ ਨਸਲਾਂ ਇਸ ਤਰ੍ਹਾਂ ਦੀ ਜ਼ਹਿਰ ਨੂੰ ਆਪਣੇ ਅੰਦਰ ਨਾ ਸਰਜੀਤ ਕਰ ਲੈਣ। ਐਗਜ਼ੈਕਟਲੀ, ਕਿਉਂਕਿ ਇੱਕ ਇਦਾਂ ਦਾ ਬਿਆਨ ਆਉਂਦਾ ਹੈ, ਹਜ਼ਾਰਾਂ ਲੋਕ ਭੜਕ ਜਾਂਦੇ ਨੇ, ਬਿਲਕੁਲ ਲੜਾਈ ਤੇ ਲੜਦੇ ਨੇ, ਮਰਦੇ ਨੇ ਔਰ ਉਹ ਬਿਆਨ ਦੇਣ ਵਾਲਾ ਆਪਣੇ ਘਰ ਜਾ ਕੇ ਆਰਾਮ ਨਾਲ ਬੈਠਾ ਹੋਇਆ, ਜ਼ਰੂਰ ਸਿਕਿਉਰਿਟੀ 'ਚ ਬੈਠਾ ਹੋਇਆ, ਉਹਨੂੰ ਤਾਂ ਕੋਈ ਪਰਵਾਹ ਨਹੀਂ। ਠੀਕ ਹੈ ਨਾ, ਉਹ 10 ਦਿਨਾਂ ਬਾਅਦ ਨਿਕਲਦਾ ਫਿਰ ਇੱਕ ਨਵਾਂ ਬਿਆਨ ਦੇ ਦਿੰਦਾ। ਸਹੀ ਗੱਲ, ਫਿਰ ਉਹੀ ਕੰਮ। ਮਤਲਬ ਇਹ ਹੈ ਕਿ ਕਿਉਂ ਲੜਵਾਉਣਾ ਹੈ? ਲੜਾਉਣਾ ਇਸ ਕਰਕੇ ਕਿ ਨੇਤਾਗਿਰੀ ਜਾਗਦੀ ਰੱਖਣੀ, ਨੇਤਾਗਿਰੀ ਜਿਹੜੀ ਅੱਗੇ ਰੱਖਣੀ। ਤੇ ਮੇਰਾ ਖਿਆਲ ਹੁਣ ਮੇਰੇ 5-4 ਮਿੰਟ ਰਹਿੰਦੇ ਹੋਣਗੇ ਪ੍ਰੋਗਰਾਮ, 5-4 ਮਿੰਟ ਰਹਿੰਦੇ ਨੇ। ਆਪਾਂ ਇੱਕ ਹੋਰ ਨਿਊਜ਼ ਲੈ ਲੈਂਦੇ ਆ। ਜੀ। ਉਹਦੇ 'ਚ ਇਹ ਹੈ ਕਿ ਇੱਕ ਹੋਰ ਇਦਾਂ ਦੀ ਗੱਲ ਹੋਈ ਹੈ, ਅਟਲ ਬਿਹਾਰੀ ਵਾਜਪਾਈ ਦੇ ਸਮਾਰਕ ਤੇ ਰਾਹੁਲ ਗਾਂਧੀ ਤੇ ਕਾਂਗਰਸ ਵੱਲੋਂ ਗਲਤ ਟਿੱਪਣੀ ਤੇ ਭੜਕੀ ਭਾਜਪਾ ਸਰਕਾਰ। ਆਪਣੇ ਦੇਸ਼ 'ਚ ਚੰਗੀ ਗੱਲ ਵੀ ਕੋਈ ਹੁੰਦੀ ਆ, ਆ ਦੇਖੋ ਇਹ ਭੜਕਾਊਵਾਦ ਵਾਲੀ ਗੱਲ। ਮੈਂ ਕਈ ਵਾਰ ਬੜਾ ਅੰਦਰੋਂ ਇਮੋਸ਼ਨਲੀ ਬੜਾ ਫੀਲ ਕਰਦਾ ਕਿ ਇਹ ਕੀ ਹੋ ਕੀ ਰਿਹਾ, ਚੱਲ ਕੀ ਰਿਹਾ ਦੇਸ਼ ਦੇ ਅੰਦਰ, ਦੁਨੀਆ ਦੇ ਅੰਦਰ, ਬਲਕਿ ਕੀ ਚੱਲਦਾ ਪਿਆ। ਇਨਸਾਨ ਤਾਂ ਇੱਕੋ ਜਿਹਾ ਨਾ, ਹਰ ਥਾਂ ਦੇ ਉੱਤੇ ਸੋਚ ਵੀ ਹੋਈ ਹੋਏ, ਸਾਈਕੀ ਹੋਈ ਹੋਏ। ਮਤਲਬ ਇਹ ਕਦੋਂ ਬੰਦੇ ਨੇ ਬੰਦਾ ਬਣਨਾ ਹੈ, ਕਦੋਂ ਸਿਆਣੀ ਸੋਚ ਆਉਣੀ ਹੈ, ਕਦੋਂ ਉਹ ਗੱਲ ਦੇ ਉੱਤੇ ਉਹਨੇ ਖਰਾ ਉਤਰਨਾ ਕਿ ਇਨਸਾਨ ਕੁਦਰਤ ਦੀ ਸਭ ਤੋਂ ਸਿਆਣੀ ਰਚਨਾ। ਉਹਦੇ ਬੰਦਾ ਬਣ ਜਾ ਪਾਣੀ ਆ, ਪੱਥਰ ਨਾ ਸਾਡੇ ਖੋਰ ਹੈ ਨਾ, ਤੂੰ ਲੰਘਦਾ ਤਾਂ ਜਾ ਰਿਹਾ, ਪੱਥਰ ਸਾਡੇ ਖੋਰੀ ਜਾ ਰਹੇ ਆ। ਪੱਥਰ ਤੋਂ ਮਤਲਬ ਹੈ ਜਨਤਾ ਜਿਹੜੀ ਵਿਚਾਰੀ ਖੁਰਦੀ ਜਾ ਰਹੀ ਹੈ ਚਿੰਤਾ 'ਚ, ਲੜਾਈਆਂ 'ਚ, ਝਗੜਿਆਂ 'ਚ, ਉਹ ਪਾਣੀ ਦੇ ਨਹੀਂ। ਸਹੀ ਗੱਲ ਹੈ, ਬੰਦਾ ਬਣ, ਬੰਦਾ ਬਣ। ਚਲੋ ਆਪਾਂ ਇਹਦੇ ਉੱਤੇ ਟਿੱਪਣੀ ਕੀ ਹੋਈ ਹੈ ਦੱਸੋ ਸਾਡੇ ਦਰਸ਼ਕਾਂ ਨੂੰ। ਇਹ ਗੱਲ ਹੈਗੀ ਕਿ ਰਾਹੁਲ ਗਾਂਧੀ ਜੀ ਜਦੋਂ ਗਏ ਆ ਨਾ, ਅਟਲ ਬਿਹਾਰੀ ਵਾਜਪਾਈ ਜਿਹੜੇ ਆਪਣੇ ਸਾਬਕਾ ਪ੍ਰਧਾਨ ਮੰਤਰੀ ਰਹੇ ਦੇਸ਼ ਦੇ ਔਰ ਬੜੇ ਅੱਛੇ ਲਿਖਾਰੀ ਰਹੇ ਆ ਔਰ ਬੜੀ ਅੱਛੀ ਕਵਿਤਾ ਲਿਖਦੇ ਰਹੇ, ਹਿੰਦੀ ਦੇ ਬੜੇ ਮੰਨੇ ਪ੍ਰਮੰਨੇ ਸੂਝਵਾਨ ਲਿਖਾਰੀ ਰਹੇ ਆ। ਔਰ ਉਹਨਾਂ ਦੀ ਸਮਾਰਕ 'ਤੇ ਇਹ ਗਏ ਆ, ਉਹਨਾਂ ਦੀ ਸਮਾਧੀ 'ਤੇ ਗਏ ਆ, ਸ਼ਰਧਾਂਜਲੀ ਭੇਂਟ ਕਰਨ ਗਏ ਆ ਔਰ ਉੱਥੇ ਬੋਲੇ ਵੀ ਠੀਕ ਆ। ਪਰ ਵਿੱਚੋਂ ਕਈ ਵਾਰੀ ਛੜਜੰਤਰ ਰਚਣ ਵਾਲੇ ਹੋਰ ਵੀ ਹੁੰਦੇ। ਇਹਨਾਂ ਦੇ ਪਾਰਟੀ ਦੇ ਨੇ ਕਹਿ ਦਿੱਤਾ ਕਿ ਨਹੀਂ ਇਹ ਅੰਗਰੇਜ਼ਾਂ ਦੇ ਪਿੱਠੂ ਰਹੇ ਆ। ਜਦੋਂ ਆਜ਼ਾਦੀ ਲੈਣ ਦੀ ਰੌਲਾ ਪਿਆ, ਆਜ਼ਾਦੀ ਦਾ ਸੰਘਰਸ਼ ਹੋਇਆ, ਇਹ ਅੰਗਰੇਜ਼ਾਂ ਵਾਲੇ ਪਾਸੇ ਸੀ। ਜਦੋਂ ਕਿ ਉਹ ਲੋਕਾਂ ਨੂੰ ਗੱਲ ਨਹੀਂ ਠੀਕ ਲੱਗੀ, ਲੋਕਾਂ ਨੇ ਕਿਹਾ ਕਿ ਇਹ ਤਾਂ ਬੜੇ ਸੂਝਵਾਨ ਔਰ ਬੜੇ ਇਮਾਨਦਾਰ ਬੰਦੇ ਰਹੇ ਔਰ ਲੋਕ ਇਹਨਾਂ ਦੀ ਪੂਜਾ ਕਰਦੇ ਆ। ਇਹਨਾਂ ਦਾ ਅਟਲ ਬਿਹਾਰੀ ਵਾਜਪਾਈ ਜੀ ਦਾ ਇਸ ਵੇਲੇ ਲੋਕਾਂ ਨੂੰ ਇਸ ਤਰ੍ਹਾਂ ਦਾ ਸਤਿਕਾਰ ਹੈ, ਦਿਲੋਂ ਸਤਿਕਾਰ ਕਰਦੇ ਔਰ ਕਿਸੇ ਨੇ ਵੀ ਇਹਦੇ 'ਤੇ ਕੋਈ ਇੱਦਾਂ ਦੀ ਨੁਕਤਾਚੀਨੀ ਨਹੀਂ ਕੀਤੀ। ਜਦੋਂ ਉਹ ਬੋਲੇ ਆ, ਉਹਨਾਂ ਨੇ ਕਿਹਾ ਵੀ ਇਹ ਗਲਤ ਟਿੱਪਣੀ ਹੋ ਗਈ, ਇਹਦੇ 'ਤੇ ਵੀ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕਰੋ ਤਾਂ ਕਿ ਆਉਣ ਵਾਲੀਆਂ ਨਸਲਾਂ ਨੂੰ ਪਤਾ ਲੱਗੇ ਕਿ ਬੋਲਣਾ ਕੀ ਹੁੰਦਾ ਅਤੇ ਨੇਤਾ ਦੇ ਜਿਹੜੇ ਵਾਦ ਵਿਵਾਦ ਵਿੱਚ ਪੈ ਕੇ ਕੀ ਕੁਛ ਮਿਲਦਾ। ਔਰ ਇਹਨਾਂ ਦਾ ਬੜਾ ਸਤਿਕਾਰਯੋਗ ਪੋਜੀਸ਼ਨ ਆ ਸਾਰੇ ਦੇਸ਼ ਦੇ ਵਿੱਚ, ਕਿਉਂਕਿ ਇਹਨਾਂ ਨੇ ਕੋਈ ਆਪਣੇ ਨਿੱਜੀ ਕੰਮ ਲਈ ਕੋਈ ਨਹੀਂ ਕੀਤਾ, ਨਾ ਕੋਈ ਇਹਨਾਂ ਨੇ ਕੋਈ ਆਪਣੀ ਪ੍ਰਾਪਰਟੀ ਬਣਾਈ ਆ, ਨਾ ਕਿਸੇ ਦੇ ਵਿੱਚ ਕਿਸੇ ਦਾ ਕੋਈ ਦੁੱਖ ਦੇ ਵਿੱਚ ਤਾਂ ਸ਼ਾਮਲ ਹੋਏ ਆ, ਕਿਸੇ ਨੂੰ ਦੁੱਖ ਹੀ ਨਹੀਂ ਕੀਤਾ। ਔਰ ਇਸੇ ਕਰਕੇ ਹੀ ਇਹ ਹੁਣ ਰਾਹੁਲ ਗਾਂਧੀ ਨੇ ਤਾਂ ਕੋਈ ਇੱਦਾਂ ਦਾ ਨਹੀਂ ਬੋਲਿਆ, ਪਰ ਇਹਨਾਂ ਦੀ ਪਾਰਟੀ ਦੇ ਕੋਈ ਸਿਰਕੱਢ ਨੇਤਾ ਨੇ ਉਹਨਾਂ ਨੇ ਬੋਲਿਆ। ਇਹ ਹੁਣ ਫੈਸਲਾ ਜਿਹੜਾ ਹੈਗਾ ਫਿਰ ਕੋਰਟ ਹੀ ਕਰੂਗੀ ਉਹਨਾਂ ਦੇ, ਕਿਉਂਕਿ ਸਰਕਾਰ ਉੱਤੇ ਵੀ ਬੀਜੇਪੀ ਦੀ ਬੈਠੀ ਆ ਔਰ ਜੇ ਕੁਝ ਹੋਇਆ ਉਹਨਾਂ ਨੇ ਫਿਰ ਕਰਾਰੀ ਸੱਟ ਮਾਰਨਗੇ, ਬੜਾ ਕੁਝ ਹੋਊਗਾ। ਫਿਰ ਇਹਨਾਂ ਕਹਿਣਾ ਸਾਡੇ 'ਤੇ ਮੁਕੱਦਮਾ ਕਰਦੇ ਆ, ਪਰ ਬੋਲਣ ਲੱਗੇ ਤਾਂ ਵੇਖਣਾ ਚਾਹੀਦਾ ਵੀ ਅਸੀਂ ਕੀ ਬੋਲ ਰਹੇ ਹਾਂ। ਤੁਸੀਂ ਦੇਖੋ, ਮੇਰੀ ਪਾਰਟੀ ਤੇਰੀ ਪਾਰਟੀ, ਇਹ ਪਾਰਟੀ ਖੇਡਣਗੇ, ਰਾਜਨੀਤੀ ਮੇਰੀ ਰਾਜਨੀਤੀ ਤੇਰੀ ਰਾਜਨੀਤੀ ਉਹ ਖੇਡਣਗੇ। ਇਹ ਸਭ ਕਾਸੇ ਦੇ ਵਿੱਚ ਉਹ ਲੋਕ ਕਿੱਥੇ ਗਏ ਜਿਹੜੇ ਤੁਹਾਨੂੰ ਜਿਤਾ ਕੇ ਇਹਨਾਂ ਸੀਟਾਂ ਤੇ ਬਿਠਾਉਂਦੇ ਨੇ, ਤੁਹਾਨੂੰ ਪਾਵਰ 'ਚ ਲੈ ਕੇ ਆਉਂਦੇ ਨੇ? ਉਹ ਲੋਕ ਕਿੱਥੇ ਨੇ? ਉਹਨਾਂ ਦੀ ਤੁਸੀਂ ਕਿਸੇ ਗਿਣਤੀ ਨਹੀਂ ਉਹਨਾਂ ਦਾ ਨਹੀਂ ਹੁੰਦਾ, ਉਹਦੇ ਉਹਨਾਂ ਦਾ ਫਰਜ਼ ਬਣਦਾ। ਉਹ ਡੈਮੋਕ੍ਰੇਸੀ ਹੈ, ਦੇਸ਼ ਦਾ ਵੀ ਨਹੀਂ ਪਤਾ ਲੱਗਦਾ ਕਿੱਥੇ ਹੈਗਾ ਇਹਨਾਂ ਗੱਲਾਂ ਦੇ ਵਿੱਚ। ਇਹ ਤਾਂ ਸਾਰਾ ਕੁਝ ਖਤਮ ਕਰ ਦਿੰਦੇ ਆ। ਮੈਨੂੰ ਤਾਂ ਕਈ ਵਾਰ ਲੱਗਦਾ ਕਿ ਅਸੀਂ ਨਾ ਜਿਹੜੇ ਆਮ ਜਨਤਾ ਦੇ ਲੋਕ ਆ,
ਆਮ ਲੋਕ ਆ, ਇਹ ਗਿਣਤੀ ਪੂਰੀ ਕਰਨ ਵਾਸਤੇ ਆਏ ਹੋਏ ਆ, ਗਿਣਤੀ ਨਫਰੀਆਂ ਨਫਰੀ ਪੂਰੀ ਕਰਨ ਵਾਸਤੇ ਆਏ ਆ। ਸਟੇਜ ਦੇ ਉੱਤੇ ਮੇਨ ਰੋਲ ਤੇ ਇਹਨਾਂ ਦਾ ਹੀ ਨੇ, ਕਿਟ ਇਹਨਾਂ ਹੀਰੋ ਹੀਰੋਇਨ ਨਹੀਂ ਨੇ। ਕਿਟ ਇਹਨਾਂ ਕੋਲ ਸਾਰਾ ਸੰਭਾਲਿਆ ਪਿਆ, ਜਿਹਦੇ 'ਚ ਸਾਰਾ ਜੀਵਨ ਆ ਉਹ ਇਹਨਾਂ ਕੋਲ ਪਿਆ। ਤੁਸੀਂ ਨਫਰੀ ਜੇ, ਤੁਸੀਂ ਜਦੋਂ ਭੁੱਖ ਲੱਗੀ ਉਦੋਂ ਰੋਟੀ ਮੰਗਣੀ ਇਹਨਾਂ ਕੋਲ, ਜਦੋਂ ਕੱਪੜਾ ਚਾਹੀਦਾ ਕੱਪੜਾ ਮੰਗੋਗੇ, ਸਾਰਾ ਕੁਝ। ਇੰਡਸਟਰੀ ਇਹਨਾਂ ਦੀਆਂ, ਖੇਤ ਇਹਨਾਂ ਦੇ, ਹੈ ਨਾ, ਸੜਕਾਂ ਇਹਨਾਂ ਦੀਆਂ, ਜਹਾਜ਼ ਇਹਨਾਂ ਦੇ, ਸਾਰਾ ਕੁਝ ਇਹਨਾਂ ਦਾ, ਰੇਲਵੇ ਇਹਨਾਂ ਦੀਆਂ। ਜਦੋਂ ਮਰਜ਼ੀ ਵੇਚੋ, ਜਦੋਂ ਮਰਜ਼ੀ ਘਰਾਂ 'ਚ ਲੈ ਆਓ, ਇਹ ਗੱਲ ਹੈਗੀ। ਅਸੀਂ ਤਾਂ ਐਕਸਟਰਾ ਹੈਗੇ ਆ ਆਹ ਗਿਣਤੀ ਪੂਰੀ ਕਰਨ ਵਾਸਤੇ। ਤੂੰ ਇੱਥੇ ਖੜਾ ਹੋ ਜਾ, ਤੂੰ ਇੱਥੇ ਖੜਾ ਹੋ ਜਾ, ਸ਼ੂਟਿੰਗ ਤੇ ਹੋ ਰਹੀ ਹੈ, ਉਹ ਬਾਕੀ ਐਕਸਟਰਾ ਖੜੇ ਕਰਦੇ। ਮੇਨ ਹੀਰੋ ਹੀਰੋਇਨ ਇਹ ਨੇ ਜਿਨ੍ਹਾਂ ਉੱਤੇ ਕੈਮਰੇ ਦਾ ਫੋਕਸ ਰਹੇਗਾ, ਸਾਰੀ ਸਟੋਰੀ ਇਹਨਾਂ ਦੀ। ਇਹ ਮੰਚ ਹੈ, ਇਹਨਾਂ ਦਾ ਆਪਣਾ ਮੰਚ ਹੈ, ਉਹਦੇ 'ਚ ਜੋ ਕੋ ਥੀਏਟਰ ਹੈ ਇਹਨਾਂ ਦਾ ਉਹ ਚੱਲ ਰਿਹਾ ਹੈਗਾ। ਤੁਸੀਂ ਉਹਦੇ 'ਚ ਰੋਲ ਅਦਾ ਕੀਤਾ, ਜਿਹੜਾ ਛੋਟਾ ਮੋਟਾ ਮਿਲ ਗਿਆ ਰੋਲ, ਭੂਮਿਕਾ ਨਿਬੇੜ ਕੇ ਆਪਣਾ ਘਰ ਆ ਜਾਓ, ਬਸ ਉਹ ਗੱਲ ਹੁੰਦਾ। ਬਸ ਠੀਕ ਹੈ, ਅਸੀਂ ਤੇ ਬਸ ਜਾਂ ਫਿਰ ਦਰਸ਼ਕ ਵਾਕਣ ਬਹਿ ਜਾਓ, ਦਰਸ਼ਕਾਂ ਵਾਕਣ ਬਹਿ ਕੇ ਬਸ ਫਿਲਮ ਦੇਖਦੇ ਪਏ ਆ, ਕਰ ਕੁਛ ਨਹੀਂ ਸਕਦੇ, ਜੋ ਚੱਲਦਾ ਪਿਆ ਉਹ ਦੇਖਦੇ ਪਏ। ਚੱਲਦੇ ਬਸ ਉਹੀ, ਉਹ ਚੱਲਦੇ ਇੱਧਰ ਚੱਲਦੇ ਨਾ, ਉਹ ਚੱਲਦਾ। ਤੇ ਹੁਣ ਮੇਰੇ ਘਰ ਦਾ ਟਾਈਮ ਬਿਲਕੁਲ ਸਹੀ ਗੱਲ ਹੈ, ਗਿਣਤੀ ਪੂਰੀ ਕਰਨ ਵਾਸਤੇ ਆਏ ਆ ਅਸੀਂ। ਬਿਲਕੁਲ ਸਹੀ ਗੱਲ। ਟਾਈਮ ਵੀ ਗਿਣਨਾ ਹੁੰਦਾ ਨਾ ਨਾਲ, ਕਿਉਂਕਿ ਪ੍ਰੋਗਰਾਮ ਦਾ ਮਿੰਟ ਵੀ ਗਿਣਨੇ ਹੁੰਦੇ ਨੇ। ਜ਼ਰੂਰ ਤੇ ਮਿੰਟ ਇਹ ਕਹਿੰਦੇ ਨੇ ਕਿ ਹੁਣ ਚਾਲੇ ਪਾਏ ਜਾਣ। ਤੇ ਫਿਰ ਮਿਲਾਂਗੇ ਆਪਣੇ ਦਰਸ਼ਕਾਂ ਨੂੰ, ਫਿਰ ਮਿਲਾਂਗੇ ਆਪਣੇ ਦਰਸ਼ਕਾਂ ਨੂੰ। ਤੇ ਅਸੀਂ ਬਸ ਇਹੀ ਰੱਬ ਅੱਗੇ ਅਰਦਾਸ ਹੈ, ਨਵਾਂ ਸਾਲ ਚੜ੍ਹਦਾ ਪਿਆ, ਸਭ ਪਾਸੇ ਸੁੱਖ ਸ਼ਾਂਤੀ ਹੋਵੇ, ਕਿਤੇ ਕੋਈ ਝਗੜੇ ਲੜਾਈਆਂ ਨਾ ਹੋਣ, ਕੋਈ ਜੰਗਾਂ ਨਾ ਹੋਣ, ਕੋਈ ਭੁੱਖਮਰੀ ਨਾ ਹੋਵੇ, ਸਭ ਕੋਲ ਆਪਣਾ ਸੋਹਣਾ ਪਰਿਵਾਰ, ਆਪਣਾ ਖੁਸ਼ਹਾਲ ਰਹਿਣ ਸਾਰੇ। ਅਸੀਂ ਇਸੀ ਉਮੀਦ ਦੇ ਨਾਲ ਪ੍ਰੋਗਰਾਮ ਨੂੰ ਇਸ ਵਕਤ ਵਾਈਂਡ ਅਪ ਕਰਦੇ ਹਾਂ। ਤੇ ਤੁਸੀਂ ਆਪਣੇ ਵਿਚਾਰ ਸਾਨੂੰ ਜ਼ਰੂਰ ਇਨਬਾਕਸ ਕਰੋ ਤੇ ਸਾਡਾ ਚੈਨਲ ਪੰਜਾਬ ਮਿਲ USA TV ਸਬਸਕ੍ਰਾਈਬ ਕਰੋ। ਚਲਿਏ ਬਲਕਾਰ ਜੀ। ਬਿਲਕੁਲ ਜੀ, ਸਤਿ ਸ੍ਰੀ ਅਕਾਲ ਜੀ।